ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 3 ਜੁਲਾਈ ਦਿਨ ਸ਼ੁੱਕਰਵਾਰ ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 ਦੇ ਉੱਤੇ। ਹੋਮ ਆਟੋ ਕਮਰਸ਼ੀਅਲ ਇੰਸ਼ੋਰੈਂਸ ਦੇ ਲਈ, ਲਿਕਰ ਸਟੋਰ, ਗੈਸ ਸਟੇਸ਼ਨ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ ਦੇ ਲਈ ਇਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਅਤੇ ਹੋਰ ਜਾਣਕਾਰੀ ਲਈ 4082722500 ਦੇ ਉੱਤੇ ਇਹਨਾਂ ਨੂੰ ਸੰਪਰਕ ਕਰੋ। ਇਸ ਦੇ ਨਾਲ ਬਲਜਿੰਦਰ ਸਿੰਘ ਨਿੱਜਰ, ਵੁੱਡਲੈਂਡ, ਕ੍ਰਿਸ਼ਨ ਧਨੋਤਾ, ਯੂਬਾ ਸਿਟੀ, ਭਜਨ ਸਿੰਘ, ਜਸਵਿੰਦਰ ਕੌਰ, ਕੁਲਵਿੰਦਰ ਸਿੰਘ, ਕਮਲਜੀਤ ਕੌਰ, ਸੈਨ ਹੋਜ਼ੇ, ਨਛੱਤਰ ਸਿੰਘ ਸੰਘਾ, ਗਲੋਵਿਸ, ਗੁਰਪਾਲ ਸਿੰਘ ਸੰਧੂ, ਐਂਟੀਲੋਪ, ਜੀਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰ ਨੈਲਾ ਮੰਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 4541 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਬੜੀ ਹੀ ਭਿਆਨਕ ਖਬਰ ਆ ਰਹੀ ਹੈ। ਪਾਕਿਸਤਾਨ ਦੇ ਵਿੱਚ ਟ੍ਰੇਨ ਅਤੇ ਬੱਸ ਦੇ ਵਿਚਾਲੇ ਜ਼ਬਰਦਸਤ ਟੱਕਰ ਹੋਈ ਆ। ਕਈ ਲੋਕ ਮਾਰੇ ਗਏ ਨੇ, ਜਿਨ੍ਹਾਂ ਦੇ ਵਿੱਚ 20 ਸਿੱਖ ਸ਼ਰਧਾਲੂ ਵੀ ਸ਼ਾਮਲ। ਹਾਂਜੀ, ਦੇਖੋ ਇਹ ਨਾ ਕੰਟਰਾਡਿਕਟ ਹੈ ਇਸ ਵੇਲੇ ਰਿਪੋਰਟ ਜਿਹੜੀ ਵੀ ਆ ਰਹੀ ਹੈ ਮੌਤਾਂ ਨੂੰ ਲੈ ਕੇ, ਕੈਜੂਅਲਟੀ ਨੂੰ ਲੈ ਕੇ। ਤਾਂ ਇਹਦੇ ਵਿੱਚ ਜੀਓ ਨਿਊਜ਼ ਹੈ ਜਿਹੜਾ ਪਾਕਿਸਤਾਨ ਵਾਲੇ ਦਾ, ਕਿਉਂਕਿ ਆਪਾਂ ਇਸ ਰਿਪੋਰਟਿੰਗ ਨੂੰ ਜੇ ਦੇਖਾਂਗੇ ਤਾਂ ਪਾਕਿਸਤਾਨ ਦੀ ਜਿਹੜੀ ਰਿਪੋਰਟਿੰਗ ਆ ਉਹਦੇ ਤੇ ਨਿਰਭਰ ਰਹਿ ਕੇ ਹੀ ਦੇਖਾਂਗੇ ਜੋ ਵੀ ਰਿਪੋਰਟ ਆ ਰਹੀ ਹੈ। ਤਾਂ ਬਹਰਹਾਲ ਜੀਓ ਨਿਊਜ਼ ਵਾਲੇ, ਜਿਨ੍ਹਾਂ ਨੂੰ NDTV ਨੇ ਹਵਾਲਾ ਦੇ ਕੇ ਖਬਰ ਆਪਣੀ ਚਲਾਈ ਆ ਹੁਣ, ਉਹ ਕਹਿੰਦੇ ਆ ਕਿ ਇਸ ਵੇਲੇ ਤੱਕ 29 ਬੰਦਿਆਂ ਦੀ ਜਿਹੜੀ ਆ ਯਾਨੀ ਸਿੱਖ ਸ਼ਰਧਾਲੂਆਂ ਦੀ ਮੌਤ ਹੋ ਚੁੱਕੀ ਆ ਤੇ ਹੋਰ ਵੀ ਕੁਝ ਲੋਕ ਜ਼ਖਮੀ ਆ। ਸੋ ਕਿਉਂਕਿ ਪਹਿਲਾਂ ਖਬਰ ਆਈ ਕਿ ਤਕਰੀਬਨ 15 ਸਿੱਖ ਸ਼ਰਧਾਲੂ ਜਿਹੜੇ ਆ ਉਹ ਇਸ ਦਰਦਨਾਕ ਹਾਦਸੇ ਵੀ ਚੜੇ ਆ। ਫਿਰ ਉਸ ਤੋਂ ਬਾਅਦ ਗਿਣਤੀ 20 ਤੱਕ ਆਈ ਔਰ ਉਸ ਤੋਂ ਬਾਅਦ ਹੁਣ ਗਿਣਤੀ ਜਿਹੜੀ ਆ ਉਹ 29 ਤੀਕ ਦੱਸੀ ਜਾ ਰਹੀ ਆ। ਇਹ ਹੁਣ ਦੁਆ ਕਰਦੇ ਆ ਕਿ ਗਿਣਤੀ ਹੋਰ ਨਾ ਵਧੇ ਔਰ ਘੱਟ ਹੀ ਰਹੇ। ਪਰ ਇੱਧਰ ਗੁਲਾਬ ਸਿੰਘ ਸ਼ਾਹੀਨ ਨੇ ਇੱਕ ਹੁਣੇ ਹੀ ਪੋਸਟ ਪਾਈ 58 ਮਿੰਟ ਪਹਿਲਾਂ, ਔਰ ਉਹਨਾਂ ਨੇ ਜੋ ਖਬਰ ਸ਼ੇਅਰ ਕੀਤੀ ਆ ਉਹਦੇ ਵਿੱਚ ਇਹ ਲਿਖਿਆ, according to DPO Sheikhupura, the gate was closed. He said that it seemed like the accosted driver had tried to take a shortcut instead of waiting the crossing, which resulted in the crash. ਸੋ ਉਹ ਜੋ DPO ਦੇ ਹਵਾਲੇ ਨਾਲ ਖਬਰ ਆ ਉਹ ਇਹ ਕਹਿ ਰਹੇ ਆ ਕਿ ਗੇਟ ਬੰਦ ਸੀਗਾ ਤੇ ਉਸ ਸਮੇਂ ਹਾਦਸਾ ਵਾਪਰਿਆ। ਪਰ ਕੁਝ ਖਬਰਾਂ ਦੇ ਵਿੱਚ ਇਹ ਕਿਹਾ ਜਾ ਰਿਹਾ ਵਾ ਕਿ ਗੇਟ ਹੈ ਨਹੀਂ ਸੀਗਾ, ਮਤਲਬ ਕਿ ਜਿੱਦਾਂ ਮਨੁੱਖੀ ਗੇਟ ਹੁੰਦੇ ਆਪਣੇ ਬਹੁਤ ਸੀਗੇ ਇੰਡੀਆ ਦੇ ਵਿੱਚ, ਹੁਣ ਤੇ ਚਲੋ ਥੋੜੇ ਘੱਟ ਹੋਇਆ, ਤਾਂ ਉਧਰ ਵੀ ਆ ਉਹ ਕਹਿੰਦੇ ਆ ਕਿ ਗੇਟ ਜਿਹੜਾ ਆ ਹੈ ਨਹੀਂ ਸੀਗਾ। ਪਰ ਇੱਧਰ ਜੇ ਆਪਾਂ ਦੇਖੀਏ, ਗੁਲਾਬ ਸਿੰਘ ਸ਼ਾਹੀਨ ਹੋਇਆ ਜਿਹੜੀ ਖਬਰ ਸ਼ੇਅਰ ਕੀਤੀ ਆ ਉਹਦੇ ਮੁਤਾਬਕ ਗੇਟ ਵੱਜਿਆ ਹੋਇਆ ਸੀਗਾ, ਮਤਲਬ ਕਿ ਗੇਟ ਲੱਗਾ ਹੋਇਆ ਸੀਗਾ। ਸੋ ਇਹ ਵੀ ਕੰਟਰਾਡਿਕਸ਼ਨ ਹੈ ਇੱਥੇ। ਤਾਂ ਦੇਖਦੇ ਹਾਂ ਕੱਲ ਤੱਕ ਸ਼ਾਇਦ ਸਾਰੀ ਸਥਿਤੀ ਸਾਫ਼ ਹੋਊਗੀ ਕਿ ਕਿੰਨੀ ਕੈਜੂਅਲਟੀ ਹੈ ਔਰ ਕੀ ਇਹ ਜਿਹੜਾ ਫਾਟਕ ਸੀਗਾ ਉਹ ਬੰਦ ਸੀਗਾ ਜਾਂ ਫਾਟਕ ਖੁੱਲ੍ਹਾ ਸੀਗਾ। ਦੇਖੋ ਜੇ ਫਾਟਕ ਬੰਦ ਸੀਗਾ ਤੇ ਫਿਰ ਤੇ ਆਪਣੇ ਆਪ ਦੇ ਵਿੱਚ ਬੜੀ ਵੱਡੀ ਕੋਤਾਹੀ, ਬੜੀ ਵੱਡੀ ਲਾਪਰਵਾਹੀ ਕੀਤੀ ਹੈ। ਪਰ ਹੁਣ ਦੋਸ਼ ਕਿਹਨੂੰ ਦਈਏ? ਸਾਰਾ ਤੇ ਸੰਸਾਰ ਜਿਹੜਾ ਹੈ ਉਹਨਾਂ ਲੋਕਾਂ ਦਾ ਉਜੜ ਗਿਆ। ਹੁਣ ਤੇ ਗਿਲੇ ਸ਼ਿਕਵੇ ਜਿਹੜੇ ਉਹ ਨਹੀਂ ਕੀਤੇ ਜਾ ਸਕਦੇ। ਹੁਣ ਤੇ ਦੁਆ ਕੀਤੀ ਜਾ ਸਕਦੀ ਆ ਕਿ ਗਿਣਤੀ ਨਾ ਵਧੇ ਔਰ ਸੁੱਖ ਮੰਗੀ ਜਾ ਸਕਦੀ ਹੈ ਕਿ ਜੋ ਪਰਿਵਾਰ ਬਚਿਆ ਉਹ ਹੁਣ ਤੰਦਰੁਸਤ ਰਹੇ, ਪਿੱਛੇ ਜਿਹਦਾ ਵੀ ਬਚਿਆ ਉਹਨਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਸਤਿਗੁਰ। ਸੋ ਬਹੁਤ ਹੀ ਦਰਦਨਾਕ ਹੈ। ਔਰ 2020 ਨਾ ਦੇਖੋ ਕਿੰਨੀਆਂ ਲੋਕਾਂ ਨੂੰ ਖੁਸ਼ੀਆਂ ਸਨ 2020 ਦੀਆਂ। ਮੈਂ ਇਹਨਾਂ ਚੀਜ਼ਾਂ 'ਚ ਚਲੋ ਕੋਈ ਬਿਲੀਵ ਕਰਦਾ, ਕੋਈ ਨਹੀਂ ਕਰਦਾ, ਪਰ ਬਹੁਤ ਸਾਰੇ ਲੋਕਾਂ ਨੇ ਨਾ ਆਪਣੇ ਈਵੈਂਟ ਜਿਹੜੇ ਆ ਉਹ ਫਿਕਸ ਕੀਤੇ ਹੋਏ ਸੀ 2020 ਲਈ। ਤੇ ਹੁਣ ਲੋਕ ਕਹਿੰਦੇ ਆ ਕਿ ਏਡਾ ਕਲਹਿਣਾ ਸਾਰ ਯਾਰ ਇਹ ਦਫਾ ਹੋਵੇ, ਇਹ ਨਿਕਲ ਜਾਵੇ, ਮਤਲਬ ਕਿ 6 ਮਹੀਨੇ ਆ ਜਿਹੜੀ ਛਮਾਈ ਰਹਿੰਦੀ ਆ ਨਾ, ਬਸ ਜਲਦੀ ਇਹ ਬੀਤ ਜਾਵੇ। ਕਿਉਂਕਿ ਖਬਰਾਂ ਹੀ ਜਿਹੜੀਆਂ ਨੇ ਮਨਹੂਸ ਤੋਂ ਮਨਹੂਸ, ਆਰਾਮ ਕਰਨ ਵਾਲੀਆਂ, ਪਰੇਸ਼ਾਨ ਕਰਨ ਵਾਲੀਆਂ। ਸੋ ਬਹੁਤ ਹੀ ਦਰਦਨਾਕ ਹਾਦਸਾ ਵਾਪਰਿਆ, ਬਹੁਤ ਹੀ ਜ਼ਿਆਦਾ ਵੱਡੀ ਜੇ ਕਹੀਏ ਕਿ ਸਿੱਖ ਕਮਿਊਨਿਟੀ ਨੂੰ ਚੋਟ ਲੱਗੀ ਆ, ਬਹੁਤ ਹੀ ਜ਼ਿਆਦਾ ਇਸ ਵੇਲੇ ਇੱਕ ਦਰਦ ਹੈ, ਪਰ ਕੀਤਾ ਕੁਛ ਨਹੀਂ ਜਾ ਸਕਦਾ। ਜੀ ਬਿਲਕੁਲ। ਮਿੰਟੂ ਜੀ, ਅਗਲੀ ਗੱਲ ਕਰਦੇ, ਕਹਿੰਦੇ ਮੋਦੀ ਨੇ ਸਰਹੱਦ 'ਤੇ ਚੀਨ ਦਾ ਨਾਂ ਲਏ ਬਗੈਰ ਮਾਰੀ ਬੜਕ।
ਇਹ ਕਿਹੜੀ ਵੜਕ ਹੁੰਦੀ ਹੈ ਜਿਹਦੇ ਵਿੱਚ ਕਿਸੇ ਦਾ ਨਾਂ ਹੀ ਨਾ ਹੋਵੇ। ਜੀ ਇਹ ਤੇ ਰੜਕ ਵਾਲੀ ਵੜਕ ਨਹੀਂ ਹੈ, ਇਹ ਤੇ ਬਸ ਜਿੱਦਾਂ ਕਹਿ ਲਈਏ ਨਾ ਕਿ ਮੜਕ ਬਚਾਉਣ ਵਾਲੀ ਗੱਲ ਆ, ਇਹ ਮੜਕ ਬਚਾਉਣ ਵਾਲੀ ਗੱਲ ਹੀ ਆ। ਖੈਰ ਦੇਖੋ, ਪ੍ਰਧਾਨ ਮੰਤਰੀ ਗਏ ਨੇ ਅੱਜ, ਔਰ ਇਹਨਾਂ ਨੇ ਜਾ ਕੇ ਉੱਥੇ ਜਿਹੜੇ ਜ਼ਖਮੀ ਜਵਾਨ ਸੀ ਉਹਨਾਂ ਦੇ ਨਾਲ ਵੀ ਮੁਲਾਕਾਤ ਕੀਤੀ ਆ, ਸੰਬੋਧਿਤ ਵੀ ਹੋਏ ਆ, ਔਰ ਉਧਰ ਨੂੰ ਪਰਾਂ ਨੂੰ ਮੂੰਹ ਕਰਕੇ ਇਹਨਾਂ ਨੇ ਆਖਿਆ ਕਿ ਵਿਸਥਾਰਵਾਦੀ ਜਿਹੜੀ ਨੀਤੀ ਹੁੰਦੀ ਆ ਮਨੁੱਖੀ ਜਾਤੀ ਨੂੰ ਇਹ ਤਬਾਹ ਕਰ ਦਿੰਦੀ ਆ। ਇਤਿਹਾਸ ਗਵਾਹ ਕਿ ਅਜਿਹੀਆਂ ਤਾਕਤਾਂ ਖਤਮ ਹੋ ਗਈਆਂ ਨੇ। ਹੁਣ ਇੱਥੇ ਵਿਸਥਾਰਵਾਦੀ ਤਾਕਤ ਉਹਨਾਂ ਨੇ ਸਿੱਧੇ ਤੌਰ ਤੇ ਚਾਈਨਾ ਨੂੰ ਕਿਹਾ ਵਾ, ਨੋ ਡਾਊਟ, ਕਿਉਂਕਿ ਉਹਨਾਂ ਦੀ ਨੀਤੀ ਵਿਸਥਾਰਵਾਦੀ ਆ ਨਾ। ਵਿਸਥਾਰਵਾਦੀ ਤੋਂ ਭਾਵ ਕੀ ਹੁੰਦਾ ਕਿ ਅਸੀਂ ਆਪਣਾ ਜੋ ਵੀ ਦਾਇਰਾ ਹੈ, ਜੋ ਵੀ ਸਾਡੀ ਦੇਸ਼ ਦੀ ਬਾਉਂਡਰੀ ਹੈ, ਅਸੀਂ ਉਹਨੂੰ ਵਧਾਉਣਾ ਹੈ, ਤਾਂ ਉਹਨੂੰ ਕੀ ਕਹਾਂਗੇ ਕਿ ਵਿਸਥਾਰ ਕਰਨਾ, ਉਹ ਵਿਸਥਾਰਵਾਦੀ ਨੀਤੀ ਹੋਗੀ। ਜਿੱਦਾਂ ਆਪਾਂ ਉਹ ਕਲੋਨੀਅਲਿਜ਼ਮ ਕਹਿ ਦਿੰਦੇ ਹਾਂ, ਵੱਖ ਵੱਖਰੀਆਂ ਟਰਮਾਂ ਯੂਜ਼ ਹੁੰਦੀਆਂ ਨੇ। ਤਾਂ ਖੈਰ ਇਹਨਾਂ ਨੇ ਵਿਸਥਾਰਵਾਦੀ ਸ਼ਬਦ ਦਾ ਜ਼ਰੂਰ ਜ਼ਿਕਰ ਕੀਤਾ, ਵਿਸਥਾਰਵਾਦ ਦਾ, ਕਿ ਅੱਜ ਦੌਰ ਹੈ ਜਿਹੜਾ ਉਹ ਵਿਕਾਸਵਾਦ ਦਾ, ਵਿਸਥਾਰਵਾਦ ਦਾ ਨਹੀਂ ਹੈ। ਪਰ ਇਹਨਾਂ ਨੇ ਨਾਮ ਨਹੀਂ ਲਿਆ। ਔਰ ਮੈਂ ਦੇਖੋ ਵੱਖ ਵੱਖ ਐਨਾਲਿਸਿਸ ਆ ਜਿਹੜੇ ਕੌਮੀ ਪੱਧਰ ਤੇ ਉਹਨਾਂ ਨੂੰ ਸੁਣ ਰਿਹਾ ਸੀਗਾ, ਉਹਨਾਂ 'ਚ ਇੱਕ ਬੰਦੇ ਨੇ ਜਿਹੜੀ ਗੱਲ ਕਹੀ, ਉਹਨੇ ਸਵਾਲ ਇਹ ਖੜਾ ਕੀਤਾ ਕਿ ਪ੍ਰਧਾਨ ਮੰਤਰੀ ਨੂੰ ਜਾਣ ਦੀ ਜ਼ਰੂਰਤ ਹੀ ਨਹੀਂ ਸੀਗੀ। ਹੁਣ ਦੇਖੋ ਇਹਦੇ ਨਾਲ ਮੁਤਫਿਕ ਕੋਈ ਹੋਵੇ ਜਾਂ ਨਾ ਹੋਵੇ, ਕਿਉਂਕਿ ਦੌਰਾ ਸੀਗਾ ਡਿਫੈਂਸ ਮਿਨਿਸਟਰ ਦਾ। ਸਵਾਲ ਕਿਉਂ ਉੱਠ ਰਿਹਾ ਕਿ ਦੌਰਾ ਡਿਫੈਂਸ ਮਿਨਿਸਟਰ ਦਾ ਸੀਗਾ, ਉਹਨਾਂ ਦਾ ਦੌਰਾ ਜਿਹੜਾ ਵੀਰਵਾਰ ਰੱਦ ਹੁੰਦਾ ਹੈ, ਪਰ ਇਹ ਬਿਨਾਂ ਦੱਸੇ ਤੋਂ ਹੈਰਾਨ ਕਰ ਦਿੰਦੇ ਆ ਦੇਸ਼ ਨੂੰ। ਜਿਵੇਂ ਇਹਨਾਂ ਦੀ ਇੱਕ ਤਰ੍ਹਾਂ ਨਾਲ ਕਰੀਏ ਖਾਸੀਅਤ ਹੈ ਜਾਂ ਕਹਿ ਲਓ ਆਦਤ ਵੀ ਹੈ ਕਿ ਇਹ ਬੜੇ ਸਰਪ੍ਰਾਈਜ਼ ਤਗੜੇ ਦਿੰਦੇ ਆ ਨਾ, ਯਕਦਮ ਆਉਂਦੇ ਆ ਕਿ ਨੋਟਬੰਦੀ, ਇੱਕਦਮ ਮਤਲਬ ਪ੍ਰਗਟ ਹੁੰਦੇ ਆ ਜਿੱਦਾਂ ਕਿ ਚਲੋ ਵੀ ਲਾਕਡਾਊਨ। ਸੋ ਇਹ ਵੀ ਅੱਜ ਇੱਕ ਤਰ੍ਹਾਂ ਨਾਲ ਇਹਨਾਂ ਨੇ ਦੇਸ਼ ਨੂੰ ਸ਼ੌਕ ਵੀ ਕਰ ਦਿੱਤਾ ਕਿ ਯਕਦਮ ਲੇਹ ਲਦਾਖ ਪਹੁੰਚ ਕੇ, ਯਕਦਮ ਟੈਲੀਵਿਜ਼ਨ ਚੈਨਲ ਸਾਰੇ ਪ੍ਰੋਗਰਾਮ ਛੱਡ ਕੇ ਇਸ ਪ੍ਰੋਗਰਾਮ ਨੂੰ ਲਾਈਵ ਕਰਨ ਲੱਗੇ ਔਰ ਕਹਿਣ ਲੱਗੇ ਕਿ ਬਾਰਡਰ ਤੇ ਪੁੱਜ ਗਏ ਪ੍ਰਧਾਨ ਮੰਤਰੀ। ਹੁਣ ਪ੍ਰਧਾਨ ਮੰਤਰੀ ਦੇਖੋ ਇਸ ਦੇਸ਼ ਦੇ ਸਭ ਤੋਂ ਵੱਡੇ ਜਿੱਦਾਂ ਕਹਿ ਲਈਏ ਅਧਿਕਾਰੀ ਆ, ਤਾਂ ਡਿਫੈਂਸ ਮਿਨਿਸਟਰ ਦੀ ਥਾਂ ਤੇ ਜਾਣਾ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਇੱਕ ਤਰ੍ਹਾਂ ਨਾਲ ਕਹਿ ਲਈਏ ਜਾਂ ਤਾਂ ਕੋਈ ਮੂਵ ਹੈ ਤੇ ਜਾਂ ਫਿਰ ਬਹੁਤ ਵੱਡਾ ਮੈਂ ਕਹੂੰਗਾ ਕਿ ਇਹ ਹੌਲਾਪਨ ਆ। ਦੋ ਹੀ ਚੀਜ਼ਾਂ ਹੋ ਸਕਦੀਆਂ ਕਿ ਕੋਈ ਇਹਦੇ ਪਿੱਛੇ ਰਣਨੀਤੀ ਵੀ ਹੋ ਸਕਦੀ ਹੈ, ਜਾਂ ਕਹੀਏ ਕਿ ਫਿਰ ਜੇ ਇਸ ਮਾਮਲੇ ਨੂੰ ਇੱਕ ਤਰਫ ਤੁਸੀਂ ਗੱਲਬਾਤ ਰਾਹੀਂ ਲਿਜਾਣਾ ਚਾਹੁੰਦੇ ਹੋ ਔਰ ਦੂਸਰੀ ਤਰਫ ਤੁਸੀਂ ਇਸ ਤਰ੍ਹਾਂ ਦੀਆਂ ਜਾ ਕੇ ਫਿਰ ਬਾਰਡਰ ਤੇ ਗੱਲਾਂ ਕਰੋਗੇ, ਪਰ ਬਾਰਡਰ ਤੇ ਵੀ ਨਹੀਂ ਹੈ। ਇਹ ਮੀਡੀਆ ਨੇ ਪ੍ਰਚਾਰ ਕੀਤਾ ਵਾ ਕਿ ਬਾਰਡਰ ਤੇ ਗਏ ਆ। ਦਰਅਸਲ ਇਹ ਨੀਮੂ ਜਿਹੜਾ ਕਿ ਜਿੱਦਾਂ ਕਹਿ ਲਓ ਉੱਥੋਂ ਗਲਵਾਨ ਘਾਟੀ ਹੈ, ਜਿਹਨੂੰ ਆਪਾਂ ਕਹਿ ਲਈਏ ਇਸ ਵੇਲੇ ਕੇਂਦਰ ਬਿੰਦੂ ਜੋ ਬਣਿਆ ਹੋਇਆ, ਤਾਂ ਉੱਥੋਂ ਤਕਰੀਬਨ 200-250 ਕਿਲੋਮੀਟਰ ਉਰੇ ਆ। ਪਰ ਮੀਡੀਆ ਇਸ ਤਰ੍ਹਾਂ ਪ੍ਰਚਾਰ ਰਿਹਾ ਸੀਗਾ ਜਿਸ ਤਰ੍ਹਾਂ ਉਹ ਚਾਈਨਾ ਦੇ ਤੰਬੂ ਦੇ ਬਾਹਰ ਖਲੋਤੇ ਹੋਣ, ਪੋਸਟ ਦੇ ਬਾਹਰ, ਵੀ ਆਜੋ ਬਾਹਰ ਨਿਕਲੋ ਮੈਂ ਆ ਗਿਆ। ਸੋ ਇਸ ਤਰ੍ਹਾਂ ਮੀਡੀਆ ਨੇ ਪ੍ਰਚਾਰ ਕੀਤਾ। ਇੱਕ ਤਰ੍ਹਾਂ ਨਾਲ ਉਹ ਵੀ ਇਹ ਵੀ ਈਵੈਂਟ ਮੈਨੇਜਮੈਂਟ ਜਿਹਨੂੰ ਕਹੀ ਜਾਂਦਾ। ਔਰ ਇਸ ਚੀਜ਼ ਨੂੰ ਲੈ ਕੇ ਕਾਂਗਰਸ ਨੇ ਵੀ ਸਵਾਲ ਚੁੱਕੇ, ਰਾਹੁਲ ਗਾਂਧੀ ਨੇ ਵੀ। ਦੇਖੋ ਰਾਹੁਲ ਗਾਂਧੀ ਨੂੰ ਟ੍ਰੋਲ ਕੀਤਾ ਜਾ ਰਿਹਾ, ਵੱਖੋ ਵੱਖਰੇ ਉਹਨੂੰ ਸਵਾਲ ਕੀਤੇ ਜਾਂਦੇ, ਹੁਣੇ ਵੀ ਚਾਹੀਦੇ ਆ ਰਾਜਨੀਤੀ 'ਚ ਇਸ ਤਰ੍ਹਾਂ ਦੇ ਸਵਾਲ ਜਵਾਬ ਚੱਲਦੇ ਰਹਿੰਦੇ ਆ। ਤਾਂ ਰਾਹੁਲ ਗਾਂਧੀ ਇਸ ਵੇਲੇ ਭਿੜ ਰਹੇ ਆ, ਇਹ ਇੱਕ ਵੇਖਣ ਵਾਲੀ ਗੱਲ ਆ। ਉਹਨਾਂ ਨੇ ਤੁਰੰਤ ਸਵਾਲ ਦਾ ਕੇ ਕਹਿੰਦੇ ਕਿ ਸੱਚਾ ਕੌਣ ਆ, ਕਿਉਂਕਿ ਜਿਹੜੇ ਲੇਹ ਲਦਾਖ ਦੇ ਲੋਕ ਉਹਨਾਂ ਨੇ ਵੀਡੀਓ ਸ਼ੇਅਰ ਕੀਤਾ, ਤੁਸੀਂ ਜਾ ਕੇ ਟਵਿੱਟਰ ਹੈਂਡਲ ਤੇ ਜਾ ਕੇ ਦੇਖ ਸਕਦੇ ਹੋ ਉਹਨਾਂ ਦੇ। ਤਾਂ ਉੱਥੋਂ ਦੇ ਲੋਕ ਜਿਹੜੇ ਆ ਉਹ ਤੇ ਸਿੱਧੇ ਸ਼ਰੇਆਮ ਕਹਿ ਰਹੇ ਆ ਕਿ ਭਾਈ ਚੀਨੀ ਜਿਹੜੇ ਆ ਉਹ ਨਾ ਆ ਕੇ ਉਹਨਾਂ ਦਾ ਕਬਜ਼ਾ ਹੋਇਆ ਪਿਆ। ਔਰ ਇੱਕ ਉੱਥੇ ਦਾ ਲਦਾਖੀ ਹੈ ਜਿਹੜਾ, ਉਹ ਇਹ ਕਹਿ ਰਿਹਾ ਵਾ ਕਿ ਸਾਡੀ ਫੌਜ ਜਿਹੜੀ ਆ ਉਹ ਕਈ ਵਾਰ ਸਾਨੂੰ ਵੀ ਇੱਥੋਂ ਧੱਕ ਦਿੰਦੀ ਆਪਣੇ ਏਰੀਏ 'ਚ ਹੀ ਭੱਜੋ। ਔਰ ਦੂਜੀ ਗੱਲ ਇਹ ਆ ਕਿ ਇੱਕ ਨੇ ਇਹ ਗੱਲ ਆਖੀ ਕਿ ਸਾਡੇ 2 ਘੋੜੇ ਕੁਝ ਸਮੇਂ ਪਹਿਲਾਂ ਵੀ ਜਦੋਂ ਚਲਾਉਂਦੇ ਪਏ ਤਾਂ ਚੀਨੀ ਖੋਹ ਕੇ ਲੈ ਗਏ। ਅਸੀਂ ਫੌਜ ਨੂੰ ਦੱਸਿਆ ਕਿ ਆਪਣੇ ਏਰੀਏ ਦੇ ਵਿੱਚ ਆ ਕੇ ਸਾਡੇ ਘੋੜੇ ਲੈ ਗਏ ਆ, ਪਰ ਉਹਨਾਂ ਨੇ ਗੱਲ ਹੀ ਨਹੀਂ ਸਾਡੀ ਸੁਣੀ, ਗੱਲ ਹੀ ਨਹੀਂ ਤੋਰੀ। ਔਰ ਇਹਨਾਂ ਦੇ ਆਪਣੇ ਬੰਦੇ ਵੀ ਵੀਡੀਓ ਪਾ ਚੁੱਕੇ ਉੱਥੋਂ, ਮਤਲਬ ਭਾਰਤੀ ਜਨਤਾ ਪਾਰਟੀ ਵਾਲੇ। ਸੋ ਇਹ ਚੀਜ਼ ਜਿਹੜੀ ਆ ਉਹ ਦੇਖੋ ਕਿਤੇ ਨਾ ਕਿਤੇ ਸਵਾਲਾਂ ਦੇ ਘੇਰੇ 'ਚ ਤਾਂ ਹੁੰਦੀ ਆ ਕਿ ਦੇਖੋ ਗੱਲ ਤੁਸੀਂ ਇੱਕ ਪਾਸੇ ਕਰ ਰਹੇ ਹੋ, ਦੂਸਰੇ ਪਾਸੇ ਤੁਸੀਂ ਇਸ ਤਰ੍ਹਾਂ ਦੀ ਬੜਕਬਾਜ਼ੀ ਵੀ ਕਰੀ ਜਾ ਰਹੇ ਹੋ। ਜੇ ਗੱਲ ਕਰਨੀ ਹੈ ਤਾਂ ਫਿਰ ਸ਼ੀ ਜਿਨਪਿੰਗ ਨਾਲ ਅੱਗੇ ਤੁਸੀਂ ਝੂਲਾ ਝੂਲਿਆ ਵਾ, ਸਿੱਧੀ ਗੱਲ ਕਿਉਂ ਨਹੀਂ ਕਰਦੇ, ਕਿਉਂ ਨਹੀਂ ਨਿਬੇੜਦੇ? ਔਰ ਦੇਸ਼ ਨੂੰ ਸੱਚੀ ਗੱਲ ਕਿਉਂ ਨਹੀਂ ਦੱਸਦੇ? ਜਦੋਂ ਤੁਸੀਂ ਦੱਸਦੇ ਹੋ ਉਦੋਂ ਵਿਵਾਦ ਹੋ ਜਾਂਦਾ। ਤੁਸੀਂ ਕਹਿੰਦੇ ਹੋ ਕਿ 1 ਇੰਚ ਵੀ ਜ਼ਮੀਨ ਜਿਹੜੀ ਕਿਸੇ ਦੇ ਕਬਜ਼ੇ ਹੇਠ ਨਹੀਂ ਹੈ, ਕੋਈ 1 ਇੰਚ ਵੀ ਇੱਧਰ ਆਇਆ ਨਹੀਂ ਹੈ, ਜਦਕਿ ਤੁਹਾਡੇ ਜਿਹੜੇ ਅੰਬੈਸਡਰ ਹੈ ਚਾਈਨਾ 'ਚ ਉਹ ਵੀ ਮੰਨੀ ਜਾਂਦੇ ਆ, ਤੁਹਾਡੇ ਡਿਫੈਂਸ ਮਿਨਿਸਟਰ ਵੀ ਮੰਨੀ ਜਾਂਦੇ ਆ, ਤੁਹਾਡੇ ਫੋਰਨ ਮਿਨਿਸਟਰ ਵੀ ਮੰਨੀ ਜਾਂਦੇ, ਤੁਹਾਡਾ ਮੀਡੀਆ ਵੀ ਮੰਨੀ ਜਾਂਦਾ। ਯਕੀਨ ਕਿਹਦੇ ਤੇ ਕੀਤਾ ਜਾਵੇ? ਪਰ ਸ਼ਾਇਦ ਨਰਿੰਦਰ ਮੋਦੀ ਦਾ ਇਹ ਮੂਵ ਇਸ ਕਰਕੇ ਵੀ
मैं समझदा कि महत्ता रखदा, क्योंकि अज ही खबरां चलियां ने, वैसे तो एक दो दिन तो चर्चा चलती पई सी, जी। खबरां चलियां ने कि पाकिस्तान ने भी दूसरे पासे जो है ना गिलिस्तान वगैरह जी जगह है, बाल्टिस्तान जिन्होंने कह देंगे, गिलगित बाल्टिस्तान, सॉरी मैं गलत बोल गया थी, कि उस पासों अपनी वाहवा नफरी जी उत्थे जाके जोड़ दी है। ਹੁਣ ਕੁਛ ਤੇ 10,000 ਦੀ ਰਿਪੋर्ट करते हैं, कुछ ਤੇ 20,000 तक की रिपोर्ट करते हैं कि पाकिस्तानी फौज इधर आ गई है, ताकि इन्हों दोए पासे को घेरा पाया जा सके। या तो हो सकता कि मोदी साहब ने सोचा हो कि भाई असं डर रहीए कि अं नहीं डरते किसी तो, या फिर उन्होंने उही चीज़ की कि उन्होंने एक दबाव बन रहा है अंदरूनी तौर पर, पूरे मुल्क के विचों दबाव बन रहा थी, तो उस दबाव को उन्होंने किते न किते बदलने वास्ते फिर ये इवेंट मैनेजमेंट कर दी, जिहदे लई प्रसिद्ध ने। जी जी जी। अगली ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ, ਕਹਿੰਦੇ ਪੁਲਿਸ ਤੇ ਪੁਲਿਸ ਦੇ ਉੱਤੇ ਬਦਮਾਸ਼ਾਂ ਦਾ ਹਮਲਾ, ਡੀਜੀਪੀ ਸਣੇ 8 ਪੁਲਿਸ ਵਾਲੇ ਮਰੇ, ਡੀਐਸਪੀ ਸੌਰੀ ਜੀ। हाँ जी हाँ जी, डीएसपी, हाँ जी, ये बहुत तकड़ी मैं कहूँगा कि जिद्दां कहिए कि बदमाशां भी अंजाम दी घटना, कोई छोटी घटना नहीं ਆਪਾਂ जे कहिए कि 8 पुलिस वाले घेर के मारदे ने। और ये पिंड आ कानपुर के लागे एक पिंड आ विक्रम शहर पिंड का नाम आ, तो उत्थे पुलिस एक नामी बदमाश नूं, छटे हुए बदमाश नूं फड़न गई सीगी, तो ਉਹਦੇ ਜਿਹੜੇ ਨਾਲ ਦੇ ਸੀਗੇ ਜਾਂ ਉਹ ਵੀ ਹੋ ਸਕਦਾ ਵਿੱਚ ਸ਼ਾਮਲ ਹੋਵੇ, ਕਿਉਂਕਿ ਰਿਪੋਰਟਾਂ ਆ ਰਹੀਆਂ ਨੇ, ਲਗਾਤਾਰ ਰਿਪੋਰਟਿੰਗ ਹੋ ਰਹੀ ਹੈ ਸਵੇਰ ਤੋਂ ਲੈ ਕੇ ਹੁਣ ਤੱਕ ਇਹਦੇ ਵਿੱਚ, ਤਾਂ ਦੱਸਦੇ ਕਿ ਕ੍ਰੇਨ ਲਾ ਕੇ ਅੱਗੇ ਪਹਿਲਾਂ ਨੱਕਾ ਰੋਕਿਆ ਗਿਆ ਪੁਲਿਸ ਦਾ, ਔਰ ਫਿਰ ਬਹੁਤ ਬੁਰੀ ਤਰ੍ਹਾਂ ਜਿਹਨੂੰ ਆਪਾਂ ਕਹਿੰਦੇ ਨਾ ਬਰੂਟਲੀ ਉਹਨਾਂ ਨੂੰ ਕੁੱਟਿਆ ਮਾਰਿਆ ਗਿਆ, ਖਿੱਚ ਕੇ ਤੂੰ ਤੇ ਬਹੁਤ ਬੁਰੀ ਤਰ੍ਹਾਂ। ਗੋਲੀਆਂ ਤਾਂ ਮਾਰੀਆਂ ਹੀ ਗਈਆਂ, ਗੋਲੀਬਾਜ਼ੀ ਤੇ ਹੋਈ ਆ, ਗੋਲੀਬਾਰੀ ਤੇ ਹੋਈ ਆ। ਨਾਲ ਦੱਸਦੇ ਕਿ ਇੱਕ ਦੋ ਇਸ ਤਰ੍ਹਾਂ ਦੇ ਪੁਲਿਸ ਅਧਿਕਾਰੀ ਸੀਗੇ ਜਿਨ੍ਹਾਂ ਨੂੰ ਧੂਕੇ ਖੜਿਆ ਗਿਆ, ਸਾਈਡ ਤੇ ਜਾ ਕੇ ਉਹਨਾਂ ਨੂੰ ਮਾਰਿਆ ਗਿਆ। 8 ਮਾਰੇ ਗਏ, ਜਿਨ੍ਹਾਂ ਦੇ ਵਿੱਚ 2 ਵੱਡੇ ਅਫਸਰ ਆ, ਤੀਸਰਾ ਸਟੇਸ਼ਨ ਇੰਚਾਰਜ ਹੈ ਇਹਨਾਂ ਦਾ। ਬਾਕੀ ਜਿਹੜੇ 7 ਉਹ ਜ਼ਖਮੀ ਵੀ ਆ, ਇਹ ਵੇਖਣ ਵਾਲੀ ਗੱਲ ਆ, 7 ਜ਼ਖਮੀ ਵੀ ਆ। ਤਾਂ ਇਹ ਵਿਕਾਸ ਦੁਬੇ ਨਾਂ ਦਾ ਕੋਈ ਬਦਮਾਸ਼ ਸੀਗਾ, ਉਹਨੂੰ ਫੜਨ ਗਏ, ਉਹਦੇ ਤੇ 60 ਮੁਕੱਦਮੇ ਚੱਲਦੇ ਆ। ਔਰ ਕਮਾਲ ਦੀ ਗੱਲ ਹੈ, ਮੈਂ ਉਹਦੀ ਹਿਸਟਰੀ ਜਦੋਂ ਦੇਖੀ ਮੈਂ ਆਪ ਦੰਗ ਰਹਿ ਗਿਆ। ਉਹ ਬੰਦਾ ਐਸਾ ਬੰਦਾ ਵਾ ਕਿ ਕੋਤਵਾਲੀ 'ਚ ਵੜ ਕੇ ਉਹਨੇ ਕਤਲ ਕੀਤਾ, ਅੱਜ ਤੋਂ ਲਾ ਲਓ ਕਿ 20 ਸਾਲ ਪਹਿਲਾਂ, ਔਰ ਬਰੀ ਹੋ ਗਿਆ ਉਹਦੇ 'ਚ, ਕਿਉਂਕਿ ਕਿਸੇ ਨੇ ਗਵਾਹੀ ਨਹੀਂ ਦਿੱਤੀ। ਸਾਰੇ ਕਹਿੰਦੇ ਦੇਖੋ ਬੰਦਾ ਥਾਣੇ 'ਚ ਮਾਰਿਆ ਹੋਵੇ ਤੇ ਕੋਈ ਗਵਾਹੀ ਨਾ ਦੇਵੇ, ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਤੁਸੀਂ ਧਾਕ ਕਿੰਨੀ ਹੋ। ਫਿਰ ਉਸ ਤੋਂ ਬਾਅਦ ਉਹਨੇ ਮੇਰੇ ਖਿਆਲ ਨਾਲ ਇੱਕ ਭਾਰਤੀ ਜਨਤਾ ਪਾਰਟੀ ਵਾਲੇ ਦਾ ਵੀ ਕਤਲ ਕੀਤਾ। ਉਸ ਤੋਂ ਬਾਅਦ ਉਹ ਬੰਦਾ ਇੰਨਾ ਪਾਵਰਫੁਲ ਹੋਇਆ, ਮਾਇਆਵਤੀ ਦੀ ਸਰਕਾਰ ਬਣੀ, ਮਾਇਆਵਤੀ ਦੀ ਸਰਕਾਰ ਦੇ ਵਿੱਚ ਆ ਗਿਆ, ਔਰ ਉਸ ਸਮੇਂ ਕਹਿੰਦੇ ਆਈਜੀ ਨੇ ਸਟੇਜ ਤੇ ਸੱਦ ਕੇ ਉਹਦੀ ਜਿਹੜੀ ਹਿਸਟਰੀ ਸ਼ੀਟ ਸੀਗੀ ਪਾੜ ਦਿੱਤੀ। ਇੱਕ ਹਿਸਟਰੀ ਸ਼ੀਟਰ ਦੀ ਸਟੇਜ ਤੇ ਕਹਿੰਦਾ ਕਿ ਹੁਣ ਇਹਦੀ ਨਿਗਰਾਨੀ ਦੀ ਕੋਈ ਜ਼ਰੂਰਤ ਨਹੀਂ, ਕਿਉਂਕਿ ਸਰਕਾਰੀ ਜੀ ਹੋ ਗਿਆ। ਉਸ ਤੋਂ ਬਾਅਦ ਇਹਨਾਂ ਦੀ ਸਰਕਾਰ ਆਈ, ਯਾਦਵਾਂ ਦੀ, ਯਾਦਵਾਂ ਬੰਦ ਹੋ ਗਿਆ। ਇਹਨਾਂ ਨੇ ਤੇ ਪੰਚਾਇਤੀ ਚੋਣਾਂ 'ਚ ਉਹਨੂੰ ਇਲੈਕਸ਼ਨ ਲੜਾਇਆ, ਔਰ ਉਸ ਤੋਂ ਬਾਅਦ ਭਾਜਪਾ ਨੇ ਥੋੜੇ ਉੱਤੇ ਆਏ ਤੇ ਭਾਜਪਾ ਵਾਲਿਆਂ ਦਾ ਵੀ ਹੋ ਗਿਆ ਨੇੜੂ। ਇਹ ਹੁਣ ਦੋਸ਼ ਲੱਗਦੇ ਪਏ ਕਿ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਵੀ ਉਹਨੂੰ ਕਲਾ ਵਿੱਚ ਲਿਆ ਸੀ, ਜਦ ਕਿ ਆਪਣੇ ਹੀ ਸਾਥੀ ਦੇ ਕਤਲ ਦਾ ਆਪਣੀ ਸਰਕਾਰ ਦੇ ਵਿੱਚ ਨਿਆਂ ਨਹੀਂ ਕਰਵਾ ਸਕੇ। ਤਾਂ ਦੇਖ ਲਓ ਹੁਣ ਜਿਹੜਾ ਬੰਦਾ ਇੰਨਾ ਭੋਇਆ ਚੜਾਇਆ ਸੀਗਾ, ਉਹ ਕਿਹਨੂੰ ਆ ਕੇ ਪੈ ਗਿਆ? ਉਸੇ ਹੀ ਯੋਗੀ ਨੂੰ ਜਿਹੜਾ ਕਹਿੰਦਾ ਹੈ ਕਿ ਇੱਥੇ ਬਦਮਾਸ਼ ਮੈਂ ਰਹਿਣ ਹੀ ਨਹੀਂ ਦੇਣਾ, ਜਾਂ ਤਾਂ ਹਸਪਤਾਲ 'ਚ ਹੋਊਗਾ ਜਾਂ ਜੇਲ੍ਹ 'ਚ, ਤੇ ਜਾਂ ਫਿਰ ਉਤਲੇ ਦਰਬਾਰ 'ਚ ਹੀ ਪਹੁੰਚੂਗਾ। ਤਾਂ ਉਹਨੇ ਸਿੱਧਾ ਚੈਲੰਜ ਕਰ ਦਿੱਤਾ। ਬਹਰਹਾਲ ਬਹੁਤ ਵੱਡੀ ਖਬਰ ਆ, ਦੇਖੀਏ ਤਾਂ ਬਹੁਤ ਹੀ ਮੁੰਦਰ ਨਾਲ ਹੀ ਆ ਕਿ 8 ਪੁਲਿਸ ਵਾਲੇ ਜਿਹੜੇ ਆ ਉਹ ਇੱਕੋ ਝਟਕੇ 'ਚ ਇੱਕ ਬਦਮਾਸ਼ ਨੇ ਖਤਮ ਕਰ ਦਿੱਤੇ, ਔਰ ਹੁਣ ਤੱਕ ਖਬਰ ਇਹ ਆ ਕਿ ਉਹਦੀ ਗ੍ਰਿਫਤਾਰੀ ਨਹੀਂ ਹੋ ਸਕੀ। ਸੋ ਇਹ ਰਿਪੋਰਟਾਂ ਆ ਰਹੀਆਂ ਨੇ ਕਿ ਬਹੁਤ ਵੱਡੇ ਪੱਧਰ ਤੇ ਉਹਦੀ ਤਲਾਸ਼ ਕੀਤੀ ਜਾ ਰਹੀ ਹੈ। ਪਰ ਵਿਕਾਸ ਦੁਬੇ ਨਾਂ ਦਾ ਇਹ ਅਪਰਾਧੀ ਜਿਹੜਾ ਕਿ ਸਿਆਸਤੀ ਛਤਰੀ ਦੇ ਹੇਠੋਂ ਹੁਣ ਤੱਕ ਪਲਿਆ ਅਪਰਾਧ ਕੀਤਾ, ਇੱਥੋਂ ਤੱਕ ਕਿ ਗੈਂਗਰੀਨ ਹੋ ਗਿਆ। ਮੈਂ ਇੱਕ ਮੀਡੀਆ ਆਊਟਲੈਟ ਦੀ ਰਿਪੋਰਟ ਪੜ੍ਹਦਾ ਪਿਆ ਸੀ ਕਿ ਉਹਦੇ ਪੈਰ ਤੇ ਗੈਂਗਰੀਨ ਹੋ ਗਿਆ, ਪਰ ਬਾਵਜੂਦ ਇਸਦੇ ਉਹਦੀ ਜੁਰਮ ਕਰਨ ਵਾਲੀ ਰਫਤਾਰ ਜਿਹੜੀ ਉਹ ਥੰਮੀ ਨਹੀਂ ਗਈ, ਠੱਲੀ ਨਹੀਂ ਗਈ। ਤਾਂ ਇਹ ਯੂਪੀ ਦਾ ਯੋਗੀ ਰਾਜ ਆ, ਜਿਹਨੂੰ ਕਹਿੰਦੇ ਸੀ ਕਿ ਰਾਮ ਰਾਜ ਆਏਗਾ। ਤਾਂ ਇਹਦੇ ਵਿੱਚ ਵੇਖ ਲਓ ਕਿੰਨੀਆਂ ਵੱਡੀਆਂ ਵੱਡੀਆਂ ਘਟਨਾਵਾਂ ਵਾਪਰ ਚੁੱਕੀਆਂ। ਤਾਂ ਇਹਦੇ ਵਿੱਚ ਹੁਣ ਯੋਗੀ ਕੋਲ ਕਹਿਣ ਨੂੰ ਕੁਛ ਨਹੀਂ ਹੈ, ਬਸ ਉਹਨੇ ਉਹੀ ਗੱਲ ਕਰਨੀ ਆ ਕਿ ਬਸ ਅਸੀਂ ਕਰੜੇ ਹੱਥੀਂ ਲਵਾਂਗੇ, ਅਸੀਂ ਭਰਸਕ ਨਿੰਦਿਆ ਕਰਦੇ ਹਾਂ, ਟਰੱਕ ਭਰ ਕੇ ਨਿੰਦਿਆ ਕਰ ਦੇਣਗੇ। ਪਰ ਬਹੁਤ ਸਾਰੇ ਘਰ ਜਿਹੜੇ ਆ ਉਹ ਇੱਕ ਅਪਰਾਧੀ ਨੇ ਇੱਕੋ ਵੇਲੇ 'ਚ ਇੱਕੋ ਝਟਕੇ 'ਚ ਉਜਾੜ ਕੇ ਰੱਖ ਦਿੱਤੇ ਆ। ਪਰ ਸਭ ਤੋਂ ਵੱਡਾ ਪ੍ਰਸ਼ਨ ਹੈ ਜਿਹੜਾ ਉਹ ਇਹ ਵੀ ਉੱਠੇਗਾ
ਕਿ ਉਹਨੂੰ ਪਹਿਲਾਂ ਪਤਾ ਕਿਵੇਂ ਲੱਗ ਗਿਆ ਕਿ ਪੁਲਿਸ ਜਿਹੜੀ ਆ ਰਾਤ ਮੈਨੂੰ ਫੜਨ ਆ ਰਹੀ ਹੈ। ਇਹਦਾ ਮਤਲਬ ਇਹ ਹੈ ਕਿ ਉਹਨੂੰ ਇਨਫੋਰਮੇਸ਼ਨ ਹੋ ਸਕਦਾ ਕਿ ਥਾਣੇ ਦੇ ਵਿੱਚ ਵੀ ਕਿਸੇ ਨੇ ਦੇ ਦਿੱਤੀ ਹੋਵੇ। ਬਿਲਕੁਲ ਬਿਲਕੁਲ ਜੀ। ਅਗਲੀ ਮਿੰਟੂ ਜੀ ਗੱਲ ਕਰਦੇ ਹਾਂ, ਸੁਖਦੇਵ ਸਿੰਘ ਭੌਰ ਹੁਣਾਂ ਨੇ ਚੁੱਕੇ ਨੇ ਹੋਰ ਪਰਦੇ, ਮਾਮਲਾ ਜਿਹੜਾ ਪਾਵਨ ਸਰੂਪ ਜਿਹੜੇ ਆ ਉਹਨਾਂ ਦੇ ਗਾਇਬ ਹੋਣ ਦਾ ਹੈ। ਦੇਖੋ, ਸੁਖਦੇਵ ਸਿੰਘ ਭੌਰ ਹੋਰਾਂ ਨੇ ਸਪੋਕਸਮੈਨ ਅਖਬਾਰ ਨੂੰ ਇੱਕ ਸਟੇਟਮੈਂਟ ਦਿੱਤੀ। ਉਹਨਾਂ ਦੀ ਸਟੇਟਮੈਂਟ ਅੱਜ ਛਪੀ ਹੋਈ ਆ, ਤੁਸੀਂ ਪੜ੍ਹ ਸਕਦੇ ਹੋ ਸਪੋਕਸਮੈਨ ਅਖਬਾਰ ਦੇ ਵਿੱਚ। ਤਾਂ ਉਹ ਹੈਰਾਨ ਕਰਦੀ ਹੈ ਸਟੇਟਮੈਂਟ। ਵੈਸੇ ਉਹਨਾਂ ਨੇ ਇੱਕ ਚੀਜ਼ ਸਾਫ਼ ਕੀਤੀ, ਕਿਉਂਕਿ ਜਿਸ ਵੇਲੇ ਗੁਰਦੁਆਰਾ ਰਾਮਸਰ ਸਾਹਿਬ ਦੇ ਵਿੱਚ ਅਗਨੀਕਾਂਡ ਵਾਪਰਿਆ ਸੀਗਾ, ਜਿਹਦਾ ਜ਼ਿਕਰ ਹੋਇਆ ਬਹੁਤ ਵਾਰੀ, ਤਾਂ ਉਸ ਵੇਲੇ ਇਹ ਅੰਤਰਿੰਗ ਕਮੇਟੀ ਦੇ ਮੈਂਬਰ ਸਨ ਤੇ ਕਹਿੰਦੇ ਆ ਕਿ ਮੈਂ ਮੌਕੇ ਤੇ ਪਹੁੰਚਿਆ ਸਨ। ਔਰ ਜਿਹੜਾ ਕਰਮਚਾਰੀ ਵਿਚਾਰਾ ਰੋਹ ਪਿੱਟ ਵੀ ਰਿਹਾ, ਕਈ ਚੈਨਲਾਂ ਤੇ ਉਹਦਾ ਬਹੁਤ ਬੁਰਾ ਹਾਲ ਹੋਇਆ। ਤਾਂ ਕਹਿੰਦਾ ਕਿ ਮੈਂ ਤੇ ਲੋਕਾਂ ਨੂੰ ਰਿਟਾਇਰ ਹੋਣ ਦੀ ਖੁਸ਼ੀ ਹੁੰਦੀ ਆ, ਮੈਂ ਰਿਟਾਇਰਮੈਂਟ ਤੋਂ ਬਾਅਦ ਜਿਸ ਦੌਰ ਚੋਂ ਲੰਘ ਰਿਹਾ ਮੈਂ ਹੀ ਜਾਣਦਾ ਜਾਂ ਮੇਰਾ ਪਰਮਾਤਮਾ ਜਾਣਦਾ ਵਾ। ਤਾਂ ਭੌਰ ਸਾਹਿਬ ਕਹਿੰਦੇ ਕਿ ਹਾਂ ਮੈਂ ਬਿਲਕੁਲ ਗਿਆ ਸਾਂ, ਔਰ ਉੱਥੇ ਇੰਨੇ ਸਰੂਪ ਜ਼ਿਆਦਾ ਨੁਕਸਾਨੇ ਨਹੀਂ ਗਏ, ਮਤਲਬ ਉਹਨਾਂ ਦੀ ਗਿਣਤੀ ਜਿਹੜੀ ਆ ਉਹ ਇੰਨੀ ਨਹੀਂ ਹੈ। ਪਰ ਉਹਨਾਂ ਨੇ ਕਿਹਾ ਕਿ ਇਹ ਸਰੂਪ ਵੱਡੀ ਗਿਣਤੀ 'ਚ ਗਾਇਬ ਜ਼ਰੂਰ ਹੋਇਆ। ਔਰ ਉਹਨਾਂ ਨੇ ਇੱਕ ਘਟਨਾ ਦਾ ਵੀ ਜ਼ਿਕਰ ਕੀਤਾ। ਉਹ ਕਹਿੰਦੇ ਆ ਕਿ ਦੇਖੋ, ਜਦੋਂ ਵੀ ਕਿਸੇ ਸਥਾਨ ਤੇ ਇਸ ਤਰ੍ਹਾਂ ਪ੍ਰਕਾਸ਼ ਕਰਨੇ ਹੁੰਦੇ ਆ ਪਾਵਨ ਸਰੂਪ, ਤਾਂ ਪਹਿਲਾਂ SGPC ਮੈਂਬਰ ਤੋਂ ਇੱਕ ਰਿਪੋਰਟ ਜਾਂਦੀ ਹੈ ਕਿ ਭਾਈ ਤੂੰ ਦੇਖ ਤੇਰੇ ਇਲਾਕੇ ਦੇ ਵਿੱਚ ਉਸ ਜਗ੍ਹਾ ਤੇ ਜੋ ਰਹਿਤ ਮਰਿਆਦਾ ਹੈ ਉਹਦਾ ਪਾਲਣ ਹੁੰਦਾ ਹੈ ਕਿ ਨਹੀਂ ਪ੍ਰੋਪਰਲੀ। ਔਰ ਕਹਿੰਦਾ ਕਿ ਜਦ ਉਹ ਚੀਜ਼ ਜਿਹੜੀ ਮੇਰੇ ਜਿੰਮੇ ਆਈ, ਨਵੇਂ ਸ਼ਹਿਰ ਦੀ ਗੱਲ ਆ, ਤੇ ਮੈਂ ਉੱਥੇ ਪਤਾ ਕੀਤਾ, ਕੁਛ ਜਿਹੜੇ ਗ੍ਰੰਥੀ ਸਿੰਘ ਹੁੰਦੇ ਆ ਉਹਨਾਂ ਨੇ ਵੀ ਆਪਣੇ ਸੋਰਸਸ ਦੇ ਜ਼ਰੀਏ ਜਾਂ ਆਪਣੀ ਰਿਪੋਰਟ ਦੇ ਜ਼ਰੀਏ ਇਹੋ ਹੀ ਕਿਹਾ ਕਿ ਭਾਈ ਉਸ ਸਥਾਨ ਤੇ ਪਾਵਨ ਸਰੂਪ ਜਿਹੜੇ ਉਹ ਨਹੀਂ ਜਾਣੇ ਚਾਹੀਦੇ, ਕਿਉਂਕਿ ਉਹ ਮਰਿਆਦਾ ਦਾ ਪਾਲਣ ਨਹੀਂ ਕਰਦੇ। ਕਹਿੰਦੇ ਕਿ ਬਾਵਜੂਦ ਇਸ ਦੇ ਕਿ ਅਸੀਂ ਉਸ ਚੀਜ਼ ਦੇ ਉਲਟ ਸਾਂ, ਤਾਂ ਉਹ ਜਿਹੜੇ ਹੈਗੇ ਸੀਗੇ ਧਾਰਮਿਕ ਸਥਾਨ ਵਾਲੇ, ਉਹ ਸਿੱਧੇ, ਕਿਉਂਕਿ ਰਸੂਖਦਾਰੀ ਹੈਗੀ ਸੀਗੀ, ਮੱਕੜ ਸਾਹਿਬ ਤੱਕ ਪਹੁੰਚਦੇ ਆ। ਮੱਕੜ ਸਾਹਿਬ ਤਤਕਾਲੀ ਪ੍ਰਧਾਨ ਸੀਗੇ SGPC ਦੇ, ਤੇ ਉਹਨਾਂ ਦੇ ਜ਼ਰੀਏ ਉੱਥੋਂ ਸਰੂਪ ਲੈ ਆਉਂਦੇ ਆ। ਕਹਿੰਦੇ ਕਿ ਇਸ ਤਰ੍ਹਾਂ ਬਿਨਾਂ ਖਰਚੇ ਤੋਂ, ਬਿਨਾਂ ਇੰਦਰਾਜ ਤੋਂ ਬਹੁਤ ਸਾਰੇ ਪਾਵਨ ਸਰੂਪ ਜਿਹੜੇ ਆ ਉਹ ਨਿਕਲੇ ਤੇ ਉਸ ਤੋਂ ਬਾਅਦ ਵਾਪਸ ਨਹੀਂ ਆਏ। ਸੋ ਇਹਨਾਂ ਦਾ ਖੁਲਾਸਾ ਜਿਹੜਾ ਬਹੁਤ ਤਕੜਾ ਖੁਲਾਸਾ ਸਮਝਿਆ ਜਾ ਸਕਦਾ ਕਿ ਸਾਫ਼ ਕਰਦੇ ਪਏ ਆਹੀ ਗੱਲ ਜਿਹੜਾ ਪਬਲਿਕੇਸ਼ਨ ਵਿਭਾਗ ਦਾ ਕਰਮਚਾਰੀ ਰਿਟਾਇਰ ਹੋਇਆ ਜਿਹਨੇ ਖੁਲਾਸਾ ਕੀਤਾ, ਜਿਸ ਤੋਂ ਬਾਅਦ ਆਪਾਂ ਨੂੰ ਵੀ ਪਤਾ ਲੱਗਿਆ ਸਭ ਨੂੰ, ਆਹੀ ਗੱਲ ਉਹ ਕਹਿੰਦਾ ਕਿ ਬਹੁਤ ਸਾਰੇ ਸਰੂਪ ਜਿਹੜੇ ਉਹ ਬਾਹਰਲੇ ਰਾਜਾਂ ਤੱਕ ਜਾਂਦੇ ਗਏ। ਔਰ ਦੂਜੀ ਗੱਲ ਇਹ ਹੈ ਕਿ ਦੇਖੋ, ਹੁਣ ਆਮ ਹੀ ਆਪਾਂ ਦੇਖਦੇ ਹਾਂ ਬੇਅਦਬੀ ਦੀਆਂ ਘਟਨਾਵਾਂ ਵੀ ਵਾਪਰਦੀਆਂ। ਇੱਕ ਸੱਜਣ ਨੇ ਬਕਾਇਦਾ ਪਤਾ ਨਹੀਂ ਆਪਣੇ ਇੱਥੇ ਪੇਜ ਤੇ ਕੀਤੀ ਸੀ, ਉਸ ਤੋਂ ਬਾਅਦ ਫਿਰ ਉਹਨੇ ਮੈਨੂੰ ਪਰਸਨਲੀ ਮੈਸੇਜ ਵੀ ਭੇਜਿਆ। ਉਹ ਕਹਿੰਦਾ ਕਿ ਅਸੀਂ ਜਦੋਂ ਕੋਈ ਵੱਡੀ ਨਹਿਰ ਲੰਘਦੀ ਉਹਨਾਂ ਦੇ ਨੇੜਿਓਂ, ਕਿ ਅਸੀਂ ਜਦੋਂ ਉੱਥੇ ਗੇੜਾ ਮਾਰਨ ਗਏ ਤਾਂ ਮਤਲਬ ਇੱਕ ਪੋਥੀ ਜਿਹੜੀ ਧਾਰਮਿਕ ਪੋਥੀ ਜਿਹੜੀ ਆ ਉਹ ਨਹਿਰ ਦੇ ਵਿੱਚੋਂ ਮਿਲੀ। ਉਹਨੇ ਫੋਟੋ ਭੇਜ ਕੇ ਮੈਨੂੰ ਦਿਖਾਈ, ਕਹਿੰਦਾ ਕਿ ਆਹ ਸਾਨੂੰ ਪੋਥੀ ਮਿਲੀ ਹੈ। ਚਲੋ ਆਪਾਂ ਉਹਨੂੰ ਕਿਹਾ ਕਿ ਬਈ ਨਹਿਰ ਜੋ ਵੀ ਰਹਿਤ ਮਰਿਆਦਾ ਜਾਂ ਨੇੜ ਦਾ ਕੋਈ ਗੁਰਦੁਆਰਾ ਹੈ ਉੱਥੇ ਦੇ ਕੇ ਆਓ, ਸਨਮਾਨ ਹੈ ਬਾ ਅਦਬ ਉੱਥੇ ਪਹੁੰਚਾਉਣਾ ਚਾਹੀਦਾ ਤੁਹਾਨੂੰ। ਸੋ ਆਹ ਚੀਜ਼ ਜਿਹੜੀ ਹੈ ਨਾ, ਇਹ ਹੈਰਾਨ ਕਰਦੀ ਹੈ ਕਿ ਤੁਸੀਂ ਪਾਵਨ ਸਰੂਪ ਤੱਕ ਜਿਹੜੇ ਆ ਬਿਨਾਂ ਕੋਈ ਰਿਕਾਰਡ ਰੱਖਿਆ, ਬਿਨਾਂ ਕੋਈ ਤੁਸੀਂ ਉਸ ਚੀਜ਼ ਨੂੰ ਸੋਚਿਆ ਵਿਚਾਰਿਆਂ ਦੇ ਦਿੱਤੇ ਆ। ਇਹ ਬਹੁਤ ਵੱਡੀ ਭੁੱਲ ਆ, ਬਹੁਤ ਵੱਡੀ ਭੁੱਲ ਆ। ਹੁਣ ਉਹ ਪਾਵਨ ਸਰੂਪ ਪਤਾ ਨਹੀਂ ਕਿੱਥੇ ਹੋਣਗੇ। ਜੇ ਮਰਿਆਦਾ ਨਹੀਂ ਪਾਲੀ ਜਾਂਦੀ ਕਿਤੇ, ਤਾਂ ਵੀ ਤੇ ਬੇਅਦਬੀ ਆ ਨਾ। ਆਪਾਂ ਕਹਿੰਦੇ ਆ ਕਿ ਬੇਅਦਬੀ ਤੇ ਕਿਸੇ ਵੀ ਪ੍ਰਕਾਰ ਦੀ ਆ। ਜਿੱਥੇ ਮਰਿਆਦਾ ਦਾ ਪਾਲਣ ਨਹੀਂ ਹੁੰਦਾ ਉੱਥੇ ਵੀ ਤੇ ਇਹੀ ਸ਼ਬਦ ਇਸਤੇਮਾਲ ਕਰਦੇ ਆ। ਜ਼ਰੂਰੀ ਤਾਂ ਨਹੀਂ ਕਿ ਅੰਗ ਪਾੜੇ ਜਾਂਦੇ ਆ, ਗਲੀਆਂ 'ਚ ਖਿਲਾਰੇ ਜਾਂਦੇ ਤਾਂ ਉਹੀ ਬੇਅਦਬੀ ਆ। ਬੇਅਦਬੀ ਤਾਂ ਉਹ ਵੀ ਸਮਝੀ ਜਾਂਦੀ ਹੈ। ਸੋ ਇਹ ਚੀਜ਼ ਦਾ ਹੁਣ ਜਿਹੜਾ ਸਿੱਖ ਜਥੇਬੰਦੀਆਂ ਉਹਨਾਂ ਨੂੰ ਥੋੜਾ ਜਿਹਾ ਲੈਣਾ ਚਾਹੀਦਾ ਨੋਟਿਸ, ਇਹਨਾਂ ਤੇ ਦਬਾਅ ਪਾਉਣਾ ਚਾਹੀਦਾ ਕਿ ਹਾਂ ਭਾਈ ਤੁਸੀਂ ਪੜਤਾਲ ਆਪ ਹੀ ਕਰੋਗੇ। ਜਿਨ੍ਹਾਂ ਨੇ ਗੁਨਾਹ ਕੀਤਾ ਹੈ ਤਾਂ ਉਸ ਪੜਤਾਲ ਚੋਂ ਨਿਕਲੇਗਾ ਕੀ? ਉਸ ਪੜਤਾਲ ਚੋਂ ਕੀ ਨਿਕਲੇਗਾ? ਜ਼ੀਰੋ। ਤੁਸੀਂ ਆਪ ਹੀ ਗੁਨਹਗਾਰ ਹੋ ਕੇ ਆਪ ਆਪਣੇ ਤੇ ਪੜਤਾਲ ਕਿਵੇਂ ਲਾਗੂ ਕਰ ਸਕਦੇ ਹੋ? ਤਾਂ ਇਹਦੀ ਪੜਤਾਲ ਕੋਈ ਸਿੱਖ ਕੋਈ ਹੋਏਗਾ ਨਾ, ਹਾਈ ਕੋਰਟ ਦੇ ਵਿੱਚੋਂ, ਕੋਈ ਸੁਪਰੀਮ ਕੋਰਟ ਦੇ ਵਿੱਚੋਂ ਸਿੱਖ ਕੋਈ ਵੱਡਾ ਰਿਟਾਇਰ ਜੱਜ ਕੋਈ ਹੋਇਆ ਹੋਏਗਾ, ਉਹਦੇ ਤੋਂ ਕਰਵਾ ਲਓ। ਜੇ ਤੁਸੀਂ ਸਿੱਖ ਨੂੰ ਸਿੱਖ ਮੰਨਦੇ ਹੋ ਕਿ ਹਾਂ ਭਾਈ ਸਾਡੇ ਪੰਥ ਦਾ ਹਿੱਸਾ ਵਾ, ਕੋਈ ਤਾਂ ਤੁਹਾਨੂੰ ਐਸਾ ਮਿਲੇਗਾ, ਕਰਵਾ ਲਓ ਜਾਂਚ ਪੜਤਾਲ ਉੱਤੇ। ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰੀਏ, ਕਹਿੰਦੇ ਪੰਸੀਡ ਕੋਲ ਮਾਰਾਂ ਦੀ ਘਾਟ, ਡਰਾਈਵਰਾਂ ਦੀ ਬਹੁਤਾਤ। ਨਹੀਂ, ਚੁੱਪ ਕਰੋ, ਰੌਲਾ ਨਾ ਪਾਓ। ਕਿਤੇ ਇਹ ਨਾ ਹੋਵੇ ਕਿ ਕੋਈ ਲੀਡਰ ਸੁਣ ਲਵੇ ਜੋ ਆਖੇ ਜੀ ਡਰਾਈਵਰ ਉੱਥੇ ਵਾਧੂ ਵਾਪਰ ਆ
ਤੇ ਇਸ ਤਰ੍ਹਾਂ ਕਰੋ ਕਿ 4-5 ਡਰਾਈਵਰ ਇੱਧਰ ਮੇਰੇ ਘਰ ਘੱਲ ਦਿਓ, ਇੱਕ ਕਾਕੇ ਨੂੰ ਗੇੜੀ ਗੂੜੀ ਲਵਾ ਲਿਆ ਵਾ ਕਰੇ, ਤੇ ਇੱਕ ਕਾਕੀ ਨੂੰ ਉਹਦੇ ਕਾਲਜ ਤੱਕ ਛੱਡ ਆਵੇ ਕਰੇ, ਇੱਕ ਉਹਨਾਂ ਦੀ ਮਾਤਾ ਨੂੰ ਲੈ ਜਾ ਕਰੇ, ਤੇ ਇੱਕ ਮੈਨੂੰ ਝੂਟੇ ਦਿੰਦਾ ਰਿਹਾ ਕਰੇ, ਤੇ ਇੱਕ ਜਿਹੜਾ ਉਹ ਛੁੱਟੀ ਕਟਾਉਣ ਤੇ ਹੋਵੇ। 4-5 ਡਰਾਈਵਰ ਜਿਹੜਾ ਕੋਈ ਗੈਸ ਲੈ ਐਮਰਜੈਂਸੀ ਹੋ ਚਲ ਗਿਆ। ਇਸ ਤਰ੍ਹਾਂ ਦਾ ਕੰਮ ਵੀ ਚੱਲਦਾ। ਪਰ ਤਨਖੀਰ ਦੇ ਵਿੱਚ ਇਸ ਤਰ੍ਹਾਂ ਦੀਆਂ ਅਸਾਮੀਆਂ ਖਾਲੀ ਹੈਰਾਨ ਕਰਦੀਆਂ। ਖੈਰ ਇਹ ਅੱਜ ਖਬਰ ਛਪੀ ਟ੍ਰਿਬਿਊਨ ਦੇ ਵਿੱਚ ਬਹੁਤ ਹੈਰਾਨ ਕਰਨ ਵਾਲੀ ਸੀ। ਪੰਸੀਡ ਦਾ ਕੰਮ ਕੀ ਹੁੰਦਾ? ਸੀਡ, ਤੁਸੀਂ ਸ਼ਬਦ ਸੋਹਣੀ ਲਿਆ ਕੇ ਸੀਡ ਆ ਨਾ, ਸੀਡ ਦਾ ਮਤਲਬ ਬੀਜ, ਜੋ ਬੀਆਂ ਦੀ ਖੋਜ ਵਗੈਰਾ ਕਰਦੇ ਆ ਜੀ ਪੰਸੀਡ ਵਾਲੇ ਆ, ਸਾਰਾ ਡਿਪਾਰਟਮੈਂਟ ਵਾਲੇ। ਤਾਂ ਉਹਨਾਂ ਦੇ ਡਿਪਾਰਟਮੈਂਟ ਦਾ ਹਾਲ ਜਿਹੜਾ ਇਹ ਆ ਕਿ ਉਹਨਾਂ ਦਾ ਜਿਹੜਾ ਬੀਜ ਆ ਉਹ ਵਿਚਾਰਾ ਉੱਗਣਾ ਤਾਂ ਕੀ ਆ, ਉਹਨਾਂ ਦਾ ਇਹ ਹਾਲ ਆ ਕਿ 3-4 ਅਫਸਰ ਆ ਉਹਨਾਂ ਦੇ ਕੋਲ, 3-4 ਕਲਰਕ ਆ, ਤੇ ਬਾਕੀ 20 ਡਰਾਈਵਰ ਆ ਮਹਿਕਮੇ 'ਚ। ਕੁੱਲ 30-31 ਦੇ ਕਰੀਬ ਉਹ ਬੰਦੇ ਆ ਪੂਰੇ ਮਹਿਕਮੇ 'ਚ, ਪੂਰੇ ਪੰਜਾਬ ਲਈ, ਔਰ ਉਹਨਾਂ ਦੇ ਵਿੱਚੋਂ 20 ਦੇ ਕਰੀਬ ਡਰਾਈਵਰ ਆ। ਸੋ ਆਹ ਹਾਲ ਆ, ਤੁਸੀਂ ਦੇਖ ਲਓ ਕਿ ਕਿਵੇਂ ਪੰਜਾਬ ਚੱਲਦਾ ਪਿਆ। 4 ਅਫਸਰ ਆ, 5 ਕਲਰਕ ਆ, ਤੇ ਬਾਕੀ 20 ਜਿਹੜੇ ਆ ਉਹ ਡਰਾਈਵਰ, ਚੌਕੀਦਾਰ ਤੇ ਸੇਵਾਦਾਰ ਆ। ਸੋ ਇਹ ਹਾਲ ਹੈ ਸਾਡੇ ਪੰਜਾਬ ਦਾ। ਔਰ ਖੇਤੀ ਆਧਾਰਿਤ ਸਾਡੀ ਇਕੋਨਮੀ ਆ। ਅਸੀਂ ਤੇ ਇਹ ਕੁਛ ਕਰਨਾ ਵਾ ਕਿ ਭਾਈ ਵਧੀਆ ਤੋਂ ਵਧੀਆ ਖੋਜਾਂ ਕਰੀਏ, ਵਧੀਆ ਤੋਂ ਵਧੀਆ ਸਾਡੇ ਕੋਲ ਅਧਿਕਾਰੀ ਹੋਣ। ਕਿੰਨੇ ਬੱਚੇ BSc ਕਰਕੇ ਤੁਰੇ ਫਿਰਦੇ ਵਿਚਾਰੇ ਸੜਕਾਂ ਤੇ, ਕਿੰਨੇ ਜ਼ਿਆਦਾ ਐਗਰੀਕਲਚਰ ਦੇ ਵਿੱਚ ਡਿਗਰੀਆਂ ਕਰੀ ਫਿਰਦੇ ਆ, ਤੇ ਇਹਨਾਂ ਨੇ ਭਰਤੀ ਨਹੀਂ ਕੀਤੀ। ਸਾਲਾਂ ਬੱਧੀ, ਮੈਨੂੰ ਸਮਾਂ ਹੋ ਗਿਆ ਹੋਣਾ ਵਹਿੰਦੇ ਨੂੰ, ਕਦੇ ਇਹਨਾਂ ਨੇ ਖੇਤੀ ਮਾਹਰ ਭਰਤੀ ਨਹੀਂ ਕੀਤੇ। ਆ ਮੈਨੂੰ ਲੱਗਦਾ 10 ਸਾਲ ਤੇ ਮੈਨੂੰ ਵਹਿੰਦਿਆਂ ਨੂੰ ਹੋ ਗਏ ਆ ਘੱਟੋ ਘੱਟ। ਜੇ ਕੋਈ ਹੋਵੇ ਜਾਣਕਾਰੀ ਰੱਖਦਾ ਤੇ ਦਰੁਸਤ ਕਰ ਸਕਦਾ ਕਿ 10 ਸਾਲ ਤੇ ਮੈਨੂੰ ਵਹਿੰਦੇ ਨੂੰ ਹੋ ਗਿਆ, ਇਹਨਾਂ ਨੇ ਭਰਤੀ ਨਹੀਂ ਕੀਤੀ। ਜਦ ਕਿ ਸਾਰੀ ਇਕੋਨਮੀ ਜਿਹੜੀ ਸਾਡੀ ਉਹ ਖੇਤੀ ਆਧਾਰਿਤ ਆ। ਸਾਡੇ ਪੱਲੇ ਹੋਰ ਕੀ ਆ? ਸਾਡੇ ਪੱਲੇ ਕੱਖ ਨਹੀਂ ਹੈਗਾ ਜੇ ਖੇਤੀ ਨੂੰ ਕੱਢ ਦਈਏ ਤਾਂ। ਉਹਦੇ ਵਿੱਚ ਵੀ ਇਹੋ ਜਿਹਾ ਸਾਡਾ ਪਹੁੰਚ ਵਾਲਾ ਸਿਸਟਮ ਆ ਕਿ ਸਾਡੀ ਅਪਰੋਚ ਇਸ ਤਰ੍ਹਾਂ ਦੀ ਆ ਕਿ ਕੰਮ ਜਿਵੇਂ ਚੱਲਦਾ ਬਸ ਚਲਾਈ ਚਲੋ। ਹੁਣ ਪੰਸੀਡ ਦੇ ਵਿੱਚ ਬੰਦੇ ਤੇ ਹੈਗੇ 25-30, ਤੇ ਤੁਸੀਂ ਕੱਢ ਕੇ ਵੇਖ ਲਿਓ ਡਾਟਾ, ਇਹਨਾਂ ਦੇ ਚੇਅਰਮੈਨ ਫਲਾਂ ਢਮਕਾਂ ਜਿਹੜੇ ਰਾਜਸੀ ਅਹੁਦੇਦਾਰ ਹੋਣੇ ਆ, ਇਹਨੇ ਉਹ ਹੋਣੇ ਲਾ ਛੱਡੇ ਹੋਣੇ ਆ। ਜੀ 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 ਅਗਲੀ ਜਿਹੜੀ ਮਿੰਟੂ ਜੀ ਆਪਾਂ ਗੱਲ ਕਰਦੇ, ਕਹਿੰਦੇ ਅੰਮ੍ਰਿਤਸਰ ਰੇਲ ਹਾਦਸੇ ਦੇ ਵਿੱਚ ਨਗਰ ਨਿਗਮ ਦੇ 4 ਮੁਲਾਜ਼ਮ ਦੋਸ਼ੀ ਕਰਾਰ। ਹਾਂਜੀ, ਇਹ ਇਹਨਾਂ ਨੇ ਜਾਂਚ ਪੜਤਾਲ ਲਾਈ ਸੀ। ਦੇਖ ਲਓ, ਉਦੋਂ ਕਹਿੰਦੇ ਸੀ 1 ਮਹੀਨੇ ਦੇ ਵਿੱਚ ਰਿਪੋਰਟ ਸਾਰੀ ਫਾਈਨਲ ਕਰ ਦਿਆਂਗੇ, ਤੇ ਉਹ ਕਿੰਨਾ ਚਿਰ ਹੋ ਗਿਆ। ਤਾਂ ਖੈਰ ਜਿਹੜੇ ਸੇਵਾ ਮੁਕਤ ਜੱਜ ਆ ਅਮਰਜੀਤ ਸਿੰਘ ਕਟਾਰੀ, ਉਹਨਾਂ ਦੀ ਰਿਪੋਰਟ ਜਿਹੜੀ ਆ ਉਹ ਸਰਕਾਰ ਨੂੰ ਸੌਂਪ ਦਿੱਤੀ ਗਈ ਆ, ਮਿਲ ਗਈ ਆ। ਉਹਦੇ ਵਿੱਚ ਇਹਨਾਂ ਨੇ 4 ਜਿਹੜੇ ਨਿਗਮ ਦੇ ਮੁਲਾਜ਼ਮ ਆ ਉਹਨਾਂ ਨੂੰ ਦੋਸ਼ੀ ਕਰਾਰ ਦਿੱਤਾ। ਉਹਨਾਂ ਦੇ ਵਿੱਚ ਸੁਸ਼ਾਂਤ ਭਾਟੀਆ, ਪੁਸ਼ਪਿੰਦਰ ਸਿੰਘ, ਕੇਵਲ ਸਿੰਘ ਤੇ ਗਰੀਸ਼ ਕੁਮਾਰ ਆ। ਪਰ ਕਮਾਲ ਦੀ ਗੱਲ ਹੈ, ਹੈਰਾਨਗੀ ਦੀ ਗੱਲ ਹੈ ਨਾ ਕਿ 4 ਮੁਲਾਜ਼ਮ ਕੀ ਅਧਿਕਾਰੀ ਕੀ ਕੋਈ ਜਿਹੜੇ ਰਾਜਨੀਤਿਕ ਲੋਕ ਆ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ। ਏਡਾ ਵੱਡਾ ਹਾਦਸਾ ਵਾਪਰ ਜਾਂਦਾ, ਉੱਥੇ ਖੁਦ ਬੀਬੀ ਸਿੱਧੂ ਮੌਜੂਦ ਸੀ, ਔਰ ਜਿਹਨੇ ਸਾਰਾ ਆਯੋਜਨ ਕੀਤਾ ਸੀ ਉਹ ਸਿੱਧੂ ਫੈਮਿਲੀ ਦਾ ਖਾਸ ਇਹਨਾਂ ਦਾ ਫੀਦਾ ਸੀਗਾ। ਉਹਨੂੰ ਬਚਾਉਣ ਵਾਸਤੇ ਵੀ ਬਥੇਰੇ ਯਤਨ ਹੋਏ ਉਦੋਂ। ਸੋ ਘਰ ਕਿੰਨੇ ਉਜੜੇ ਆ। ਸਿੱਧੂ ਸਾਹਿਬ ਨੇ ਕਿਹਾ ਸੀ ਮੈਂ ਕੱਲਾ ਕੱਲਾ ਘਰ ਗੋਦ ਲੈ ਲੂੰਗਾ। ਉਸ ਤੋਂ ਬਾਅਦ ਉਹ ਧਰਨੇ ਲਾਉਂਦੇ ਰਹੇ ਕਿ ਸਿੱਧੂ ਲੱਭ ਆ ਸਾਡੇ ਕੋਲ ਗੱਲ ਕਰ, ਤੇ ਸਿੱਧੂ ਲੱਭਦਾ ਹੀ ਨਹੀਂ ਸੀ ਉਹਨਾਂ ਨੂੰ। ਤੇ ਇਹਨਾਂ ਨੇ ਕਿਹਾ ਸੀਗਾ ਕਿ ਮੈਂ ਤੁਹਾਡੇ ਘਰਾਂ ਦੇ ਵਿੱਚ ਮਹੀਨੇ ਜਿਹੜੇ ਰਾਸ਼ਨ ਦੇਊਂਗਾ, ਤੁਹਾਡੇ ਜਵਾਕ ਪੜ੍ਹਾਊਂਗਾ, ਇੱਕ ਬੰਦੇ ਨੂੰ ਨੌਕਰੀ ਦਿਵਾਊਂਗਾ। ਕਿੰਨੇ ਪੁੱਛਿਆ ਉਹਨਾਂ ਨੂੰ ਦੁਬਾਰਾ? ਠੀਕ ਆ, ਤੇ ਮਰਨ ਵਾਲਿਆਂ ਦੀ ਵੀ ਅਣਗਹਿਲੀ ਸੀ। ਆਪਾਂ ਇਹ ਨਹੀਂ ਕਹਿੰਦੇ ਕਿ ਨਿਰਾਪੁਰਾ ਕੱਲੀ ਗੱਡੀ ਜਿਹੜੀ ਉਹ ਉਹਨਾਂ ਦੇ ਬੈਠਿਆਂ ਤੇ ਜਾ ਕੇ ਪੰਡਾਲ 'ਚ ਚੜ੍ਹ ਗਈ ਆ। ਰੇਲਵੇ ਟਰੈਕ ਦੇ ਵਿੱਚ ਖਲੋਤੇ ਸੀ, ਕੁਤਾਹੀ ਸੀ, ਤਾਂ ਬਹੁਤ ਵੱਡੀ ਕੁਤਾਹੀ ਸੀ। ਪਰ ਖਾਸ ਫਿਰ ਹਮੇਸ਼ਾ ਇਹ ਸਾਡੇ ਸਿਸਟਮ ਦਾ ਇੱਕ ਮੈਂ ਕਹੂੰਗਾ ਕਿ ਬੜਾ ਨਕਾਰਾਤਮਕ ਵਾਕਿਆ ਕਿ ਠੀਕ ਹੈ ਜਾਂਚ ਪੜਤਾਲ ਹੋ ਵੀ ਜਾਂਦੀ ਹੈ, ਪਰ ਜਾਂਚ ਪੜਤਾਲ ਜਿਹੜੀ ਸਿਮਟ ਕਿੱਥੇ ਜਾਂਦੀ ਹੈ? ਛੋਟੇ ਮੋਟਿਆਂ ਤੇ। ਤਾਂ ਇਹ ਬੜੀ ਵੱਡੀ ਗੱਲ ਆ ਕਿ ਇੰਨਾ ਵੱਡਾ ਨੁਕਸਾਨ ਹੋ ਗਿਆ ਤੇ 4 ਮੁਲਾਜ਼ਮ ਹੀ ਦੋਸ਼ੀ ਕਰਾ ਰਿਹਾ ਕਿ ਕੋਈ ਵੱਡਾ ਜਿਹੜਾ ਉਹਦੀ ਕੋਈ ਜ਼ਿੰਮੇਵਾਰੀ ਨਹੀਂ ਸੀ ਬਣਦੀ। ਵੱਡੇ ਦੀ ਜ਼ਿੰਮੇਵਾਰੀ ਇਹੋ ਬਣਦੀ ਆ ਕਿ ਵੱਡੀ ਸਾਰੀ ਕੁਰਸੀ ਤੇ ਜਾ ਕੇ ਯੋਜਨਾ 'ਚ ਬਹਿ ਜਾਓ ਤੇ ਵੱਡਾ ਸਾਰਾ ਕੱਪ ਲੈ ਕੇ ਚਾਹ ਦਾ ਉਹਦੇ 'ਚ ਕੌਫੀ ਪੀ ਕੇ ਨਾਲ 4-5 ਬਿਸਕੁਟ ਭੰਨ ਲਓ, ਆਉਂਦੇ ਵਾਲੇ ਕੋਈ ਦਿਸ਼ਾਲਾ ਲੈ ਲਓ ਸਨਮਾਨ ਦਾ, ਤੇ ਨਹੀਂ ਤੇ ਆਸੇ ਪਾਸੇ ਕੋਈ ਚੈੱਕ ਲੈ ਲਓ ਤੇ ਆਪਾਂ ਘਰ ਨੂੰ ਆ ਜਾਓ। ਜੀ 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 ਤੇ ਨਾਲ ਹੀ ਸਰੋਤੇ ਨੂੰ ਦੱਸ ਵੀ ਤੁਹਾਡੀਆਂ ਕਾਲਸ ਵੀ ਜਿਹੜੀਆਂ ਆਪਾਂ ਲਵਾਂਗੇ। ਇੱਕ ਜਿਹੜੀ ਖਬਰ ਕਰਕੇ ਫਿਰ ਬ੍ਰੇਕ ਤੋਂ ਬਾਅਦ ਦੇ ਵਿੱਚ ਤੁਹਾਡੀਆਂ ਆਪਾਂ ਕਾਲਸ ਲਵਾਂਗੇ। ਤੁਸੀਂ ਵੀ ਮਿੰਟੂ ਜੀ ਨੂੰ ਸਵਾਲ ਪੁੱਛ ਸਕਦੇ ਹੋ। ਕਾਲ ਕਰਨ ਦੇ ਲਈ ਨੰਬਰ ਰਹੇਗਾ 408 272 5200 4082725200। ਤੇ ਮਿੰਟੂ ਜੀ ਅਗਲੀ ਗੱਲ ਕਰੀਏ, ਕਹਿੰਦੇ SHO ਪੰਧੇਰ ਦਾ ਰਿਮਾਂਡ ਮਿਲਿਆ।
ਹਾਂਜੀ, SHO ਪੰਡੇਰ ਹੈ ਜਿਹੜਾ, ਉਹ ਪਹਿਲੇ ਦਿਨ ਬਚ ਗਿਆ ਸੀ। ਤੁਹਾਨੂੰ ਯਾਦ ਹੋਣਾ ਕਿ ਚਾਚੀ ਸਮਾਲ ਆ ਜਿਹੜਾ, ਉਹ 1 ਦਿਨ ਦਾ ਦਿੱਤਾ ਸੀਗਾ, ਕਿਉਂਕਿ ਉਸ ਤੋਂ ਬਾਅਦ SIT ਦੇ ਜਿਹੜੇ ਕੁੰਵਰ ਵਿਜੇ ਪ੍ਰਤਾਪ ਸਿੰਘ ਹੈ, ਉਹਨਾਂ ਨੇ ਇਲਜ਼ਾਮ ਲਾਇਆ ਸੀਗਾ ਕਿ ਜੱਜ ਸਾਹਿਬ ਆ ਜਿਹੜੇ, ਉਹ ਬਾਦਲ ਪਰਿਵਾਰ ਦੇ ਨਜ਼ਦੀਕੀ ਆ ਭਾਈ, ਸਾਡੀ ਜਿਹੜੀ ਸੁਣਵਾਈ ਆ ਉਹ ਬਦਲ ਦਿੱਤੀ ਜਾਵੇ। ਉਸ ਤੋਂ ਬਾਅਦ ਹੁਣ ਇਹਨਾਂ ਦਾ ਫੌ ਪੈ ਗਿਆ, ਕਿਉਂਕਿ ਉਹ CJM ਸਨ, ਡਿਊਟੀ ਮੈਜਿਸਟ੍ਰੇਟ ਕੋਲ ਇਹਨਾਂ ਦੀ ਪਹੁੰਚ ਹੋਈ ਹੈ, ਤਾਂ ਇਹਨਾਂ ਨੂੰ ਜਿਹੜਾ ਪ੍ਰੋਡਕਸ਼ਨ ਵਾਰੰਟ ਮਿਲ ਗਿਆ। ਪ੍ਰੋਡਕਸ਼ਨ ਵਾਰੰਟ ਤੋਂ ਭਾਵ ਇਹ ਹੁੰਦਾ ਕਿ ਤੁਸੀਂ ਜੁਡੀਸ਼ੀਅਲ ਕਸਟਡੀ ਦੇ ਵਿੱਚੋਂ ਬੰਦਾ ਲਿਆ ਕੇ ਆਪਣੀ ਕਸਟਡੀ 'ਚ ਲੈ ਕੇ ਪੁੱਛਗਿੱਛ ਕਰ ਸਕਦੇ ਨੇ। ਸੋ ਇਹ ਅਹਿਮ ਪ੍ਰੋਡਕਸ਼ਨ ਵਾਰੰਟ ਇਹਨਾਂ ਨੂੰ ਮਿਲਿਆ। ਜੇ ਹੁਣ ਕੋਈ ਇਹਨਾਂ ਨੇ ਪ੍ਰੋਡਕਟਿਵਿਟੀ ਕਰਨੀ ਹੋਵੇ ਇਸ ਮਾਮਲੇ ਦੇ ਵਿੱਚ, ਤਾਂ ਪ੍ਰੋਡਕਸ਼ਨ ਵਾਰੰਟ ਬਹੁਤ ਵੱਡੀ ਚੀਜ਼ ਹੈ। ਪਰ ਇਹਦੇ ਵਿੱਚ ਇੱਕ ਹੋਰ ਵੀ ਖਬਰ ਆ ਗਈ ਆ। ਖਬਰ ਇਹ ਆ ਗਈ ਹੈ ਕਿ 3 ਬੰਦਿਆਂ ਦਾ, ਮਤਲਬ ਕਿ ਸੁਹੇਲ ਬਰਾੜ ਦਾ ਔਰ ਪੰਕਜ ਤੇ ਦੂਸਰਾ ਆ ਗਿਆ ਪੰਦੇਰ, ਦੂਸਰਾ ਕਾਨੂੰ ਤੀਸਰਾ ਹੀ ਆ ਗਿਆ, ਕਿ 3 ਦਾ ਜ਼ਮਾਨਤ ਦਾ ਜਿਹੜਾ ਨਿਰਣਾ ਹੈ ਉਹ ਕੱਲ ਨੂੰ ਹੋਣਾ। ਤੇ ਫਰਜ਼ ਕਰੋ ਇਹਨਾਂ ਨੇ ਪ੍ਰੋਡਕਸ਼ਨ ਵਾਰੰਟ ਹੋਣ ਲਿਆ, ਉਹਨੂੰ ਜਦ ਤੱਕ ਕਸਟਡੀ 'ਚ ਲੈਣਗੇ ਤਦ ਤੱਕ ਜੇ ਜ਼ਮਾਨਤ ਹੋ ਗਈ ਫਿਰ ਕੀ ਕਰਨਗੇ? ਇਹ ਵੀ ਇੱਕ ਪੰਗਾ। ਖੈਰ ਦੇਖਦੇ ਹਾਂ ਕੀ ਬਣਦਾ। ਪਰ ਜੇ ਪੰਦੇਰ ਪੁੱਛਗਿੱਛ ਦੇ ਦਾਇਰੇ 'ਚ ਆ ਜਾਂਦਾ ਤਾਂ ਉਹਦੇ ਵਿੱਚੋਂ ਕੁਛ ਨਾ ਕੁਛ ਇਹ ਲੈਂਦੇ ਆ, ਹਾਸਲ ਕਰਦੇ ਆ, ਇਨਪੁਟ ਕੋਈ ਆਉਂਦੀ ਇਹਨਾਂ ਦੇ ਕੋਲ ਨਵੀਂ ਆਉਂਦੀ ਆ, ਉਹਦੇ ਆਧਾਰ ਤੇ ਗਾਂ ਫਿਰ ਕੇਸ ਜਿਹੜਾ ਉਹ ਲੰਮਾ ਚੱਲ ਸਕਦਾ, ਤੇ ਲੰਮਾ ਇੰਨਾ ਚੱਲ ਸਕਦਾ ਕਿ ਫਿਰ ਕਈ ਬੰਦਿਆਂ ਨੂੰ ਲੰਮਿਆ ਪਵਾ ਸਕਦਾ। ਜੀ ਜੀ ਜੀ। ਤੇ ਮਿੰਟੂ ਜੀ, ਇੱਥੇ ਇੱਕ ਆਪਾਂ ਲੈਨੇ ਬ੍ਰੇਕ ਤੋਂ ਬਾਅਦ ਸਰੋਤਿਓ ਹਾਜ਼ਰ ਹੁੰਦੇ ਆ, ਤੇ ਤੁਹਾਡੇ ਨਾਲ ਇੱਦਾਂ ਹੀ ਖਬਰਾਂ ਦਾ ਜਿਹੜਾ ਸਿਲਸਿਲਾ ਜਾਰੀ ਰਹੇਗਾ। ਤੁਸੀਂ ਵੀ ਮਿੰਟੂ ਜੀ ਨੂੰ ਸਵਾਲ ਪੁੱਛ ਸਕਦੇ ਹੋ। ਸਟੂਡੀਓ 'ਚ ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200। ਮਿਲਦੇ ਇੱਕ ਬ੍ਰੇਕ ਤੋਂ ਬਾਅਦ 'ਚ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਕੀ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੈ ਜੇ ਕੰਮ-ਕਾਰ ਕਰਦਿਆਂ ਹਾਰਟ ਅਟੈਕ, ਸਟ੍ਰੋਕ, ਭਿਆਨਕ ਸੱਟ ਚੋਟ, ਮੇਜਰ ਆਰਗਨ ਟ੍ਰਾਂਸਪਲਾਂਟ ਜਾਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਹੋ ਜਾਵੇ ਤਾਂ ਘਰ-ਬਾਰ ਦੇ ਖਰਚੇ ਲਈ ਆਮਦਨ ਕਿੱਥੋਂ ਆਵੇਗੀ? MAF ਫਾਈਨੈਂਸ਼ੀਅਲ ਐਂਡ ਇੰਸ਼ੋਰੈਂਸ ਸਰਵਿਸਿਜ਼ ਕੋਲ ਇਸ ਦਾ ਜਵਾਬ ਹੈ। ਇਹਨਾਂ ਕੋਲ ਮਾਡਰਨ ਇੰਸ਼ੋਰੈਂਸ ਪਲਾਨ ਹਨ ਜੋ ਤੁਹਾਡੇ ਅਤੇ ਤੁਹਾਡੇ ਪਰਿਵਾਰ ਦੀ ਆਮਦਨ ਦਾ ਸਾਧਨ ਬਣ ਸਕਦੇ ਹਨ। MAF ਦੇ ਪ੍ਰੋਫੈਸ਼ਨਲ ਤੋਂ ਟੈਕਸ ਫ੍ਰੀ ਰਿਟਾਇਰਮੈਂਟ ਇਨਕਮ ਕਿਵੇਂ ਲੈਣੀ ਹੈ, ਇਸ ਬਾਰੇ ਪਤਾ ਕਰ ਸਕਦੇ ਹੋ। ਜੇ ਤੁਸੀਂ ਹਾਈ ਨੈਟਵਰਥ ਪਰਿਵਾਰ ਹੋ ਅਤੇ ਐਸਟੇਟ ਟੈਕਸ ਲਈ ਪ੍ਰੀਮੀਅਮ ਫਾਈਨੈਂਸ ਪਾਲਿਸੀ ਤੁਹਾਡੇ ਲਈ ਕਿਵੇਂ ਲਾਹੇਵੰਦ ਹੋ ਸਕਦੀ ਹੈ, ਉਹ ਵੀ ਪਤਾ ਕਰ ਸਕਦੇ ਹੋ। ਅੱਜ ਹੀ ਕਾਲ ਕਰੋ MAF 916740 6400 916 740 6400। MAF also provides a platform for experienced financial professionals with top pay, company revenue and virtual agent training program. Visit MAFlife.com. MAF, California Department of Insurance License number 0M92002। ਡਾਕਟਰ ਗੁਰਵਿੰਦਰ ਕੌਰ ਬਾਠ DC ਅਤੇ ਜੀਓ ਹੈਲਥ ਸੈਂਟਰ ਇਥੋਂ ਟਰੱਕ ਡਰਾਈਵਰ DOT ਫਿਜ਼ੀਕਲਸ ਡਰੱਗ ਟੈਸਟਿੰਗ ਕਰਵਾ ਸਕਦੇ ਹਨ। ਸੇਮ ਡੇ ਅਪਾਇੰਟਮੈਂਟ ਅਤੇ ਟਰੱਕਿੰਗ ਕੰਪਨੀਆਂ ਦੇ ਲਈ ਇਹਨਾਂ ਕੋਲ ਰੈਂਡਮ ਡਰੱਗ ਟੈਸਟਿੰਗ ਦੇ ਪ੍ਰੋਗਰਾਮਸ ਵੀ ਅਵੇਲੇਬਲ ਹਨ। ਅਤੇ ਜੇਕਰ ਤੁਹਾਡੇ ਨੈਕ ਅਤੇ ਬੈਕ ਪੇਨ ਹੈ ਤਾਂ ਇਹਨਾਂ ਕੋਲ ਕੈਰੋਪ੍ਰੈਕਟਿਕ ਦੀਆਂ ਸੇਵਾਵਾਂ ਵੀ ਲੈ ਸਕਦੇ ਹੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਗੁਰਵਿੰਦਰ ਕੌਰ ਬਾਠ 9165500350 916 550 0350 2628 El Camino Avenue Suite C1 Sacramento Geo Health Center। ਕੋਰੋਨਾ ਵਾਇਰਸ ਦੇ ਕਰਕੇ ਜੇ ਤੁਹਾਡੀ ਜੌਬ ਚਲੇ ਗਈ ਹੈ, ਜਿਸ ਕਰਕੇ ਤੁਹਾਡੀ ਹੈਲਥ ਇੰਸ਼ੋਰੈਂਸ ਵੀ ਚਲੇ ਗਈ ਹੈ, ਤਾਂ ਕਵਰਡ ਕੈਲੀਫੋਰਨੀਆ ਦੇ ਦੁਆਰਾ ਇਸ ਸਾਲ ਦੀ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਅਖੀਰਲੀ ਤਰੀਕ ਨੂੰ ਜੂਨ ਤੱਕ ਕਰ ਦਿੱਤਾ ਗਿਆ ਹੈ। ਮੈਡੀਕਲ ਭਰਨ ਦੇ ਵਿੱਚ ਕੋਈ ਤਕਲੀਫ ਆ ਰਹੀ ਹੈ, ਆਪਣੇ ਪਲਾਨਸ ਦੇ ਵਿੱਚ ਕੁਝ ਤੁਸੀਂ ਤਬਦੀਲੀ ਕਰਵਾਉਣਾ ਚਾਹੁੰਦੇ ਹੋ, ਇਹਨਾਂ ਸਾਰੇ ਕੰਮਾਂ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 4082722500। ਸੱਚੀ ਮੈਨੂੰ ਤਾਂ ਬਹੁਤ ਫਿਕਰ ਲੱਗੀ ਹੋਈ ਆ। ਪਹਿਲਾਂ ਘਰ ਮਸਾ ਪਸੰਦ ਆਇਆ ਤੇ ਹੁਣ ਮੈਟਰਸ ਤੇ ਫਰਨੀਚਰ ਲੈਣ ਵਾਸਤੇ ਪਤਾ ਨਹੀਂ ਕਿਹੜੇ-ਕਿਹੜੇ ਸਟੋਰ 'ਚ ਜਾਣਾ ਪੈਣਾ। ਉਹ ਤੂੰ ਫਿਕਰ ਕਾਤੋਂ ਕਰਦੀ ਆ? ਆਪਾਂ ਚੱਲਦੇ ਆ ਮੈਟਰਸ ਐਂਡ ਫਰਨੀਚਰ ਐਕਸਪ੍ਰੈਸ ਵਾਲਿਆਂ ਦੇ, ਸਭ ਕੁਝ ਉੱਥੋਂ ਹੀ ਮਿਲ ਜਾਣਾ।
ਪੂਰੇ ਘਰ ਦਾ ਫਰਨੀਚਰ, ਬੈਡਰੂਮ, ਲਿਵਿੰਗ ਰੂਮ, ਸੋਫਾਜ਼ ਸਾਰਾ ਕੁਝ $2000 ਦੇ ਵਿੱਚ 36 ਮਹੀਨੇ ਦੀ 0% ਇੰਟਰਸਟ ਦੇ ਉੱਤੇ ਫਾਈਨੈਂਸਿੰਗ ਵੀ ਕਰਦੇ ਹਨ। ਪੰਜਾਬ ਵਾਲੇ ਪੇਟੀ ਬੈੱਡ ਵੀ ਮਿਲਦੇ ਹਨ। ਸੋਫਾ ਸਟਾਰਟਿੰਗ $299 ਅਤੇ ਮੈਟਰਸ ਸਟਾਰਟਿੰਗ $99। ਬਿਊਟੀ ਰੈਸਟ ਜਾਂ ਹਰ ਕਿਸਮ ਦੇ ਮੈਟਰਸ ਵੀ ਇਹਨਾਂ ਦੇ ਕੋਲੋਂ ਲੈ ਸਕਦੇ ਹੋ। ਹਰ ਇੱਕ ਨੂੰ ਬਹੁਤ ਹੀ ਵਧੀਆ ਡੀਲ ਦਿੰਦੇ ਹਨ। ਮੈਟਰਸ ਐਂਡ ਫਰਨੀਚਰ ਐਕਸਪ੍ਰੈਸ, ਰੋਜ਼ਵਿਲ, 1811 ਡਗਲਸ ਬੁਲੇਵਾਰਡ, ਰੋਜ਼ਵਿਲ, ਰॉस ਸਟੋਰ ਦੇ ਨਜ਼ਦੀਕ। ਕਾਲ ਅੰਮ੍ਰਿਤਸਰਾਂ 5304155959 530 415 5959 ਜਾਂ ਮੈਨੀ ਹੇਅਰ 5303007663। ਇਹਨਾਂ ਦੇ ਯੂਨੀਵਰਸਿਟੀ, ਫਾਲਸਮਾ ਤੇ ਡੇਵਿਸ ਵਿੱਚ ਵੀ ਲੋਕੇਸ਼ਨਸ ਹਨ। ਮੈਟਰਸ ਐਕਸਪ੍ਰੈਸ, ਰੋਜ਼ਵਿਲ। ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ। ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ? ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ। ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ, ਨੰਬਰ 115, ਚਾਈਨਾਟਾਊਨ ਸੁਪਰਮਾਰਕੀਟ, ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ, ਸੈਕਰਾਮੈਂਟੋ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਖਬਰ ਤੇ ਨਜ਼ਰ ਪ੍ਰੋਗਰਾਮ ਚੱਲ ਰਿਹਾ ਹੈ ਤੇ ਜੀ ਆਇਆਂ ਨੂੰ ਇੱਕ ਵਾਰੀ ਫਿਰ ਮਿੰਟੂ ਜੀ ਸਵਾਗਤ ਹੈ ਜੀ। ਸ਼ੁਕਰੀਆ ਜੀ। ਤੇ ਸਰੋਤਿਓ ਤੁਸੀਂ ਵੀ ਜੇ ਸਵਾਲ ਪੁੱਛਣਾ ਚਾਹੁੰਦੇ ਹੋ ਕਾਲ ਕਰ ਸਕਦੇ ਹੋ ਸਟੂਡੀਓ ਦੇ ਵਿੱਚ। ਫੋਨ ਨੰਬਰ ਹੈ 408 272 5200 4082725200। ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਜਿਹੜੇ ਜੀ ਆਪਣਾ ਸਵਾਲ ਮਿੰਟੂ ਜੀ ਨੂੰ ਪੁੱਛ ਸਕਦੇ ਹੋ। ਤੇ ਆਓ ਆਪਣੇ ਕਾਲਰਸ ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਆਪਣੇ ਅੱਜ ਦੇ ਪਹਿਲੇ ਕਾਲਰ ਜੁੜੇ ਨੇ ਤਾਰਾ ਸਿੰਘ ਜੀ। ਸਤਿ ਸ਼੍ਰੀ ਅਕਾਲ ਤਾਰਾ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਇੱਕ ਸਪਸ਼ਟੀਕਰਨ ਲੈਣਾ ਸੀਗਾ। ਕੁਛ ਸਮੇਂ ਪਹਿਲਾਂ, ਸ਼ਾਇਦ ਜੇ ਮੈਂ ਗਲਤ ਨਾ ਹੋਵਾਂ, ਤੇ ਆਪਣੇ ਇਸ ਰੇਡੀਓ ਤੋਂ ਮਿੰਟੂ ਜੀ ਉਹਨਾਂ ਨੇ ਦੱਸੀ ਕਿ ਇੰਡੀਆ ਦੇ ਵਿੱਚ ਇੱਕ ਗੱਡੀ ਜਿਹੜੀ ਉਹ ਰਸਤਾ ਭੁੱਲ ਗਈ, ਟ੍ਰੇਨ ਜੀ। ਕੀ ਹਾਂ, ਹੁਣ ਮੈਨੂੰ ਇੱਕ ਕਲਿੱਪ ਆਈ ਜਿਹਦੇ ਵਿੱਚ ਉਹਨਾਂ ਨੇ ਕਿਹਾ, ਇਹਦਾ ਖੰਡਨ ਕੀਤਾ ਆ। ਕੀ ਇਹ ਗੱਲ ਸਹੀ ਆ, ਭੁੱਲੀ ਸੀ ਜਾਂ ਉਸ ਤਰ੍ਹਾਂ ਹੀ ਕੋਈ ਅਫਵਾਹ ਸੀ? ਉਹ ਨਹੀਂ, ਉਦੋਂ ਖਬਰਾਂ ਆਈਆਂ ਸੀਗੀਆਂ ਕਿ ਉਹ ਉੜੀਸਾ ਚਲ ਗਈ ਸੀਗੀ। ਪਰ ਇਹ ਇੱਕ ਵਾਰੀ ਤੇ ਨਹੀਂ ਹੋਇਆ, 2-3 ਵਾਰੀ ਇਸ ਤਰ੍ਹਾਂ ਹੋਇਆ। 2-3 ਵਾਰੀ ਹੋਇਆ। ਬਾਕੀ ਰੇਲਵੇ ਹਮੇਸ਼ਾ ਬਈ ਖੰਡਨ ਤਾਂ ਕਰੂਗਾ ਹੀ ਕਰੂਗਾ, ਕਿਉਂਕਿ ਉਹ ਐਡਾ ਵੱਡਾ ਅਦਾਰਾ ਵਾ ਰੇਲਵੇ। ਖੰਡਨ ਤਾਂ ਇਸ ਚੀਜ਼ ਦਾ ਕਰੂਗਾ ਜੇ ਮੰਨਦਾ ਵਾ ਕਿ ਹਾਂ ਇਸ ਤਰ੍ਹਾਂ ਹੋਇਆ। ਹੁਣ ਇਹਦੇ ਵਿੱਚ ਦੇਖੋ, ਆਪਾਂ ਕਿਹੜਾ ਉੱਥੇ ਉੜੀਸਾ 'ਚ ਬੈਠੇ ਸੀ। ਸਾਰੇ ਚੈਨਲਾਂ ਤੇ, ਸਾਰੇ ਇੱਥੇ ਅਖਬਾਰਾਂ ਦੇ ਵਿੱਚ ਖਬਰ ਚੱਲੀ ਹੈ ਜੀ। ਜੇ ਉਹਨਾਂ ਨੇ ਖੰਡਨ ਕੀਤਾ ਤਾਂ ਉਹ ਵੀ ਤੁਸੀਂ ਮੰਨ ਲਓ ਨਾਲ ਵੀ ਖੰਡਨ ਕਰ ਦਿੱਤਾ ਉਹਨਾਂ ਨੇ। ਪਰ ਇਹ ਏਡੀ ਵੱਡੀ ਖਬਰ ਜਿਹੜੀ ਆ ਉਹ ਮੀਡੀਆ ਫੇਕ ਬਣਾਊਗਾ। ਮੀਡੀਆ ਨੂੰ ਕੀ ਉਹਦੇ 'ਚ ਮਿਲ ਜਾਣਾ, ਮੈਨੂੰ ਦੱਸੋ। ਜੀ ਜੀ ਬਿਲਕੁਲ। ਇਹ ਨਾਲੇ ਕੋਈ ਪਹਿਲੀ ਵਾਰੀ ਤਾਂ ਮੈਨੂੰ ਲੱਗਦਾ ਵਰਤਾਰਾ ਭਾਰਤੀ ਰੇਲ ਦੇ ਨਾਲ ਅਜਿਹਾ ਜਿਹੜਾ ਉਹ ਨਹੀਂ ਹੋਇਆ। ਸੋ ਇੱਥੇ ਤੇ ਇੱਕ ਵਾਰੀ ਇੰਜਣ ਦਾ ਨਹੀਂ ਉਹ ਸੁਣਿਆ ਸੀਗਾ ਕਿ ਇੰਜਣ ਆਪ ਹੀ ਚੱਲ ਨਿਕਲਿਆ ਸੀਗਾ। ਇੰਜਣ ਹੀ ਚੱਲ ਪਿਆ ਸੀ ਇਹਨਾਂ ਦਾ ਆਪ। ਉਹ ਕਿੰਨੀ ਖਬਰ ਫੈਲੀ ਸੀ ਤੇ ਲੋਕ ਕਹਿੰਦੇ ਸੀ ਕਿ ਮੁੜ ਕੇ ਸੰਨੀ ਦਿਓਲ ਨੂੰ ਜਾਣਾ ਪੈਣਾ ਹੈਗਾ ਤੇ ਪਾਕਿਸਤਾਨ ਨੂੰ ਪੂਰਾ ਟੱਪ ਜਾਂਦਾ। ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ। ਉਸ ਤੋਂ ਬਾਅਦ ਫਿਰ ਪਰਦਾਪੋਸ਼ੀ ਹੁੰਦੀ। ਹੋਰ ਕੀ ਕਹਿਣਗੇ ਕਿ ਸਾਡਾ ਡਰਾਈਵਰ ਸੌਂ ਗਿਆ ਸੀਗਾ ਜੀ। ਉਹਨੂੰ ਕਹੀਏ ਵੀ ਰਾਹ ਦੇ ਵਿੱਚ ਜਿਹੜੇ ਵੈਂਡਰ ਫਿਰਦੇ ਹੁੰਦੇ ਦਾਲ ਛੋਲੇ, ਦਾਲ ਭੁਜੀਆ ਵੇਚਣ ਵਾਲੇ, ਉਹਨਾਂ ਤੋਂ ਰਾਹ ਪੁੱਛ ਲਿਆ ਕਰ। ਜੀ ਜੀ। ਨਾਲੇ ਆਪਾਂ ਹੁਣੇ ਤਾਂ ਖਬਰ ਕਰਕੇ ਹਟੇ ਹਾਂ, ਉਹਨਾਂ ਨੇ ਜਦੋਂ ਕਿਸੇ ਦੇ ਤੇ ਨਜ਼ਲਾ ਝਾੜਨਾ, ਮੁਲਾਜ਼ਮਾਂ ਦੇ ਉੱਤੇ ਝਾੜਨਾ ਆ। ਕਿੰਨੇ ਕੁ ਦੋਸ਼ੀ ਜਿਹੜੇ ਉਹਦੇ ਕਰਾਰ ਦਿੱਤੇ ਜਿਹੜੇ ਉਹ ਰੇਲ ਹਾਦਸੇ ਦੇ ਵਿੱਚ। ਤੇ ਵੱਡੇ ਬੰਦਿਆਂ ਨੇ ਕਦੀ ਥੋੜ੍ਹੀ ਆਪਣੇ ਸਿਰ ਦੇ ਉੱਤੇ ਲੈਣਾ ਆ ਵੀ ਮੈਂ ਜਿਹੜਾ ਅਸਲ 'ਚ ਇਹਨਾਂ ਨੇ ਗਲਤੀ ਕੀਤੀ ਆ। ਜੀ ਜੀ। ਅਗਲੇ ਕਾਲਰ ਨੇ ਦੀਪਿੰਦਰ ਜੀ। ਸਤਿ ਸ਼੍ਰੀ ਅਕਾਲ ਦੀਪਿੰਦਰ ਜੀ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੇਰੇ 2 ਸਵਾਲ ਹੈ ਆਪਣੇ ਮਿੰਟੂ ਜੀ ਨੂੰ। ਇੱਕ ਤਾਂ ਪਹਿਲਾਂ ਜਗਮੀਤ ਬਰਾੜ ਬਾਰੇ ਪੁੱਛਣਾ ਸੀਗਾ, ਜਦੋਂ ਦਾ ਉਹਨੇ ਬਾਦਲ ਨੇ ਸ਼ਾਮਲ ਕੀਤਾ ਹੈ ਤੇ ਮੈਨੂੰ ਲੱਗਦਾ ਉਹਦਾ ਤਾਂ ਸਿਆਸੀ ਕਤਲ ਕਰਤਾ, ਨਹੀਂ ਤਾਂ ਅੱਗੇ ਤਾਂ
ਦੂਜੇ ਤੀਜੇ ਮਹੀਨੇ ਕੋਈ ਨਾ ਕੋਈ ਖਬਰ ਲੱਗ ਜਾਂਦੀ ਸੀ, ਉਹ ਐ ਯਾਤਰਾ ਕੱਢਣ ਲੱਗਿਆ, ਉਹਨੇ ਆਹ ਕਰਨਾ ਜਾਂ ਉਹ ਕਰਨਾ। ਤੇ ਦੂਜੀ ਮਿੰਟੂ ਜੀ ਨੇ ਹੁਣੇ ਆਪਣੀ ਖਬਰ ਕੀਤੀ ਸੀਗੀ ਆਪਣੇ ਐਗਰੀਕਲਚਰ ਵਾਲਿਆਂ ਵਾਸਤੇ ਵੀ ਉਹਨਾਂ ਨੇ ਕੋਈ ਭਰਤੀ ਨਹੀਂ ਕਰਦੇ। ਮੈਂ ਉੱਥੇ ਥੋੜਾ ਜਿਹਾ ਮਿੰਟੂ ਜੀ ਨੂੰ ਕਹਿਣਾ ਚਾਹੁੰਦਾ, ਹੋ ਸਕਦਾ ਮੈਂ ਗਲਤ ਵੀ ਹੋਵਾਂ, ਜਿਹੜੀ ਐਗਰੀਕਲਚਰ ਜਿਵੇਂ ਹੁਣ ਆਪਣੀ ਯੂਨੀਵਰਸਿਟੀ ਆ, ਹੁਣ ਕਈ ਥਾਂ ਤੇ ਐਗਰੀਕਲਚਰ ਕਰਾਉਣ ਵੀ ਲੱਗ ਗਏ, ਕੁਛ ਉੱਥੋਂ ਜਿੰਨੇ ਜਵਾਕ ਕਰਕੇ ਨਿਕਲੇ ਉਹਨਾਂ ਨੂੰ ਬੇਸਿਕਲੀ ਕੁਛ ਆਉਂਦਾ ਤਾਂ ਹੁੰਦਾ ਨਹੀਂ ਤਕਰੀਬਨ, ਕਿਉਂਕਿ ਇਹਨਾਂ ਨੇ ਹੁਣ +2 ਤੋਂ ਬਾਅਦ ਜਿਹੜਾ ਉਹ ਕਰਤਾ ਟੈਸਟ ਦਾ ਕਰਤਾ ਕੰਮ, ਜਾਂ ਉਹ 'ਚ ਜਿਹੜੇ ਅਸਲੀ, ਕਿਉਂਕਿ ਐਗਰੀਕਲਚਰ ਨਾਲ ਤਾਂ ਪਿੰਡਾਂ ਦੇ ਮੁੰਡਿਆਂ ਨੂੰ ਆਉਣਾ ਚਾਹੀਦਾ। ਜੋ ਯੂਨੀਵਰਸਿਟੀ ਬਣੀ ਸੀਗੀ ਪਿੰਡਾਂ ਦੇ ਮੁੰਡੇ ਆਉਂਦੇ ਸੀਗੇ 70s 80s 'ਚ, ਉਸ ਤੋਂ ਬਾਅਦ ਹੁਣ ਸ਼ਹਿਰੀਏ ਜਵਾਕ ਆਉਣ ਲੱਗ ਗਏ, ਉਹ ਸਭ ਕਾਗਜ਼ੀ ਕਾਰਵਾਈ ਕਰਵਾਈ ਜਾਂਦੇ ਆ, ਤੇ ਉਹਨਾਂ ਨੂੰ ਜਿਹੜੀ ਪ੍ਰੈਕਟੀਕਲ ਟ੍ਰੇਨਿੰਗ ਹੈ ਉਹ ਤਾਂ ਕੁਛ ਆਉਂਦੀ ਨਹੀਂ ਗੀ। ਈਵਨ ਤੁਸੀਂ ਦੇਖ ਲਓ ਐਗਰੀਕਲਚਰ ਯੂਨੀਵਰਸਿਟੀ ਦੀ ਆਊਟਪੁੱਟ ਜਾਂ ਹੋਰ, ਇੱਕ ਵਾਰੀ ਪਤਾ ਨਹੀਂ ਕਿਹੜੇ ਕਿਸੇ ਮੰਤਰੀ ਨੇ ਵੀ ਬਿਆਨ ਦਿੱਤਾ ਸੀਗਾ ਵੀ ਜੇ ਮੈਂ ਜਿੰਨੇ ਐਗਰੀਕਲਚਰ ਇੰਸਪੈਕਟਰ ਸਾਰੇ ਕੱਢਦਾ ਜਾਂ ਹੋਰ ਕਰਦਾ, ਸਾਡੇ ਝਾੜਾਂ 'ਚ ਤਾਂ ਜਿਹੜੇ ਕਣਕ ਝੋਨੇ ਆ ਜਾਂ ਹੋਰ ਆ ਉਹ 'ਚ ਕੋਈ ਫਰਕ ਨਹੀਂ ਪੈਣਾ। ਮਾੜਾ ਜਿਹਾ ਦੱਸਿਓ ਮਿੰਟੂ ਜੀ ਆਪਦੇ ਬਾਰੇ ਵਿਚਾਰ। ਨਹੀਂ ਭਾਜੀ, ਗੱਲ ਇਹ ਆ ਕਿ ਦੇਖੋ ਇਹ ਨਹੀਂ ਹੁੰਦਾ ਕਿ ਸਾਰੇ ਲੋਕ ਜਿਹੜੇ ਉਹ ਕਾਗਜ਼ੀ ਤੁਰੇ ਫਿਰਦੇ ਆ, ਸਾਰੇ ਲੋਕ ਸ਼ਹਿਰੀ ਆ। ਬਹੁਤ ਬ੍ਰਿਲੀਅੰਟ ਟੈਲੈਂਟ ਇੱਥੇ ਮੌਜੂਦ ਆ ਯੂਪੀ ਵਿੱਚ, ਐਸੀ ਗੱਲ ਨਹੀਂ। ਪਰ ਤੁਸੀਂ ਭਰਤੀ ਤਾਂ ਕਰੋ ਨਾ। ਤੁਸੀਂ ਦੂਜੀ ਗੱਲ ਆਪ ਹੀ ਤੇ ਦਰੁਸਤ ਕਰ ਦਿੱਤੀ ਹੈ ਕਿ ਹਾਂ ਭਾਈ ਉਹਨਾਂ ਨੂੰ ਪ੍ਰੈਕਟੀਕਲ ਟ੍ਰੇਨਿੰਗ ਦਿਓ। ਤੇ ਜੇ ਮੰਨ ਲਓ ਅੱਜ ਦੇ ਬੱਚੇ, ਸਾਡੇ ਆਪਦੇ ਪੇਂਡੂ ਬੱਚੇ ਕਿੰਨੇ ਕੁ ਸ਼ਹਿਰਾਂ 'ਚ ਆ ਕੇ, ਮੰਨ ਲਓ ਜਿਹੜੇ ਪਿੰਡਾਂ ਦੇ ਰਹਿੰਦੇ ਆ ਸ਼ਹਿਰਾਂ ਦੇ ਵਿੱਚ ਜਾ ਕੇ, ਘਰ ਕਿੰਨੇ ਰਹਿੰਦੇ ਆ ਸਾਡੇ, ਤੇ ਉਹਨਾਂ ਦੇ ਬੱਚੇ ਕਿੰਨੇ ਕੁ ਆ ਕੇ ਇੱਥੇ ਚਰੀਆਂ ਵੱਢਦੇ ਆ, ਕਿੰਨੇ ਕੁ ਝੋਨਾ ਲਾਉਂਦੇ ਆ। ਸਾਡੇ ਪਿੰਡਾਂ ਦੇ ਬੱਚੇ ਵੀ ਕਿੰਨਾ ਕੁ ਜਾ ਕੇ ਪ੍ਰੈਕਟੀਕਲ ਕੰਮ ਕਰਦੇ ਆ। ਸਾਡੇ ਬਜ਼ੁਰਗ ਜਿਹੜੇ ਆ ਜਵੀਆਂ ਦਾ ਬੀਜ ਬਣਾ ਲੈਂਦੇ ਸੀ, ਬਰਸੀਨ ਦਾ ਬੀਜ ਬਣਾ ਲੈਂਦੇ ਸੀਗੇ, ਤਾਰਾਂ ਮੀਰਾਂ ਤੱਕ ਘਰਾਂ ਦੇ ਵਿੱਚ ਪਿਆ ਰਹਿੰਦਾ ਸੀਗਾ। ਕਿ ਅੱਜ ਦੀ ਪੀੜ੍ਹੀ ਕਰ ਲੂਗੀ? ਕੱਖ ਵੀ ਨਹੀਂ ਕਰ ਸਕਦੇ। ਇਹ ਪੈਮਾਨਾ ਨਹੀਂ ਹੁੰਦਾ ਵੀਰ ਜੀ, ਇਹ ਪੈਮਾਨਾ ਨਹੀਂ ਹੈਗਾ ਕਿ ਤੁਸੀਂ ਪ੍ਰੈਕਟੀਕਲ, ਜੇ ਮੰਨ ਲਓ ਤੁਹਾਨੂੰ ਲੱਗਦਾ ਖੜੋਤ ਆ ਕਿ ਹਾਂ ਬਾਈ ਪ੍ਰੈਕਟੀਕਲ ਕੰਮ ਨਹੀਂ ਕਰਦੇ ਅੱਜ ਕੱਲ੍ਹ, ਕਿਉਂਕਿ ਪੰਜਾਬ ਦੇ ਵਿੱਚ ਜ਼ਿਆਦਾਤਰ ਖੇਤੀ ਜਿਹੜੀ ਆ ਉਹ 80 ਕੀ ਮੈਂ ਤਾਂ ਕਹੂੰਗਾ 90% ਮਸ਼ੀਨੀ ਹੈ ਇਸ ਟਾਈਮ। ਤਾਂ ਉਹਦੇ ਵਿੱਚ ਕੀ ਹੈ ਕਿ ਪ੍ਰੈਕਟੀਕਲ ਟ੍ਰੇਨਿੰਗ ਤੁਸੀਂ ਦਿਵਾ ਸਕਦੇ ਹੋ, ਪਰ ਇਹ ਥੋੜ੍ਹੀ ਨਾ ਕਿ ਤੁਸੀਂ ਭਰਤੀ ਨਾ ਕਰੋ। ਇਹ ਤਾਂ ਗੱਲ ਗਲਤ ਹੈ। ਮੈਂ ਇਸ ਚੀਜ਼ ਨਾਲ ਮਾਫ ਕਰਨਾ ਸਹਿਮਤ ਆ। ਰੁਜ਼ਗਾਰ ਵੀ ਮਿਲਣਾ ਚਾਹੀਦਾ, ਇਹ ਰੁਜ਼ਗਾਰ ਦੇ ਪੱਖ ਤੋਂ ਵੀ ਹੈ ਨਾ। ਤੁਸੀਂ ਤਾਂ ਕਹੋਗੇ ਕਿ ਨਾ ਹਾਂਜੀ ਪੁਲਿਸ ਵਾਲਿਆਂ ਨੇ ਵੀ ਕਿਹੜਾ ਕੋਈ ਉੱਥੇ ਤੀਰ ਮਾਰ ਲੈਣਾ ਕੱਦੂ ਦੇ ਵਿੱਚ, ਉਹਨਾਂ ਨੂੰ ਵੀ ਭਰਤੀ 'ਚ ਰਹਿਣ ਦਿਓ। ਫਿਰ ਤਾਂ ਆਪਾਂ ਕਹਾਂਗੇ ਕਿ ਦਫ਼ਤਰਾਂ ਦੇ ਵਿੱਚ ਵੀ ਕੀ ਹੁੰਦਾ ਯਾਰ, ਇਹਨਾਂ ਨੇ ਉੱਥੇ ਵਿਹਲੇ ਬੈਠ ਕੇ ਵਾਸੀਆਂ ਲੈ ਕੇ ਆਉਣਾ, ਇਹਨਾਂ ਨੂੰ ਉੱਥੇ ਵੀ ਨਾ ਭਰਤੀ ਕਰੋ। ਐਸਾ ਨਹੀਂ ਹੈ। ਜੇ ਕਿਤੇ ਕੋਈ ਮੰਨ ਲਓ ਕਮੀ ਪੇਸ਼ੀ ਹੈ ਤਾਂ ਦੂਰ ਕਰਨੀ ਚਾਹੀਦੀ ਹੈ, ਭਰਤੀ ਨਾ ਕਰਨਾ। ਉਹਦਾ ਕੀ ਸਿੱਟਾ ਨਿਕਲਦਾ ਕਿ ਹੇਠਲੇ ਪੱਧਰ ਤੇ ਸਭ ਕੁਝ ਚੱਲੀ ਜਾਂਦਾ। ਬੀਜ ਘੁਟਾਲਾ ਕੀ ਹੈ? ਬੀਜ ਘੁਟਾਲਾ ਸ਼ਾਇਦ ਇਸੇ ਕਰਕੇ ਹੋਇਆ ਕਿ ਬੀਜ ਦੇ ਦਿੱਤਾ, ਮੁੜ ਕੇ ਜਿਨ੍ਹਾਂ ਦੇ ਜਾ ਕੇ ਉੱਥੇ ਖੇਤਾਂ ਦੇ ਵਿੱਚ ਲੱਗਿਆ ਉੱਥੇ ਕੋਈ ਨਿਗਰਾਨੀ ਕਰਨ ਵਾਲਾ ਹੀ ਨਹੀਂ ਬੋੜਿਆ, ਉਹਨਾਂ ਨੇ ਚੱਕ ਕੇ ਗਾਂਹ ਵੇਚਤਾ। ਜੀ ਮਿੰਟੂ ਜੀ, ਇੱਕ ਜਿਹੜਾ ਜਗਮੀਤ ਬਰਾੜ ਬਾਰੇ ਵੀ ਪੁੱਛ ਰਹੇ ਸੀ। ਹਾਂਜੀ ਜਗਮੀਤ, ਉਹ ਦੇਖੋ ਜਗਮੀਤ ਬਰਾੜ ਬੋਲਦੇ ਹੁੰਦੇ ਆ ਤੇ ਅੱਛਾ ਭਾਸ਼ਣ ਕਰਦੇ ਆ, ਬਟ ਉਹਨਾਂ ਨੇ ਕੋਈ ਇੱਕ ਪਾਰਟੀ ਤੇ ਬਦਲਣੀ। ਵੈਸੇ ਬੇਸਿਕਲੀ ਤਾਂ ਅਕਾਲੀ ਸੀਗੇ, ਤੇ ਉਹਨਾਂ ਦੇ ਪਿਤਾ ਜੀ, ਅਸੀਂ ਤਾਂ ਕਿਉਂਕਿ ਹੁਣ ਸਾਡੇ ਏਰੀਏ ਦੇ ਨੇ ਇਹ, ਤੇ ਉਹਨਾਂ ਦੇ ਪਿਤਾ ਜੀ ਗੁਰਮੀਤ ਸਿੰਘ ਜੀ ਉਹ ਬਹੁਤ ਮਸ਼ਹੂਰ ਆਦਮੀ ਸੀਗੇ। ਫਿਰ ਉਹਨਾਂ ਨੇ ਕਈ ਪਾਰਟੀਆਂ, ਕਾਂਗਰਸ ਤੇ ਕੋਈ ਛੱਡੀ ਨਹੀਂ। ਮੈਨੂੰ ਲੱਗਦਾ ਕਿ ਪਾਕਿਸਤਾਨ ਦੀ ਭਾਵੇਂ ਕੋਈ ਕਾਂਗਰਸ ਕੋਈ ਰਹਿ ਗਈ ਹੋਵੇ, ਬਾਕੀ ਇੰਡੀਆ ਦੀ ਕਾਂਗਰਸ ਤੇ ਤਕਰੀਬਨ ਹਰੇਕ ਲਗਾ ਲਈ। ਤਾਂ ਦੂਸਰੀ ਗੱਲ ਇਹ ਹੈ ਕਿ ਚਲੋ ਉਹਨਾਂ ਦਾ ਨਿੱਜੀ ਫੈਸਲਾ ਆ, ਪਰ ਬਾਦਲ ਸਾਹਿਬ ਇਸੇ ਤਰ੍ਹਾਂ ਹੀ ਕਰਦੇ ਹੁੰਦੇ ਆ। ਬਾਦਲ ਸਾਹਿਬ ਨੇ ਬਥੇਰੇ ਬੰਦਿਆਂ ਨੂੰ ਵਰਚਾ ਲਿਆ, ਔਰ ਉਸ ਤੋਂ ਬਾਅਦ ਉਹ ਬੰਦੇ ਜਦੋਂ ਵਾਪਸ ਆਏ, ਚਾਹੇ ਟੌੜਾ ਲੈ ਲਓ, ਤਲਵੰਡੀ ਲੈ ਲਓ, ਕੋਈ ਬਰਨਾਲਾ ਪਰਿਵਾਰ ਲੈ ਲਓ, ਉਹਨਾਂ ਦਾ ਹਸ਼ਰ ਇਸ ਤਰ੍ਹਾਂ ਹੀ ਹੁੰਦਾ ਬਣ ਕੇ। ਬਾਕੀ ਉਹ ਜਿਹੜੀ ਟ੍ਰੇਨ ਵਾਲੀ ਗੱਲ ਆ, ਮੈਂ ਮਾਰੀ ਆ ਸਰਚ, ਇਹ ਪਾਣੀਪਤ ਤੋਂ ਨਵੀਂ ਦਿੱਲੀ ਇੱਕ ਰੇਲਵੇ ਚੱਲੀ ਸੀ, ਰੇਲਵੇ ਟਰੈਕ ਤੇ ਗੱਡੀ, ਤੇ ਉਹ ਪੁਰਾਣੀ ਦਿੱਲੀ 'ਚ ਪਹੁੰਚ ਗਈ ਸੀ 2018 ਦੇ ਵਿੱਚ। ਇਹ ਪਹਿਲਾਂ ਵੀ ਘਟਨਾਵਾਂ ਹੋਈਆਂ। ਤੇ ਜਿਸ ਦਿਨ ਇਹ ਟ੍ਰੇਨ ਦਾ ਆ ਜਿਹੜੀ ਦਾ ਗੱਲ ਇਹਨਾਂ ਨੇ ਜ਼ਿਕਰ ਛੇੜਿਆ, ਜਿਸ ਦਿਨ ਇਹ ਮਈ ਦੇ ਵਿੱਚ ਘਟਨਾ ਵਾਪਰੀ ਹੈ, ਔਰ ਉਸ ਤੋਂ ਬਾਅਦ ਨਵ ਭਾਰਤ ਟਾਈਮਸ, ਕੋਈ ਛੋਟਾ ਅਖਬਾਰ ਨਹੀਂ ਹੈ, ਉਹ ਕਹਿੰਦਾ ਕਿ ਟ੍ਰੇਨ ਤੋਂ ਬਾਅਦ ਅਗਲੇ ਦਿਨ ਮਜ਼ਦੂਰਾਂ ਨੂੰ ਵੀ ਲਿਜਾਂਦੀ ਬੱਸ ਰਸਤਾ ਭੁੱਲ ਗਏ, ਉਹ ਕਿਸੇ ਹੋਰ ਜ਼ਿਲ੍ਹੇ 'ਚ ਜਾਣੀ ਸੀ, ਦੂਜੇ ਜ਼ਿਲ੍ਹੇ 'ਚ ਵਾੜਤੀ ਚੱਕਦੇ ਡਰਾਈਵਰ ਨੇ। ਜੀ ਅਗਲੇ ਕਾਲਰ ਆਪਣੇ ਜੁੜੇ ਨੇ ਹਰਬੰਸ ਸਿੰਘ ਜੀ। ਸਤਿ ਸ਼੍ਰੀ ਅਕਾਲ ਹਰਬੰਸ ਜੀ। ਹਰਬੰਸ ਸਿੰਘ ਜੀ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਵਾਲ ਪੁੱਛੋ ਜੀ। ਹਾਂਜੀ, ਉਹ ਠੱਗਾਂ ਬਾਰੇ ਤਾਂ ਜੀ ਬੜੀਆਂ ਗੱਲਾਂ ਸੁਣੀਆਂ ਹੈਗੀਆਂ, ਤੇ ਕੋਈ ਭਲੇ ਬੰਦੇ ਵੀ ਹੋਣਗੇ, ਚੰਗੀ ਸਮੀਰ ਵਾਲੇ ਵੀ, ਇਮਾਨਦਾਰ ਬੰਦੇ ਵੀ ਹੋਣਗੇ, ਵਿਅਕਤੀ ਇਹੀ ਹੈ।
ਤੇ ਜਿਹੜੇ ਨਹੀਂ ਖਰਾਬੀਆਂ ਕਰਦੇ ਕੋਈ ਚੰਗੇ ਬੰਦੇ ਵੀ ਹੈਗੇ ਜਾਂ ਉਹਨਾਂ ਬਾਰੇ ਦੱਸੋ ਹਾਂ ਜਰਾ ਥੋੜਾ ਕੋਈ ਲਿਸਟ। ਕਿਹੜੇ ਚੰਗੇ ਬੰਦੇ ਕੇਸ ਜਿਹੜੇ ਆ ਉਹ ਤੁਸੀਂ ਕੋਈ ਜਿੱਦਾਂ ਪੋਲੀਟੀਕਲ ਪਾਰਟੀਆਂ ਦੇ ਚੰਗੇ ਪੋਲੀਟੀਕਲ ਪਾਰਟੀਆਂ ਦੇ ਚੰਗੇ ਬੰਦੇ ਜੀ ਦੱਸਿਓ ਜੀ ਮਿੰਟੂ ਜੀ, ਹੈ ਕਿਸੇ ਦੇ ਬਾਰੇ ਗਿਆਨ ਕਿਹੜੇ ਚੰਗੇ ਬੰਦੇ ਨੇ ਜੀ ਪੋਲੀਟੀਕਲ ਪਾਰਟੀਆਂ? ਦੇਖੋ ਨਹੀਂ ਸਰ, ਇਹ ਸਵਾਲ ਨਾ ਜਿਹੜਾ ਬੜਾ ਗੈਰਵਾਜ਼ਬ ਜਿਹਾ ਲੱਗਦਾ। ਮੈਂ ਕਿਸੇ ਨੂੰ ਕਿਵੇਂ ਮਾੜਾ ਕਹਿ ਸਕਦਾ? ਮੈਂ ਕਿਸੇ ਨੂੰ ਜਾਤੀ ਤੌਰ ਤੇ, ਮੈਂ ਕਿਸੇ ਦੇ ਜਿਹੜਾ ਸਿਆਸੀ ਕਾਮ ਆ ਜੋ ਉਹਨੇ ਕੀਤਾ, ਕੋਈ ਰਾਜ ਕਰਕੇ ਗਿਆ ਵਾ, ਉਹਦੀਆਂ ਨੀਤੀਆਂ ਚ ਨੁਕਸ ਕੱਢ ਸਕਦਾ। ਕਿਸੇ ਤੇ ਕੋਈ ਦੋਸ਼ ਲੱਗਾ ਉਹ ਦੱਸ ਸਕਦਾ ਕਿ ਭਾਈ ਉਹਦੇ ਤੇ ਦੋਸ਼ ਲੱਗਾ ਕਿ ਕਿਸੇ ਨੂੰ ਕਿਸੇ ਨੇ ਸਜ਼ਾ ਸੁਣਾਤੀ, ਉਹ ਕਹਿ ਸਕਦਾ। ਪਰ ਮੈਂ ਚੁਣ ਕੇ ਕਹਾਂ ਕਿ ਆਹ ਚੰਗਾ ਤੇ ਦੂਜਿਆਂ ਨੂੰ ਕਹਾਂ ਕਿ ਮੰਦਾ, ਮੇਰੇ ਕੋਲ ਸਰਟੀਫਿਕੇਟ ਦੇਣ ਵਾਲੀ ਅਥਾਰਟੀ ਥੋੜੀ ਨਾ ਸਰ। ਚੰਗੇ ਬੰਦੇ ਹੈਗੇ ਆ, ਚੰਗੇ ਬੰਦੇ। ਜੇ ਤੁਸੀਂ ਹੁਣ ਉਮਰ 'ਚ ਇੰਨੇ ਵੱਡੇ ਹੋ ਸਾਥੋਂ, ਜੇ ਤੁਹਾਨੂੰ ਅੱਜ ਤੱਕ ਚੰਗੇ ਬੰਦੇ ਨਹੀਂ ਦਿਖੇ, ਮਾਫ਼ ਕਰਨਾ, ਫਿਰ ਅਸੀਂ ਤਾਂ ਨੇੜੇ ਤੇੜੇ ਵੀ ਨਹੀਂ ਪਹੁੰਚੇ ਹੋਵਾਂਗੇ। ਤਾਂ ਕਿੰਨੇ ਬੰਦੇ ਹੈਗੇ ਆ ਇੰਡੀਆ ਦੀ ਪੋਲੀਟਿਕਸ ਦੇ ਵਿੱਚ, ਦੇਖੋ ਬਹੁਤ ਚੰਗੇ ਆ। ਮਾਨਕ ਸਰਕਾਰ ਹੈ ਜਿਹੜਾ, ਤੁਸੀਂ ਪੰਜਾਬ ਦੀ ਪੋਲੀਟਿਕਸ ਨੂੰ ਛੱਡੋ, ਮਾਨਕ ਸਰਕਾਰ ਜਿਹੜਾ ਰਹਿ ਕੇ ਗਿਆ ਮੁੱਖ ਮੰਤਰੀ 6-7 ਵਾਰੀ ਖੱਬਿਆਂ ਦਾ, ਤੇ ਉਹ ਕੀ ਲੈਂਦਾ ਸੀਗਾ? ਜਿੰਨੀ ਤਨਖਾਹ ਲੈਂਦਾ ਸੀਗਾ, 5-7 ਹਜ਼ਾਰ ਤਨਖਾਹ ਲੈਂਦਾ ਸੀਗਾ, ਤੇ ਉਹ ਵੀ ਆਪਣੀ ਪਾਰਟੀ ਨੂੰ, ਕਮਿਊਨਿਸਟ ਪਾਰਟੀ ਨੂੰ ਜਾ ਕੇ ਦਿੰਦਾ ਸੀਗਾ, ਤੇ ਖਰਚਾ ਪਰਚਾ ਕਮਿਊਨਿਸਟ ਪਾਰਟੀ ਦਿੰਦੀ ਸੀ ਉਹਨੂੰ ਕਰਦਾ। ਹੋਰ ਦੇਖੋ, ਇਸ ਤੋਂ ਵੱਡਾ, ਇਸ ਤੋਂ ਵਧੀਆ ਕਿ 7-8 ਟਰਮ ਦੇ ਵਿੱਚ ਉਹ ਬੰਦਾ ਚੀਫ ਮਿਨਿਸਟਰ ਰਹਿ ਗਿਆ ਤੇ ਇੱਕ ਢੇਡੇ ਦਾ ਉਹਦੇ ਤੇ ਦੋਸ਼ ਨਹੀਂ ਲੱਗਾ। ਇਹ ਤੋਂ ਚੰਗਾ ਬੰਦਾ ਕੌਣ ਹੋਏਗਾ ਰਾਜਨੀਤੀ ਚ? ਤੁਸੀਂ ਸਾਡੇ ਇੱਥੇ ਦੇਖ ਲਓ, ਕਿੰਨੇ ਹੈਗੇ ਇਹੋ ਜਿਹੇ ਰਾਜਨੀਤਿਕ ਬੰਦੇ ਜਿਨ੍ਹਾਂ ਨੇ ਸੇਵਾ ਵੀ ਕੀਤੀ, ਜਿਨ੍ਹਾਂ ਨੇ ਸਾਰਾ ਕੁਛ ਕੀਤਾ, ਔਰ ਸਿਆਸਤ ਦੇ ਲੇਖੇ ਘਰ ਵੀ ਲਾ ਦਿੱਤਾ। ਇਤਿਹਾਸ ਦੇ ਵਿੱਚ ਵੀ ਹੈਗੇ, ਮੌਜੂਦਾ ਦੌਰ ਦੇ ਵਿੱਚ ਵੀ ਹੈਗੇ ਆ ਰਾਜਨੀਤਿਕ ਬੰਦੇ। ਸੋ ਮੈਂ ਨਾਂ ਲਵਾਂ ਤੇ ਕੁਛ ਬੰਦੇ ਜਿਹੜੇ ਚੰਗੇ ਉਹਨਾਂ ਦਾ ਨਾਂ ਨਾ ਲਵਾਂ, ਇਹ ਫਿਰ ਕਿਤੇ ਨਾ ਕਿਤੇ ਨਾ ਨਿਆਂ ਨਹੀਂ ਹੈਗਾ। ਜੀ ਜੀ। ਜਸਬੀਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ। ਵੇਖੋ ਮਿੰਟੂ ਜੀ, ਮੇਰਾ ਸਵਾਲ ਵੀ ਵੇਖੋ, ਜਦੋਂ ਪੰਜਾਬ ਦੇ ਵਿੱਚ ਹਥਿਆਰਬੰਦ ਸੰਘਰਸ਼ ਲੜਿਆ ਜਾ ਰਿਹਾ ਸੀਗਾ ਤੇ ਪੂਰੀ ਹਿੰਸਾ ਹੋ ਰਹੀ ਸੀਗੀ, ਤੇ ਉਦੋਂ ਕੁਝ ਸਰਕਾਰੀ ਤੇ ਗੈਰ ਸਰਕਾਰੀ ਲੋਕ ਕਿਹਾ ਕਰਦੇ ਸੀ ਵੀ ਜਿਹੜੇ ਹਥਿਆਰਬੰਦ ਸੰਘਰਸ਼ ਨਾਲ ਪੰਜਾਬ ਦੀ ਆਜ਼ਾਦੀ ਲੈਣਾ ਚਾਹੁੰਦੇ ਜਾਂ ਮੰਗਵਾਉਣਾ ਚਾਹੁੰਦੇ ਨੇ, ਉਹਨਾਂ ਨੂੰ ਚਾਹੀਦਾ ਵੀ ਇਹ ਹਥਿਆਰਬੰਦ ਸੰਘਰਸ਼ ਦਾ ਹਿੰਸਾ ਵਾਲਾ ਰਾਹ ਛੱਡ ਕੇ ਲੋਕਤੰਤਰ ਤਰੀਕਾ ਅਪਣਾਉਣ। ਪਰ ਹੁਣ ਜਦੋਂ ਵੇਖਿਆ ਜਾ ਰਿਹਾ ਵੀ ਉਹੋ ਹੀ ਲੋਕ ਜਿਹੜੇ ਨੇ ਜਾਂ ਉਹਨਾਂ ਦੇ ਰਹਿੰਦੇ ਖੁੰਦੇ ਉਹ ਲੋਕਤੰਤਰ ਤਰੀਕੇ ਨਾਲ ਸੰਘਰਸ਼ ਲੜ ਰਹੇ ਨੇ, ਪੰਜਾਬ ਰਿਫੰਡ 2020 ਦੀ ਗੱਲ ਕਰ ਰਹੇ ਨੇ, ਤੇ ਪੰਜਾਬ ਦੇ ਵਿੱਚ ਸ਼ਿਵ ਸੈਨਿਕ ਤੇ ਆਪਣੇ ਕਾਂਗਰਸੀ ਉਹਨਾਂ ਦੇ ਸਿਰ ਵੱਢਣ ਦੀਆਂ ਧਮਕੀਆਂ ਦੇ ਰਹੇ ਨੇ, ਪਰਿਵਾਰ ਨੂੰ ਪੰਜਾਬ 'ਚ ਕੱਢਣ ਦੀਆਂ, ਜਾਇਦਾਦਾਂ ਜ਼ਬਤ ਕਰਨ ਦੀਆਂ ਦੇ ਰਹੇ ਨੇ। ਵੀ ਕੀ ਇਹ ਅੱਤਵਾਦ ਨਹੀਂ? ਬਾਕੀ ਇੱਕ ਸਵਾਲ ਮੇਰਾ ਹੋਰ ਹੈ ਵੀ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਵੀ 2020 ਰਿਫੰਡਨ ਪਾਕਿਸਤਾਨ ਵੱਲੋਂ ਕਰਾਇਆ ਜਾ, ISIO ਦੀ ਹੈਲਪ ਕਰ ਰਹੀ ਹੈ, ਕੋਈ ਇਹਦਾ ਸਬੂਤ ਨਹੀਂ ਦਿਸ ਰਿਹਾ। ਹਾਂ, ਜੇ ਸਬੂਤ ਦਿਸ ਰਿਹਾ, ਉਹ ਦਿਸ ਰਿਹਾ ਵੀ ਸਿੱਖ ਫॉर ਜਸਟਿਸ ਅਮਰੀਕਾ 'ਚ ਕੰਮ ਕਰ ਰਹੀ ਹੈ, ਇਹਦਾ ਹੈੱਡਕੁਆਟਰ ਅਮਰੀਕਾ 'ਚ, ਵਾਈਟ ਹਾਊਸ ਨਾਲ ਇਹ ਚੰਗੇ ਸੰਬੰਧ ਨੇ। ਜਦੋਂ ਹੀ ਸਿੱਖ ਫॉर ਜਸਟਿਸ ਵਾਈਟ ਹਾਊਸ ਨੂੰ ਈਮੇਲ ਕਰਦੀ ਹੈ ਜਾਂ ਪਟੀਸ਼ਨ ਪਾਉਂਦੀ ਹੈ, ਵਾਈਟ ਹਾਊਸ ਇਹਨੂੰ ਹਮੇਸ਼ਾ ਜਵਾਬ ਦਿੰਦਾ। ਜੇ ਸਿੱਖ ਫॉर ਜਸਟਿਸ ਵਾਈਟ ਹਾਊਸ ਤੋਂ ਆਪਣੀ ਮੁਲਾਕਾਤ ਦਾ ਸਮਾਂ ਮੰਗਦੀ ਹੈ ਤੇ ਉਹ ਦਿੰਦੇ ਨੇ। ਸੋ ਮੇਰਾ ਸਵਾਲ ਹੈ ਵੀ ਕੈਪਟਨ ਵਰਿੰਦਰ ਨੂੰ, ਦਿਨਕਰ ਗੁਪਤੇ ਨੂੰ ਵੀ, ਭਾਈ ਤੁਹਾਡੇ ਕੋਲ ਤੇ ਸੌਖਾ ਤਰੀਕਾ ਹੈ, ਤੁਸੀਂ ਸਿੱਧੀ ਗੱਲ ਕਰੋ ਮੋਦੀ ਸਾਹਿਬ ਨਾਲ। ਮੋਦੀ ਸਾਹਿਬ ਦਾ ਬੈਸਟ ਫਰੈਂਡ ਹੈ ਟਰੰਪ, ਉਹਦੇ ਰਾਹੀਂ ਜਿਹੜੀ ਤੁਸੀਂ ਕਾਰਵਾਈ ਕਰਾਉਣੀ ਹੈ ਤਾਂ ਤੁਸੀਂ ਕਰਾ ਸਕਦੇ ਹੋ ਵਾਈਟ ਹਾਊਸ ਦੇ ਰਾਹੀਂ ਜੀ। ਧੰਨਵਾਦ ਜੀ, ਮਿਹਰਬਾਨੀ ਜੀ, ਮਿਹਰਬਾਨੀ। ਦੇਖੋ ਸਰ, ਮੈਨੂੰ ਇੰਨੀਆਂ ਗੱਲਾਂ ਨਹੀਂ ਗਹਿਰਾਈ ਦੇ ਨਾਲ ਪਤਾ ਜਿੰਨੀਆਂ, ਕਿਉਂਕਿ ਮੈਨੂੰ ਇਸ ਮੁੱਦੇ ਦਾ ਨਹੀਂ ਪਤਾ ਜੜ ਤੱਕ ਮੈਂ ਉਹਨੇ ਫੋਲੀ ਜਾਵਾਂ ਕਿਆ ਹੋਇਆ ਫਲਾਣੇ ਸਮੇਂ ਆਹ ਹੋਇਆ ਵਾ। ਇੱਥੇ ਦੇਖੋ, ਕੱਲਾ ਅਮਰਿੰਦਰ ਸਿੰਘ ਕਿਉਂ, ਉਹਦਾ ਸਾਡੂ ਵੀ ਕਹਿੰਦਾ ਕਿ ਗੁਰਪਤਵੰਤ ਸਿੰਘ ਪੰਨੂ ਕਰਵਾ ਹੀ ਨਹੀਂ ਸਕਦਾ ਰੈਫਰੈਂਡਮ, ਤੇ ਸਾਨੂੰ ਤੇ ਟੋਟਲੀ ਕਨਫਿਊਜ਼ਿੰਗ ਹੈ ਕਿ ਕੀ ਚੱਲ ਕੀ ਰਿਹਾ। ਕਿ ਸਿਮਰਨਜੀਤ ਸਿੰਘ ਮਾਨ ਜਿਹੜੇ ਹੁਣ ਤੱਕ ਪੋਲੀਟਿਕਸ ਜਿਹੜੇ ਆ ਉਹ ਖਾਲਿਸਤਾਨ ਦੇ ਮੁੱਦੇ ਤੇ ਕਰਦੇ ਆਏ, ਤੇ ਉਹ ਵੀ ਆਪਣੇ ਸਾਡੂ ਦੀ ਲੀਗਲ ਨੂੰ ਕਹਿੰਦੇ ਕਿ ਕਰਵਾ ਹੀ ਨਹੀਂ ਸਕਦੇ, ਹੋ ਨਹੀਂ ਸਕਦਾ। ਸੋ ਪਹਿਲਾਂ ਗੱਲਾਂ 'ਚ ਕਲੀਅਰਟੀ ਤਾਂ ਹੋਵੇ ਨਾ। ਇੱਥੋਂ ਦੇ ਲੋਕਾਂ ਨੂੰ ਤੇ ਇਸ ਖੇਡ ਦਾ ਪਤਾ ਹੀ ਨਹੀਂ ਲੱਗ ਰਿਹਾ ਕਿ ਕੀ ਚੱਲ ਕੀ ਰਿਹਾ। ਆਮ ਬੰਦਾ ਤੇ ਇੱਥੇ ਸਾਡੇ ਤੇ ਦੂਸਰੇ ਕ੍ਰਾਈਸਿਸ ਹੈ ਜਿਹੜੇ ਮਾਫ ਕਰਨਾ, ਉਹ ਸਾਨੂੰ ਤੇ ਉਸ ਪਾਸੇ ਨਿਕਲ ਨਹੀਂ ਦੇ ਰਹੇ। ਪਹਿਲਾਂ ਤੇ ਲੋੜ ਆ ਕਿ ਪੰਜਾਬ ਬਚਾ ਤੇ ਲਓ। ਪੰਜਾਬ ਦਾ ਤਾਂ ਬੁਰਾ ਹਾਲ ਆ, ਪੰਜਾਬ ਤੇ ਮਰਨ ਕੰਢੇ ਹੋਇਆ ਪਿਆ। ਉਹ ਕਰ ਦੂਜੀ ਗੱਲ ਜਿਹੜੀ ਆ, ਮੈਂ ਇਸ ਚੱਕਰ ਦੇ ਵਿੱਚ ਕਦੇ ਨਹੀਂ ਪੈਂਦਾ ਕਿ ਹਾਂ ਭਾਈ ਫਲਾਣਾ ਅੱਤਵਾਦੀ ਹੈ, ਧਮਕਾਣਾ ਅੱਤਵਾਦੀ ਹੈ। ਮੈਂ ਤਾਂ ਕਹਿੰਦਾ ਗੁਰਪਤਵੰਤ ਸਿੰਘ ਪੰਨੂ ਨਾਲ ਵੀ ਟੇਬਲ ਟਾਕ ਕਰ ਲਓ, ਇੱਕ ਪੁੱਛ ਲਓ ਕਿ ਹਾਂ ਭਾਈ ਤੂੰ ਕਿਹੜੇ ਵਿਧੀ ਵਿਧਾਨ ਦੇ ਤਹਿਤ ਰੈਫਰੈਂਡਮ ਮੰਗਦਾ ਪਿਆ। ਕੀ ਸਰਕਾਰ ਜਦ ਤੱਕ ਅਲਾਉ ਨਹੀਂ ਕਰਦੀ ਤਦ ਤੱਕ ਰੈਫਰੈਂਡਮ ਹੋ ਸਕਦਾ?
ਇੰਡੀਆ ਦੇ ਵਿੱਚ ਮੈਨੂੰ ਤਾਂ ਨਹੀਂ ਲੱਗਦਾ ਕਿ ਸੰਵਿਧਾਨਕ ਤੌਰ ਤੇ ਇੰਡੀਆ ਅਲਾਉ ਕਰਦਾ ਕੋਈ। ਜੇ ਸਹਿਮਤੀ ਹੋ ਸਕਦੀ ਆ, ਮਿਊਚੁਅਲ ਅੰਡਰਸਟੈਂਡਿੰਗ ਹੁੰਦੀ ਆ, ਤੇ ਫਿਰ ਤੇ ਭਾਵੇਂ ਕੋਈ ਕਰਵਾ ਸਕਦਾ ਹੋਵੇ। ਤੇ ਜੇ ਨਹੀਂ ਹੋ ਸਕਦਾ ਤਾਂ ਇੰਡੀਆ ਵਾਲੇ ਤਾਂ ਕਦੇ ਵੀ ਨਹੀਂ ਹੋਣ ਦੇਣਗੇ, ਕਿ ਉਹਨਾਂ ਦੇ ਕਾਨੂੰਨ 'ਚ ਜੇ ਇਸ ਤਰ੍ਹਾਂ ਦੀ ਚੀਜ਼ ਹੈਗੀ ਉਹ ਨਹੀਂ ਹੋਣ ਦੇਣਗੇ। ਉਹ ਤਾਂ ਪਤਾ ਹੀ ਆਪਾਂ ਨੂੰ ਕਿ ਨਹੀਂ ਹੋਣ ਦੇਣਗੇ, ਕਦੇ ਵੀ ਨਹੀਂ ਹੋਣ ਦੇਣਗੇ। ਠੀਕ ਹੈ, ਦੂਸਰੇ ਪਾਸੇ ਜਿਹੜੇ ਕਰਵਾਉਣ ਲਈ ਜ਼ੋਰ ਲਾਉਂਦੇ, ਜਦੋਜਹਿਦ ਕਰਦੇ, ਕਰੀ ਜਾਣ। ਪਰ ਗੱਲ ਇਹ ਆ ਕਿ ਜੋ ਕਹਿੰਦਾ ਕਿ ਸਿਰ ਵੱਢ ਦੇਣਾ ਚਾਹੀਦਾ, ਉਹਦੀਆਂ ਜਾਇਦਾਦਾਂ ਕੁਰ ਕਰ ਦੇਣੀਆਂ ਚਾਹੀਦੀਆਂ ਉਹਦੇ ਟੱਬਰ ਨਾਲ, ਮੈਂ ਉਹਨਾਂ ਚੀਜ਼ਾਂ ਨੂੰ ਰੱਦ ਕਰਦਾ ਜੀ। ਮੈਂ ਇਸ ਚੀਜ਼ ਦੇ ਵਿੱਚ ਕਦੇ ਬਲੀਵ ਨਹੀਂ ਕਰਦਾ। ਮੇਰਾ ਇਹੀ ਮੰਨਣਾ ਕਿ ਤੁਸੀਂ ਇਸ ਗੱਲ ਦਾ ਜਵਾਬ ਦਿਓ ਪਹਿਲਾਂ ਕਿ ਭਾਈ ਖਾਲਿਸਤਾਨ ਦੀ ਗੱਲ ਤੇ ਜਿਹੜੀ ਆ ਉਹ ਚਲੋ 70 ਦੇ ਦਹਾਕੇ 'ਚ UK ਦੇ ਉਹ ਇੱਕ ਵਸਨੀਕ ਨੇ ਕੀਤੀ ਸੀ, ਪੰਛੀ ਸਾਹਿਬ ਨੇ, ਉੱਥੋਂ ਸ਼ੁਰੂ ਹੋਈ। ਹਾਂ, ਤੁਸੀਂ ਸਿਆਣੇ ਹੋ। ਉਸ ਤੋਂ ਬਾਅਦ ਇਹਦਾ ਜ਼ਿਕਰ ਜਾ ਕੇ 80 ਦੇ ਦਹਾਕੇ 'ਚ ਆਉਂਦਾ। ਤੇ ਇਹ ਇੰਨਾ ਲੇਟ ਜਿਹੜਾ ਮਤਲਬ ਕਿ ਇੱਕ ਨਿਰਾਸ਼ਾ ਦੇ ਦੌਰ 'ਚੋਂ ਇਹ ਅਲੈਹਦਗੀ ਦਾ ਸੰਕਲਪ ਨਿਕਲਿਆ ਹੀ ਕਿਉਂ ਆ? ਕਿਉਂ ਨਿਕਲਿਆ? ਤੁਸੀਂ ਇਸ ਦੂਰੀ ਨੂੰ ਮਿਟਾਇਆ ਕਿਉਂ? ਸਾਡਾ ਸਵਾਲ ਤੇ ਸਾਡੇ ਸਿਸਟਮ ਨੂੰ ਆ ਸਭ ਤੋਂ ਪਹਿਲਾਂ, ਕਿ ਤੁਸੀਂ ਕਿਉਂ ਉਹਨਾਂ ਬੰਦਿਆਂ ਦੇ ਨਾਲ ਗਲਤ ਵਤੀਰਾ ਰੱਖਿਆ ਜਿਹੜੇ ਬੰਦਿਆਂ ਨੇ ਤੁਹਾਡੇ ਲਈ ਸਭ ਕੁਝ ਕੁਰਬਾਨ ਕੀਤਾ, ਜਿਨ੍ਹਾਂ ਨੇ ਇਤਿਹਾਸ ਦੇ ਵਿੱਚ ਤੁਹਾਨੂੰ ਮਾਣ ਮੱਤਾ ਸਬੱਬ ਬਖਸ਼ਿਆ। ਤੋ ਅਸੀਂ ਠੀਕ ਹੈ, ਇਹਨਾਂ ਚੀਜ਼ਾਂ ਦੀ ਚਲੋ ਮੈਂ ਤਾਂ ਵਕਾਲਤ ਨਹੀਂ ਕਰਦਾ ਕਿ ਹਿੰਸਾ ਕਰੋ, ਫਲਾਂ ਕਰੋ, ਧਮਕਾ ਕਰੋ, ਪਰ ਜਿਹੜੇ ਲੋਕ ਇਹ ਗੱਲ ਕਹਿੰਦੇ ਆ ਕਿ ਸਿਰ ਵੱਢ ਦਿਓ, ਫਲਾਂ ਕਰ ਦਿਓ, ਧਮਕਾ ਕਰ ਦਿਓ, ਕਰਨ ਜੋਗੇ ਕੱਖ ਵੀ ਨਹੀਂ ਹੈ ਜੀ। ਅਗਲੇ ਕਾਲਰ ਨੇ ਆਪਣੇ ਨਾਲ ਜਿਹੜੇ ਕੁਲਬੀਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਮੇਰਾ ਸਵਾਲ ਹੈ ਜੀ, ਜਿੱਦਾਂ ਸਿੱਖ ਰੈਜੀਮੈਂਟ ਸੀਗੀ ਉਹ 4, 5, 26 ਜਨਵਰੀ ਦੀ ਪਰੇਡ ਦੇ ਵਿੱਚੋਂ ਗਾਇਬ ਰਹੇ ਆ। ਹੁਣ ਇਹਨਾਂ ਦਾ ਜਿਹੜਾ ਇੰਡੀਆ ਦਾ ਡਿਫੈਂਸ ਮਿਨਿਸਟਰ ਆ ਉਹ ਉੱਥੇ ਰਸ਼ੀਆ ਦੇ ਵਿੱਚ ਲੈ ਕੇ ਗਿਆ ਇਹਨਾਂ ਨੂੰ, ਸਿੱਖ ਜਿਹੜੇ ਆਪਣੇ ਗਿਆ। ਇਹ ਹੁਣ ਇਹਨਾਂ ਨੂੰ ਕਿਉਂ ਯਾਦ ਆ ਰਹੀ ਆ, ਇਹ ਮੈਂ ਪੁੱਛਣਾ ਚਾਹੁੰਦਾ ਸੀ। ਥੈਂਕ ਯੂ ਜੀ। ਨਹੀਂ, ਦੇਖੋ ਗੱਲ ਇਹ ਆ ਸਰਦਾਰ ਸਾਹਿਬ ਕਿ ਉਹ ਤਾਂ ਫਿਰ ਮਾੜੀ ਗੱਲ ਤਾਂ ਨਹੀਂ ਹੈ ਜੇ ਉੱਥੇ ਰਸ਼ੀਆ 'ਚ ਜਾ ਆਈ ਹੈ ਸਿੱਖ ਰੈਜੀਮੈਂਟ, ਤੋਂ ਮਾਣ ਵਾਲੀ ਗੱਲ ਆ। ਬਹੁਤ ਜਿਹੜੇ ਆਪਾਂ ਵਰਲਡ ਵਾਰ ਦੇਖਦੇ ਹਾਂ ਫਸਟ ਜਾਂ ਉਹਦੇ ਵਿੱਚ ਵੀ ਤੇ ਲੜੇ ਆ ਜਾ ਕੇ ਸਿੱਖ, ਤੇ ਉਹਨਾਂ ਨੂੰ ਬਹੁਤ ਜ਼ਿਆਦਾ ਯਾਦ ਕੀਤਾ ਜਾਂਦਾ। UK ਵੱਲੋਂ ਤੇ ਸਪੈਸ਼ਲ ਸਨਮਾਨ ਦਿੱਤਾ ਜਾਂਦਾ, ਆਪਾਂ ਵੀ ਮਾਣ ਕਰਦੇ ਹਾਂ, ਚਾਹੇ ਲੜੇ ਉਸ ਵੇਲੇ ਕਿਸੇ ਹੋਰ ਵੱਲੋਂ ਸੀਗੇ। ਤਾਂ ਖੈਰ ਇਹ ਮੇਰੇ ਖਿਆਲ ਦੇ ਨਾਲ ਕੋਈ ਘਾਟੇ ਵਾਲੀ ਗੱਲ ਨਹੀਂ। ਬਾਕੀ ਜਿਹੜੀ ਉਹ ਇੱਕ ਹੈਗੀ ਆ, ਆਪਾਂ ਪੰਜਾਬ ਦੀ ਝਾਕੀ ਨੂੰ ਲੈ ਕੇ ਵੀ ਦੇਖਿਆ, ਬੜਾ ਰੌਲਾ ਪਿਆ ਸੀਗਾ। ਔਰ ਬਾਅਦ ਦੇ ਵਿੱਚ ਉਹ ਕਹਿੰਦੇ ਕਿ ਇੱਕ ਰੂਟੀਨ ਹੈ ਕਿ ਕੁਛ ਕੁ ਝਾਕੀਆਂ ਜਿਹੜੀਆਂ ਹਰੇਕ ਸਾਲ ਲਈਆਂ ਜਾਂਦੀਆਂ, ਦੂਸਰੀਆਂ ਜਿਹੜੀਆਂ ਰੋਟੇਟ ਹੋ ਕੇ ਦੂਜੇ ਸਾਲ ਆਉਂਦੀਆਂ। ਹੋ ਸਕਦਾ ਕੁਛ ਉਹਨਾਂ ਦਾ ਹੋਵੇ ਸਿੱਖ ਰੈਜੀਮੈਂਟ ਦਾ, ਪਰ ਦੇਖੋ ਆਪਾਂ ਆਪਣੇ ਤੌਰ ਤੇ ਕਿਵੇਂ ਕਿੰਤੂ ਪਰੰਤੂ ਕਰ ਸਕਦੇ ਹਾਂ। ਫੌਜ ਦਾ ਆਪਣਾ ਡਿਸਪਲਿਨ ਆ, ਫੌਜ ਦਾ ਆਪਣਾ ਕੰਮ ਕਰਨ ਦਾ ਤਰੀਕਾ, ਫੌਜ ਹੁਕਮ ਦੇ ਵਿੱਚ ਬੱਝੀ ਆ, ਜਿੱਥੇ ਲਿਜਾਣਗੇ ਉਹਨਾਂ ਨੇ ਜਾਣਾ ਹੀ ਹੈ। ਜੇ ਪਰੇਡ ਦੇ ਵਿੱਚ ਸ਼ਾਮਲ ਨਹੀਂ ਕਰਾਉਣਗੇ, ਜੇ ਦਿੱਲੀ ਵਾਲੀ ਪਰੇਡ ਦੇ ਵਿੱਚ ਸ਼ਾਮਲ ਕਰ ਲੈਂਦੇ ਤੇ ਫਿਰ ਵੀ ਆਪਾਂ ਕਿਹੜਾ ਕਹਿ ਦੇਣਾ ਕਿ ਮੋਦੀ ਜਿੰਦਾਬਾਦ ਆ, ਠੀਕ ਹੈ ਨਾ। ਤੇ ਜੇ ਹੁਣ ਉੱਥੇ ਰਸ਼ੀਆ 'ਚ ਲੈ ਗਏ ਆ ਤਾਂ ਮੈਂ ਕਹਿੰਦਾ ਕਿ ਉਹ ਵੀ ਉਹਨਾਂ ਦੀ ਮਰਜ਼ੀ ਹੈ, ਜੇ ਲੈ ਗਏ ਤੇ ਫਿਰ ਕੋਈ ਨੁਕਸਾਨ ਵਾਲੀ ਗੱਲ ਤਾਂ ਨਹੀਂ। ਸਿੱਖਾਂ ਦਾ ਮਾਣ ਹੀ ਵਧਿਆ, ਔਰ ਸਿੱਖਾਂ ਦੀ ਇੱਥੇ ਬਹਾਦਰੀ ਦਾ ਕਿੱਸਾ। ਹੁਣ ਦੇਖੋ, ਜੇ ਤੇ ਉਹ ਕੁਛ ਵੀ ਨਹੀਂ ਅੱਗੋਂ ਕ੍ਰੈਡਿਟ ਦਿੰਦੇ ਤੇ ਆਪਾਂ ਤਾਂ ਵੀ ਨਾਰਾਜ਼ ਹੋ ਜਾਂਦੇ ਹਾਂ। ਜੇ ਉਹਨਾਂ ਨੇ ਡਾਕੂਮੈਂਟਰੀਆਂ ਚਲਾਈਆਂ, ਜੇ ਉਹਨਾਂ ਨੇ ਮਤਲਬ ਕਿ ਇੱਥੇ ਸਿੱਖਾਂ ਦੀ ਵਡਿਆਈ ਕੀਤੀ ਚੈਨਲਾਂ ਤੇ, ਫਿਰ ਦੂਜੇ ਪਾਸੇ ਵੀ ਹੋ ਗਏ ਕੁਛ ਲੋਕ ਉਹ ਕਹਿੰਦੇ ਕਿ ਇਹਨਾਂ ਨੂੰ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ। ਦੱਸੋ, ਇਹ ਵੀ ਤਾਂ ਹੈ ਨਾ ਕਿ ਸਾਨੂੰ ਵੀ ਇੱਕ ਸਟੈਂਡਰਡ ਜਿਹੜਾ ਉਹ ਸੈੱਟ ਕਰਨਾ ਪਊਗਾ ਕਿ ਅਸੀਂ ਕੀ ਚਾਹੁੰਦੇ ਕੀ ਹਾਂ। ਤੇ ਇੱਕ ਪਾਸੇ ਤੇ ਇਹ ਕਿਹਾ ਜਾਂਦਾ ਕਿ ਹਾਂਜੀ ਸਿੱਖਾਂ ਨੂੰ ਕ੍ਰੈਡਿਟ ਨਹੀਂ ਦਿੱਤਾ ਜਾਂਦਾ, ਤਾਂ ਦੂਸਰੇ ਪਾਸੇ ਇਹ ਗੱਲ ਆਖੀ ਜਾਂਦੀ ਹੈ ਕਿ ਹਾਂਜੀ ਇਹਨਾਂ ਨੂੰ ਬਲੀ ਦਾ ਬੱਕਰਾ ਬਣਾਉਣ ਵਾਸਤੇ ਹੁਣ ਪੰਪ ਦੇਈ ਜਾਂਦੇ ਆ। ਤਾਂ ਇਹ ਚੀਜ਼ ਹੈ। ਬਾਕੀ ਦੇਖੋ, ਫੌਜ ਦਾ ਜਿਹੜਾ ਸਿਸਟਮ ਹੈ, ਹੁਣ ਫੌਜੀ ਹੀ ਕੋਈ ਦੱਸ ਸਕਦਾ ਕਿ ਕਿਸ ਤਰ੍ਹਾਂ ਪਰੇਡ ਦੇ ਵਿੱਚ ਇਹ ਰੈਜੀਮੈਂਟਾਂ ਸ਼ਾਮਲ ਕੀਤੀਆਂ ਜਾਂਦੀਆਂ। ਜਿਵੇਂ ਝਾਕੀ ਦਾ, ਕਿਉਂਕਿ ਝਾਕੀ ਦਾ ਤਾਂ ਮੈਨੂੰ ਪਤਾ ਲੱਗ ਗਿਆ ਸੀ, ਬਾਅਦ ਦੇ ਵਿੱਚ ਇਹਨਾਂ ਨੇ ਸਪਸ਼ਟੀਕਰਨ ਦਿੱਤਾ ਸੀਗਾ ਕਿ ਏਦਾਂ ਨਹੀਂ ਹੁੰਦਾ। ਝਾਕੀ ਜਿਹੜੀ ਆ ਕਈ ਵਾਰ ਮਤਲਬ ਕਿ ਸਿਲੈਕਸ਼ਨ ਜਦੋਂ ਹੁੰਦੀ ਆ ਕਿਸੇ ਸਟੇਟ ਦੀ ਝਾਕੀ ਜਿਹੜੀ ਉਹ ਰਹਿ ਜਾਂਦੀ ਆ, ਮਤਲਬ ਕਿ ਉਹਨਾਂ ਦੀ ਵਾਰੀ ਫਿਰ ਅਗਲੇ ਸਾਲ ਨੈਕਸਟ ਸਾਲ ਆ ਜਾਂਦੀ ਹੈ ਜੀ। ਅਗਲੇ ਕਾਲਰ ਨੇ ਹਰਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ ਜੀ। ਮਿੰਟੂ ਜੀ, ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ, ਵੈਸੇ ਉਹਨਾਂ ਦਾ ਜਿਹੜਾ ਕਹਿਣ ਦਾ ਭਾਵ ਇਹ ਸੀਗਾ ਵੀ ਇਹ ਜੋ ਕਰ ਰਹੇ ਨੇ ਇਹ ਗੌਰਮੈਂਟ, ਜੋ ਸਿੱਖਾਂ ਦਾ ਜਦੋਂ ਏਦਾਂ ਦਾ ਕੋਈ ਕੰਮ ਹੁੰਦਾ ਉਹਨਾਂ ਨੂੰ ਆਦਰ ਮਾਣ ਦੇਣ ਦਾ, ਉਦੋਂ ਇਹ ਪਿੱਛੇ ਹਟ ਜਾਂਦੇ ਨੇ। ਜਦੋਂ ਬਾਰਡਰਾਂ ਦੇ ਘੱਲਣ ਦਾ ਜਾਂ ਮਰਨ ਮਰਾਉਣ ਦਾ ਕੰਮ ਹੁੰਦਾ ਉਦੋਂ ਸਿੱਖਾਂ ਨੂੰ ਅੱਗੇ ਕਰ ਦਿੰਦੇ ਨੇ। ਮਤਲਬ ਉਹਨਾਂ ਦਾ ਢੰਗ ਇਹ ਸੀਗਾ, ਉਹਦਾ ਤਰੀਕਾ ਇਹ ਸੀਗਾ, ਜਾਂ ਕਹਿਣ ਦਾ ਭਾਵ ਇਹ ਸੀਗਾ ਜੀ। ਅੱਛਾ ਜੀ, ਜੀ ਆਪਣਾ ਸਵਾਲ ਵੀ ਪੁੱਛ ਲਿਓ ਜੀ। ਮਿੰਟੂ ਜੀ, ਕੁਐਸਚਨ ਮੇਰਾ ਇਹ ਹੈਗਾ ਵੀ ਤੁਸੀਂ ਅਕਸਰ ਹੀ ਰੋਜ਼ ਹੀ ਜਿੱਦਾਂ ਹੁਣ ਰੋਜ਼ ਖਬਰਾਂ ਸੁਣਦੇ ਆ, ਤੁਸੀਂ ਦੱਸਦੇ ਰਹਿੰਦੇ ਆ
ਪਰ ਚਲੋ ਰਿਪੀਟ ਕਰ ਰਿਹਾ ਮੈਂ ਕਿਉਂਕਿ ਆਮ ਜਨਤਾ ਤੱਕ ਪਹੁੰਚੀ ਇਹ ਗੱਲ ਵੀ ਅੱਜ ਜਦੋਂ ਮਹਾਂਮਾਰੀ ਦੇ ਦੌਰਾਨ ਸਭ ਕੰਟਰੀਆਂ ਨੇ ਗਰੀਬਾਂ ਦਾ, ਮਿਡਲ ਕਲਾਸ ਦਾ ਸਾਰਾ ਕੁਝ ਸੋਚਿਆ, ਬਿੱਲ ਵੀ ਮਾਫ ਕੀਤੇ, ਐਕਸਟੈਂਡ ਵੀ ਕੀਤੇ, ਪੈਸੇ ਵੀ ਦਿੱਤੇ। ਇਹਨਾਂ ਨੇ ਇੰਡੀਆ ਵਾਲੇ ਨੇ ਕੁਛ ਨਹੀਂ ਕੀਤਾ ਸਿਵਾਏ ਫੂਡ ਤੋਂ। ਤੇ ਕੀ ਇਹ ਲੋਕ ਕਿਉਂ ਸੁੱਤੇ ਪਏ ਆ? ਕਿਉਂ ਨਹੀਂ ਇਹ ਬੋਲਦੇ ਉਹਨਾਂ ਦੇ ਬਰਖਲਾਫ? ਤੇ ਮੈਂ ਵਿਰੋਧੀ ਪਾਰਟੀਆਂ ਦਾ ਵੀ ਦੇਖਦਾ, ਕੋਈ ਨਹੀਂ ਬੋਲਦਾ, ਪਿੱਛੇ ਬੋਲ ਕੇ ਥੋੜਾ ਜਿਹਾ ਹਟ ਗਏ। ਕਿਉਂ ਚੁੱਪ ਨੇ? ਇਹ ਕਦੋਂ ਬੋਲਣਗੇ ਇਹ? ਤੇ ਕੀ ਇਹ ਦੂਜੀਆਂ ਸਟੇਟਾਂ 'ਚ ਬੋਲਦੇ ਨੇ? ਏਦਾਂ ਕੁਛ ਹੈਗਾ? ਕੋਈ ਉੱਠਦੇ ਨਹੀਂ, ਆਵਾਜ਼ ਉੱਠਦੀ ਹੈ ਕੋਈ? ਥੈਂਕ ਯੂ ਜੀ। ਨਹੀਂ ਦੇਖੋ, ਹਾਂਜੀ, ਨਹੀਂ ਮੈਂ ਉਹ ਗੱਲ ਮੈਂ ਸਮਝ ਗਿਆ ਸੀ ਉਹਨਾਂ ਦੀ ਗੱਲ। ਕਹਿਣ ਦਾ ਚਲੋ ਠੀਕ ਹੈ, ਹੋ ਸਕਦਾ ਮੇਰੇ ਸਮਝਣ ਦਾ ਵੀ ਕੋਈ ਤਰੀਕਾ ਗਲਤ ਹੋਵੇ। ਤਾਂ ਦੇਖੋ ਇੱਥੇ 4-5 ਮੁੰਡੇ ਜਿਹੜੇ ਪੰਜਾਬ ਦੇ ਸ਼ਹੀਦ ਹੋਏ, ਸਿੱਖ ਸ਼ਹੀਦ ਹੋਏ, ਤਾਂ ਬਿਹਾਰ ਰੈਜੀਮੈਂਟ ਦੇ ਵੀ ਸ਼ਹੀਦ ਹੋਏ ਆ। ਜੇ ਤਾਂ ਇਕੱਲੇ ਸਿੱਖ ਰੈਜੀਮੈਂਟ ਦੇ ਹੋਏ ਹੋਣ ਫਿਰ ਆਪਾਂ ਕਹੀਏ ਕਿ ਹਾਂ ਬਈ ਇਕੱਲੇ ਇਹਨਾਂ ਨੂੰ ਕਿਉਂ ਲਾਇਆ। ਪਰ ਫੌਜ ਦਾ ਕੰਮ ਹੀ ਹੈ, ਫੌਜੀ ਦਾ ਕੰਮ ਕੀ ਹੈ? ਫੌਜੀ ਦਾ ਕੰਮ ਤੇ ਲੜਨਾ ਹੀ ਹੈ ਨਾ। ਸਿੱਖ ਤੇ ਤੁਹਾਨੂੰ ਮੈਂ ਦੱਸਿਆ ਕਿ ਫਸਟ ਵਰਲਡ ਵਾਰ ਦੇ ਵਿੱਚ ਵੀ ਜਾ ਕੇ ਲੜੇ, ਸੈਕੰਡ ਵਰਲਡ ਵਾਰ ਦੇ ਵਿੱਚ ਵੀ ਲੜੇ, ਉਸ ਤੋਂ ਪਹਿਲਾਂ ਵੀ ਲੜਦੇ ਰਹੇ। ਇਹਨਾਂ ਨੂੰ ਮਾਰਸ਼ਲ ਕੌਮ ਦੇਖੋ, ਸਿੱਖ ਰੈਜੀਮੈਂਟ, ਕਿਉਂਕਿ ਇੱਥੇ ਇਹ ਵੀ ਇੱਕ ਸਵਾਲ ਉੱਠਦਾ ਕਿ ਕਿਉਂ ਬਣਾਈਆਂ ਗਈਆਂ ਇਹੋ ਜਿਹੀਆਂ ਰੈਜੀਮੈਂਟਾਂ। ਮਤਲਬ ਕਿ ਜਿੱਦਾਂ ਹੋਰ ਨੇ ਅਸਮੀਆਂ ਦੀ ਆ, ਫਿਰ ਲਦਾਖ ਵਾਲਿਆਂ ਦੇ ਵੀ ਇੱਕ ਮੇਰੇ ਖਿਆਲ ਦੇ ਨਾਲ, ਇਸ ਤਰ੍ਹਾਂ ਬਹੁਤ ਸਾਰੀਆਂ ਰੈਜੀਮੈਂਟਾਂ ਹੈਗੀਆਂ। ਕੁਛ ਹੈ ਨਹੀਂ ਗੀਆਂ। ਯਾਦਵ ਹੀਰ ਕਹਿੰਦੇ ਕਿ ਸਾਡੀ ਵੀ ਰੈਜੀਮੈਂਟ ਹੋਣੀ ਚਾਹੀਦੀ ਆ, ਗੋਰਖਾ ਵਾਲਿਆਂ ਦੀ ਵੀ ਹੈਗੀ ਆ, ਹੈ ਨਾ। ਤਾਂ ਉਹ ਅੰਗਰੇਜ਼ਾਂ ਦਾ ਬਣਾਇਆ ਸਿਸਟਮ ਆ। ਆਪ ਕਹਿੰਦਾ ਅੰਗਰੇਜ਼ਾਂ ਦਾ ਬਣਾਇਆ ਸਿਸਟਮ ਆ। ਤਾਂ ਉਹਨਾਂ ਨੇ ਜਦੋਂ 1857 ਦਾ ਵਿਦਰੋਹ ਵੇਖਿਆ, ਉਸ ਤੋਂ ਬਾਅਦ ਇਹ ਚੀਜ਼ਾਂ ਕਾਊਂਟ ਕਰਨੀਆਂ ਸ਼ੁਰੂ ਕੀਤੀਆਂ ਕਿ ਮਾਰਸ਼ਲ ਕੌਣ ਆ। ਪਰ ਮਤਲਬ ਕਿ ਮੈਂ ਉਸ ਚੀਜ਼ ਨਾਲ ਸਹਿਮਤ ਨਹੀਂ ਆ ਕਿ ਹਾਂ ਬਾਈ ਇੱਕ ਬਰਾਦਰੀ ਨੂੰ ਵੇਖਣਾ ਕਿ ਇਹ ਬਰਾਦਰੀ ਯਾਰ ਬਹੁਤ ਜੁਝਾਰੂ ਹੈ, ਤੇ ਇਹ ਬਰਾਦਰੀ ਜਿਹੜੀ ਆ ਉਹ ਮਤਲਬ ਕਿ ਫਰੰਟ ਲਾਈਨ ਤੇ ਨਹੀਂ ਲੜਨ ਵਾਲੀ, ਇਹਨੂੰ ਪਿੱਛੇ ਰੱਖਿਆ ਜਾਣਾ ਚਾਹੀਦਾ। ਇਹ ਤੁਸੀਂ ਇਸ ਤਰ੍ਹਾਂ ਨਹੀਂ ਕਹਿ ਸਕਦੇ ਕਿ ਹਾਂ ਜੀ ਇਹ ਸਾਰੀ ਕੌਮ ਜਿਹੜੀ ਆ ਉਹ ਡਰਪੋਕ ਆ। ਇੱਕ ਕੌਮ ਨੂੰ, ਕਿਉਂਕਿ ਕਿਸੇ ਵੀ ਕੌਮ ਦੇ ਵਿੱਚ ਕੁਛ ਲੋਕ ਜੁਝਾਰੂ ਹੋ ਸਕਦੇ ਆ, ਬਹਾਦਰ ਹੋ ਸਕਦੇ ਆ, ਕੁਛ ਮੇਰੇ ਵਰਗੇ ਵੀ ਹੋ ਸਕਦੇ, ਡਰਨ ਵਾਲੇ, ਝਿਜਕਣ ਵਾਲੇ। ਸੋ ਇਸ ਤਰ੍ਹਾਂ ਦਾ ਇੱਕ ਸਿਸਟਮ ਸੀ ਜਿਹਨੂੰ ਕੰਟੀਨਿਊ ਕੀਤਾ ਇੰਡੀਆ ਨੇ। ਤਾਂ ਸਿੱਖ ਜਿਹੜੇ ਆ ਉਸ ਸਮੇਂ ਵੀ ਮਾਰਸ਼ਲ ਜਿਹੜੇ ਅੱਜ ਦੀ ਤਰੀਕ 'ਚ ਵੀ ਮਾਰਸ਼ਲ ਹੀ ਆ। ਤੇ ਇਹ ਮਾਣ ਵਾਲੀ ਗੱਲ ਆ। ਹਾਂ ਠੀਕ ਹੈ, ਸਵਾਲ ਕਿੰਤੂ ਪਰੰਤੂ ਕੀਤੇ ਜਾ ਸਕਦੇ ਆ ਕਿ ਹਾਂ ਭਾਈ ਕਿਉਂ ਐਨ ਮੌਕੇ ਤੇ। ਵੈਸੇ ਸਾਨੂੰ ਸਵਾਲ ਜੰਗ ਤੇ ਹੀ ਕਰਨਾ ਚਾਹੀਦਾ ਹੈ। ਮੈਂ ਤਾਂ ਕਹਿੰਦਾ ਕਿ ਅਕਸਰ ਕਹਿੰਦਾ ਹੁੰਦਾ ਕਿ ਜੰਗ ਬੁੱਢੇ ਲਾਉਂਦੇ ਆ, ਮਰਦੇ ਨੌਜਵਾਨ ਆ। ਚਾਹੇ ਬਿਹਾਰੀ ਮਰੇ ਯਾਰ, ਚਾਹੇ ਪੰਜਾਬ ਦਾ ਮਰੇ, ਉਹ ਹੈ ਕੌਣ ਹੈ? ਇੱਕ ਮਾਂ ਦਾ ਪੁੱਤ। ਔਰ ਫੌਜ ਦੇ ਵਿੱਚ ਜਾਂਦਾ ਕੌਣ ਆ? ਮੇਰੇ ਪਿੰਡੋਂ ਲਾ ਲਓ 2012 ਤੋਂ ਲੈ ਕੇ ਹੁਣ ਤੱਕ, ਕਿਉਂਕਿ ਅਸੀਂ ਖੇਡਦੇ, ਸਾਡੇ ਪਿੰਡ ਖੇਡ ਕਲਚਰ ਆ, ਸਪੋਰਟ ਕਲਚਰ ਆ, ਬਹੁਤ ਮੁੰਡੇ ਭਰਤੀ ਹੁੰਦੇ ਆ। ਇਲਾਕੇ ਦੇ ਵਿੱਚ ਸਾਡੀ ਝੰਡੀ ਆ, ਦਰਮਿਆਨਾ ਜਿਹਾ ਪਿੰਡ ਆ। ਤਾਂ ਉਹ ਮੁੰਡੇ ਜਿਹੜੇ ਫੌਜ 'ਚ ਜਾਂਦੇ ਆ, ਪੁਲਿਸ ਦੇ ਵਿੱਚ ਤੇ ਚਲੋ ਅੱਗੇ ਹੁਣ ਤੇ ਘੱਟ ਗਈ, ਅੱਗੇ ਸਪੋਰਟਸ ਲੱਗ ਜਾਂਦੀ ਸੀਗੀ, ਕਿਸੇ ਦਾ ਹੱਥ ਹਟ ਜਾਂਦਾ ਸੀ। ਆਰਮੀ ਦੇ ਵਿੱਚ ਜਿੰਨੇ ਮੁੰਡੇ ਜਾਂਦੇ, ਛੋਟੇ ਘਰਾਂ ਦੇ ਬੱਚੇ ਜਾਂਦੇ, ਛੋਟੇ ਘਰਾਂ ਦੇ ਬੱਚੇ, ਸਧਾਰਨ ਕੋਈ ਕਿੱਲੇ 2 ਕਿੱਲੇ 3 ਕਿੱਲੇ ਕਿਸਾਨ ਵਾਲਾ, ਕਿਸਾਨੀ ਵਾਲਾ, ਜਾਂ ਬੇਜ਼ਮੀਨਾ ਜਾਂ ਦਲਿਤ ਭੈਣ ਭਰਾ ਦਾ ਬੱਚਾ ਹੈ। ਤਾਂ ਉਹ ਚਾਹੇ ਬਿਹਾਰ ਦਾ ਮਰੇ, ਚਾਹੇ ਅਸਮ ਦਾ ਮਰੇ, ਅਸੀਂ ਤਾਂ ਕਹਿੰਦੇ ਜੰਗ ਚਾਹੀਦੀਆਂ ਹੀ ਨਹੀਂ। ਇਸ ਦੌਰ ਦੇ ਵਿੱਚ ਜੰਗ ਜਿਹੜੀ ਆ ਉਹ ਵਿਨਾਸ਼ਕਾਰੀ ਹੋਏਗੀ। ਮੈਂ ਤਾਂ ਕਹਿੰਦਾ ਕਿ ਜੰਗ ਦਾ ਵਿਰੋਧ ਕਰਨਾ ਚਾਹੀਦਾ, ਔਰ ਪੰਜਾਬ ਵਿਰੋਧ ਕਰਦਾ। ਪਾਕਿਸਤਾਨ ਦੇ ਨਾਲ ਟਸਲਬਾਜ਼ੀ ਹੋਈ ਸੀ, ਅਸੀਂ ਉਦੋਂ ਵੀ ਕਿਹਾ ਸੀਗਾ ਕਿ ਅਸੀਂ ਜੰਗ ਨਹੀਂ ਚਾਹੁੰਦੇ, ਅਸੀਂ ਤੁਹਾਡੇ ਦੋਆਂ ਦੀ ਸਿਆਸਤ ਦੇ ਵਿੱਚ ਪਿਸਣਾ ਨਹੀਂ ਚਾਹੁੰਦੇ। ਅਸੀਂ ਬਹੁਤ ਵਾਰੀ ਉੱਜੜ ਕੇ ਵਸੇ ਹਾਂ, ਹੁਣ ਵੀ ਆਪਾਂ ਥੱਲੇ ਬੈਠੇ ਹਾਂ, ਹੁਣ ਵੀ ਥੱਲੇ ਬੈਠੇ ਸੀ। ਕਿਤੇ ਉਧਰੋਂ ਇੱਧਰੋਂ, ਕਿਉਂਕਿ ਡਬਲ ਫਰੰਟ ਦੀ ਲੜਾਈ ਵੀ ਹੋ ਸਕਦੀ ਹੈ ਕਿ ਇੱਕ ਫਰੰਟ ਉਧਰੋਂ ਖੁੱਲ ਜਾਵੇ, ਇੱਕ ਉਧਰੋਂ ਖੁੱਲ ਜਾਵੇ, ਅਸੀਂ ਤਾਂ ਮਾਰੇ ਜਾਵਾਂਗੇ ਨਾ। ਤਾਂ ਸਾਨੂੰ ਤਾਂ ਜੰਗ ਦੀ ਵਿਰੋਧਤਾ ਕਰਨੀ ਚਾਹੀਦੀ ਹੈ ਕਿ ਸਾਡੇ ਮੁੰਡੇ ਕਿਉਂ ਮਰਨੇ ਯਾਰ ਤੁਹਾਡੀ ਸਿਆਸਤ ਦੇ ਵਿੱਚ। ਅਸੀਂ ਨਹੀਂ ਚਾਹੁੰਦੇ ਲੜਾਈ, ਅਸੀਂ ਤਾਂ ਸਟ੍ਰੇਟ ਚਾਹੁੰਦੇ ਹਾਂ। ਸਾਨੂੰ ਵਧੀਆ, ਅਸੀਂ ਤਾਂ ਸਗੋਂ ਤੁਹਾਡੇ ਲਈ ਬਫਰ ਜ਼ੋਨ ਵੀ ਤਾਂ ਕੰਮ ਕਰਨ ਨੂੰ ਵੀ ਤਿਆਰ ਹਾਂ ਕਿ ਹਾਂ ਭਾਈ ਟ੍ਰੇਡ ਤੁਸੀਂ ਇੱਧਰ ਦੀ ਕਰ ਦਿਓ, ਕੋਈ ਗੱਲ ਨਹੀਂ ਹੈ, ਟ੍ਰੇਡ ਕਰ ਲਓ ਤੁਸੀਂ, ਖੋਲ ਦਿਓ ਵਾਹਗਾ ਬਾਰਡਰ, ਅਸੀਂ ਇੱਧਰ ਦੀ ਭੇਜਦੇ ਹਾਂ ਆਪਣਾ ਸਮਾਨ, ਸਾਨੂੰ ਦਿਓ ਇਜਾਜ਼ਤ। ਅਸੀਂ ਚਾਈਨਾ ਨੂੰ ਉੱਧਰ, ਸਾਡੇ ਤੇ ਮੁੰਡਿਆਂ ਨੇ ਟਰੈਕਟਰ ਟਰਾਲੀਆਂ ਲੈ ਕੇ ਚੜ੍ਹ ਜਾਇਆ ਕਰਨਾ ਉੱਧਰ ਪਹਾੜਾਂ ਨੂੰ, ਕਿ ਅਸੀਂ ਜਾਂਦੇ ਚਾਈਨਾ ਨੂੰ ਉੱਧਰ ਕੱਦੂ ਵੇਚ ਕੇ ਆਉਣੇ। ਖੋਲ ਦਿਓ ਯਾਰ, ਕੀ ਫਾਇਦਾ। ਖੈਰ ਚਲੋ, ਦੂਜੀ ਗੱਲ ਜਿਹੜੀ ਇਹਨਾਂ ਨੇ ਕਹੀ ਸੀ ਹੁਣ ਵਿਸਰ ਗਿਆ ਸ਼ਾਇਦ, ਕਿ ਬੋਲਦੇ ਕਿਉਂ ਨਹੀਂ ਆ। ਇਹ ਗੱਲ ਤੁਹਾਡੀ ਬਿਲਕੁਲ ਸਹੀ ਆ। ਪੰਜਾਬ ਆ ਜਾਂ ਕੁਛ ਹੱਦ ਤੱਕ ਕੇਰਲਾ ਵਾਲੇ ਹੈਗੇ ਆ, ਕੁਛ ਹੱਦ ਤੱਕ ਲਾ ਲਓ ਕਿ ਦਿੱਲੀ 'ਚੋਂ ਲੋਕ ਹੈਗੇ ਆ, ਕੁਛ ਲੋਕ ਜਿਹੜੇ ਆ ਬੋਲਦੇ ਜ਼ਰੂਰ ਹੈ, ਪਰ ਉਹਨਾਂ ਦੀ ਆਵਾਜ਼ ਛੋਟੀ ਪੈ ਜਾਂਦੀ ਹੈ ਨਾ। ਜਦੋਂ ਨਗਾਰਿਆਂ ਦੀ ਬਹੁਤ ਗੂੰਜ ਪੈਂਦੀ ਆ, ਉਦੋਂ ਹਨਾ ਤੂਤਨੀ ਦੀ ਵਿਚਾਰੀ ਦੀ ਆਵਾਜ਼ ਨਹੀਂ ਸੁਣੀ ਜਾਂਦੀ। ਅਸੀਂ ਲੋਕ, ਪੰਜਾਬੀ ਲੋਕ ਬੋਲਦੇ ਹਾਂ,
ਕੋਈ ਵੀ ਮਜ਼ਲੂਮ ਹੁੰਦਾ, ਚਾਹੇ ਕਿਸੇ ਵੀ ਭਾਈਚਾਰੇ ਨਾਲ ਤਾਲੁਕ ਰੱਖਦਾ ਹੋਵੇ, ਚਾਹੇ ਹਿੰਦੂ ਹੀ ਕਿਉਂ ਨਹੀਂ, ਚਾਹੇ ਕੋਈ ਦਲਿਤ ਹੀ ਕਿਉਂ ਨਹੀਂ, ਅਸੀਂ ਬੋਲਦੇ ਹਾਂ, ਕਸ਼ਮੀਰੀਆਂ ਦੇ ਹੱਕ 'ਚ ਵੀ ਬੋਲੇ, ਸਾਰਿਆਂ ਦੇ ਹੱਕ 'ਚ ਬੋਲੇ। ਤਾਂ ਪਰ ਗੱਲ ਇਹ ਹੈ ਕਿ ਬੋਲਣ ਵਾਲਿਆਂ ਦੀ ਆਵਾਜ਼ ਘੱਟ ਹੁੰਦੀ ਹੈ। ਹੁਣ ਮਜ਼ਦੂਰਾਂ ਬਾਰੇ ਵੀ ਪੰਜਾਬੀਆਂ ਨੇ ਬਹੁਤ ਰੌਲਾ ਪਾਇਆ। ਮੈਂ ਕਹਿੰਦਾ ਕਿ ਦੇਖੋ, ਮੈਂ ਕਈ ਮੰਚਾਂ ਤੇ ਗੱਲ ਕਰਦਾ ਰਹਿਣਾ, ਜਿੰਨਾ ਦਰਦ ਮੈਂ NRI ਦੇ ਦਿਲ 'ਚ ਦੇਖਿਆ ਨਾ ਮਜ਼ਦੂਰਾਂ ਦਾ, ਮਾਫ ਕਰਨਾ, ਸਾਡੇ ਇੱਥੋਂ ਦੇ ਲੋਕਾਂ ਨੇ ਸੜਕਾਂ ਤੇ ਰੁਲਦੇ ਬੰਦਿਆਂ ਨੂੰ ਵੇਖ ਕੇ ਵੀ ਸ਼ਾਇਦ ਉਹਨਾਂ ਦਰਦ ਨਹੀਂ ਮਹਿਸੂਸ ਕੀਤਾ ਹੋਣਾ ਜਿੰਨਾ ਸਮੁੰਦਰਾਂ ਤੋਂ ਪਾਰ ਬੈਠੇ ਸਿੱਖਾਂ ਨੇ ਕੀਤਾ, ਜਾਂ ਪੰਜਾਬੀਆਂ ਨੇ ਕੀਤਾ, ਜਾਂ ਇੰਡੀਅਨ ਲੋਕਾਂ ਨੇ ਕੀਤਾ ਕਿ ਯਾਰ ਚੱਲ ਕੀ ਗਿਆ ਸਾਡੇ ਭੈਣ ਭਰਾਵਾਂ ਦਾ। ਪਰ ਇੱਥੇ ਬੋਲਦੇ ਜ਼ਰੂਰ ਇਹ ਲੋਕ ਹੁੰਦੇ ਨਹੀਂ, ਔਰ ਉਹਦੇ ਵਿੱਚ ਸਭ ਤੋਂ ਘਟੀਆ ਰੋਲ ਹੈ ਮੀਡੀਆ ਦਾ। ਜੀ ਜੀ, ਅਗਲੇ ਕਾਲਰ ਨੇ ਅਰੂਪ ਸਿੰਘ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਦੋਨਾਂ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਨਹੀਂ ਜੀ, ਕੇਂਦਰ ਇੱਕ ਕੋਈ ਕਾਨੂੰਨ ਲਿਆ ਰਿਹਾ ਪੰਜਾਬ ਦੀਆਂ ਮੰਡੀਆਂ ਦੀ ਬਾਬਤ ਜਾਂ ਫਸਲਾਂ ਵੇਚਣ ਸੰਬੰਧੀ, ਉਹਦੇ ਬਾਰੇ ਜਾਣਨਾ ਸੀਗਾ ਜੀ। ਥੈਂਕ ਯੂ। ਹਾਂਜੀ, ਉਹ ਆਰਡੀਨੈਂਸ ਆ ਚੁੱਕਾ ਜੀ, ਆਰਡੀਨੈਂਸ ਆ ਚੁੱਕਾ ਵਾ। ਉਹ ਡਾਇਰੈਕਟਲੀ ਇਹ ਨਹੀਂ ਹੈਗਾ ਭਾਜੀ ਕਿ ਮੰਡੀਆਂ ਜਿਹੜੀਆਂ ਬੰਦ ਕਰ ਦੇਣਗੇ, ਆਪਣੀਆਂ ਜਿਹੜੀਆਂ ਮੰਡੀ ਕਾਂਖੇ ਦੇ ਅਧੀਨ ਮੰਡੀਆਂ ਚੱਲਦੀਆਂ ਕਿ ਯਕਦਮ ਤਾਲਾਬੰਦੀ ਹੋ ਜਾਏਗੀ। ਉਹਦੇ 'ਚ ਇਹ ਇਹਨਾਂ ਨੇ ਪ੍ਰਬੰਧ ਕਰ ਦਿੱਤਾ ਵਾ ਕਿ ਕਾਰਪੋਰੇਟ ਆ ਕੇ ਕਾਂਟਰੈਕਟ ਫਾਰਮਿੰਗ ਕਰ ਸਕਦਾ, ਫਿਰ ਉਹ ਸਟੋਰੇਜ ਕਰ ਸਕਦਾ ਇੱਥੇ ਜਿੰਨਾ ਮਰਜ਼ੀ ਅਨਾਜ, ਮਤਲਬ ਕਿ ਚਾਹੇ ਉਹ 50,000 ਟਨ ਜਿਹੜੀ ਕਣਕ ਹੈ ਉਹ ਇੱਥੇ ਜਮ੍ਹਾਂ ਕਰ ਲੈ। ਔਰ ਉਸ ਤੋਂ ਬਾਅਦ ਓਪਨ ਮਾਰਕੀਟ ਆ, ਇੰਡੀਆ ਓਪਨ ਮਾਰਕੀਟ ਆ ਕਿ ਕਿਤੇ ਵੀ ਉਹ ਜਾ ਕੇ ਵੇਚ ਸਕਦਾ, ਚਾਹੇ ਉਹ ਬਰਨਾਲੇ ਵੇਚ ਲਵੇ ਤੇ ਚਾਹੇ ਉਹ ਜਾ ਕੇ ਅੰਬਾਲੇ ਵੇਚ ਲਵੇ, ਚਾਹੇ ਉਹ ਪਟਿਆਲੇ ਵੇਚ ਲਵੇ। ਤਾਂ ਇਹ ਇੱਕ ਆਰਡੀਨੈਂਸ ਦੇ ਵਿੱਚ ਪ੍ਰਬੰਧ ਹੈ। ਉਹਦੇ 'ਚ ਕੀ ਆ ਕਿ ਇੱਕ ਵਾਰੀ ਤੇ ਹੁਣ ਵੇਖੋ, ਇੱਕ ਵਾਰੀ ਹੋਏਗਾ ਕਿ ਜਿਹੜਾ ਸਾਡਾ ਕਿਸਾਨ ਆ ਉਹਨੂੰ ਭਾਅ ਮਿਲ ਜਾਵੇ। ਕਾਰਪੋਰੇਟ ਇਸੇ ਤਰ੍ਹਾਂ ਹੀ ਕਰਦਾ ਨਾ, ਤੇ ਉਹਨੂੰ ਇੱਕ ਵਾਰੀ ਕਾਂਟਰੈਕਟ ਫਾਰਮਿੰਗ ਦਾ ਉਸ ਪਾ ਦਿੱਤਾ ਜਾਵੇ ਤਾਂ ਫਿਰ ਮੰਡੀ 'ਚ ਜਾਣਾ ਹੀ ਕਿੰਨੇ, ਸਿੱਧੀ ਕਾਂਟਰੈਕਟ ਫਾਰਮਿੰਗ ਹੋਣ ਲੱਗ ਜਾਊਗੀ। ਛੋਟਾ ਕਿਸਾਨ ਹੈ ਵਿਚਾਰਾ, ਉਹ ਓਪਨ ਮਾਰਕੀਟ ਦਾ ਕਿੱਥੇ ਹਿੱਸਾ ਬਣੂਗਾ। ਤਾਂ ਇਹ ਮਤਲਬ ਕਿ ਇੱਕ ਸਟੈਪ ਵੇਖਿਆ ਜਾ ਰਿਹਾ ਜਿਹੜੇ ਖੇਤੀ ਮਾਹਰ ਆ, ਔਰ ਮੇਰੀ ਆਪਣੀ ਵੀ ਪਰਸਨਲ ਇਹੀ ਰਾਏ ਆ ਕਿ ਇੱਕ ਸਟੈਪ ਹੈ ਮੰਡੀਕਰਨ ਨੂੰ ਬਰਬਾਦ ਕਰਨ ਵਾਸਤੇ, ਔਰ ਖਾਸ ਤੌਰ ਤੇ ਜੋ MSP ਸਿਸਟਮ ਆ ਕਿ ਇਹਨੂੰ ਖਤਮ ਕਰ ਦਿੱਤਾ ਜਾਵੇ। ਕਿਉਂਕਿ WTO ਦੇ ਵਿੱਚ ਇਹ ਹਸਤਾਖਰੀ ਨੇ, ਉਹਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਇਸ ਤਰ੍ਹਾਂ ਸਬਸਿਡਾਈਜ਼ ਜਿਹਨਾਂ ਨੂੰ ਕੰਪਨੀਆਂ ਨੂੰ ਕੀਤਾ ਜਾਂਦਾ ਜਾਂ ਖੇਤਰਾਂ ਨੂੰ ਕੀਤਾ ਜਾਂਦਾ, ਤਾਂ ਉਹ ਨਹੀਂ ਮੰਨਿਆ ਜਾਂਦਾ। ਉਹ ਮੁਕਾਬਲੇਬਾਜ਼ੀ ਦੀ ਜਿਹੜੀ ਸ਼ਰਤ ਆ ਉਹਦਾ ਕਿਤੇ ਨਾ ਕਿਤੇ ਉਲੰਘਣ ਮੰਨਿਆ ਜਾਂਦਾ। ਸੋ ਹੌਲੀ ਹੌਲੀ ਉਸ ਸ਼ਰਤ ਦੇ ਆਧਾਰ ਤੇ ਸਬਸਿਡਾਈਜ਼ ਜਿਹੜੀ ਖੇਤਰ ਆ, ਚਾਹੇ ਕਿਸਾਨੀ ਹੈ ਚਾਹੇ ਕੋਈ ਵੀ ਆ, ਤਾਂ ਉਹਨੂੰ ਹੌਲੀ ਹੌਲੀ ਬਾਹਰ ਲਿਆ ਰਿਹਾ ਕਿ ਇੱਕ ਸਾਡਾ ਵੀ ਫਾਇਦਾ, ਦੂਸਰਾ WTO ਦੀ ਜਿਹੜੀ ਹੈਗੀ ਹੈ ਨਿਯਮਾਵਲੀ ਉਹਦੀ ਵੀ ਪਾਲਣਾ। ਪਰ ਮੈਂ ਸਮਝਦਾ ਕਿ ਇਹਦੇ ਵਿੱਚ ਕਿਤੇ ਨਾ ਕਿਤੇ ਸਾਡੀ ਗੰਦੀ ਰਾਜਨੀਤੀ, ਗੰਦੀ ਮੀਡੀਆ ਦੀ ਜੋ ਕਾਰਸਤਾਨੀ ਆ ਉਹ ਸ਼ਾਮਲ ਹੈ। ਕਿਉਂਕਿ ਇੱਕ ਤੇ ਰਾਜਨੀਤੀ ਨੇ ਇਹ ਕੀਤਾ ਕਿ ਜਦੋਂ ਅਸੀਂ ਘਰਾਂ 'ਚ ਤੜੇ ਪਏ ਸੀ, ਉਹਨਾਂ ਨੇ ਕਾਨੂੰਨ ਲਿਆਂਦਾ, ਕੋਈ ਚਰਚਾ ਨਹੀਂ ਹੋਈ। ਜਦਕਿ ਖੇਤੀ ਹੈ ਜਿਹੜੀ ਉਹ ਸਾਡੇ ਸਟੇਟਾਂ ਦਾ ਇੱਕ ਤਰ੍ਹਾਂ ਨਾਲ ਅਧਿਕਾਰ ਹੈ, ਠੀਕ ਹੈ ਨਾ, ਫੈਡਰਲ ਸਿਸਟਮ ਦਾ ਇਹ ਕਿਤੇ ਨਾ ਕਿਤੇ ਕਾਨ ਆ। ਕਿਉਂਕਿ ਚਰਚਾ ਹੋਣੀ ਚਾਹੀਦੀ ਸੀ, ਸਟੇਟਾਂ ਦੀ ਰਾਏ ਲੈਣੀ ਚਾਹੀਦੀ ਸੀ, ਲੋਕਾਂ ਦੀ ਰਾਏ ਲੈਣੀ ਚਾਹੀਦੀ ਸੀ। ਨਹੀਂ ਲੈ, ਸਿੱਧਾ ਆਰਡੀਨੈਂਸ ਲਿਆਂਦਾ, ਉਹ ਉਦੋਂ ਲਿਆਂਦਾ ਜਦ ਲੋਕ ਘਰਾਂ ਦੇ ਵਿੱਚ ਤੜੇ ਸੀ। ਔਰ ਦੂਜੀ ਗੱਲ ਹੈ ਕਿ ਮੀਡੀਆ ਨੇ, ਕੌਮੀ ਮੀਡੀਆ ਨੇ ਇਸ ਪੱਖ ਤੋਂ ਲਿਆ ਹੀ ਨਹੀਂ ਕਿ 50% ਵਸੋਂ ਜਿਹੜੀ ਹੈ ਉਹ ਇੰਡੀਆ ਦੀ ਖੇਤੀ 'ਚ ਹੈ, ਤੇ ਖੇਤੀ ਦੀ ਗੱਲ ਹੀ ਨਹੀਂ ਮੀਡੀਆ ਨੇ ਕੀਤੀ। ਜੀ ਜੀ। ਤੇ ਮਿੰਟੂ ਜੀ, ਜਾਂਦੇ ਜਾਂਦੇ ਇੱਕ ਵਾਰੀ ਦੱਸ ਦਿਓ, ਕਾਫੀ ਆਪਾਂ ਨੂੰ ਸਵਾਲ ਜਿਹੜੇ ਉਸ ਦੇ ਬਾਰੇ ਵੀ ਆ ਰਹੇ ਸੀ। ਆਪਾਂ ਫੇਸਬੁੱਕ ਦੇ ਉੱਤੇ ਤਾਂ ਪੋਸਟ ਆ ਜਿਹੜਾ ਕਰ ਦਿੱਤਾ ਆ ਵੀ ਅੰਤਰਰਾਸ਼ਟਰੀ ਫਲਾਈਟਾਂ ਜਿਹੜੀਆਂ ਕਿਸ ਹਿਸਾਬ ਦੇ ਨਾਲ ਜਿਹੜੀਆਂ ਚੱਲ ਰਹੀਆਂ ਨੇ। ਦੇਖੋ, ਅੰਤਰਰਾਸ਼ਟਰੀ ਫਲਾਈਟਾਂ ਤੇ ਇਹਨਾਂ ਨੇ ਕਹਿ ਦਿੱਤਾ ਕਿ 31 ਜੁਲਾਈ ਤੱਕ ਜਿਹੜੀਆਂ ਮੁਲਤਵੀ ਰਹਿਣਗੀਆਂ, ਠੀਕ ਹੈ ਜੀ। ਤੇ ਦੂਸਰੀਆਂ ਮੈਂ ਤੁਹਾਨੂੰ ਨਾ ਲਿੰਕ ਭੇਜਿਆ ਤੁਹਾਡੇ ਇਨਬਾਕਸ ਦੇ ਵਿੱਚ ਜੀ, ਜਿਹੜਾ ਇਹਨਾਂ ਨੇ ਉਹ ਮਾਤਰਮ, ਜਿਹੜਾ ਵੰਦੇ ਮਾਤਰਮ, ਸ਼ਾਇਦ ਪਤਾ ਨਹੀਂ ਵੰਦੇ ਭਾਰਤ ਕਰਕੇ, ਜੀ ਜੀ, ਵੰਦੇ ਭਾਰਤ ਹੈ ਨਾ, ਵੰਦੇ ਭਾਰਤ ਮਿਸ਼ਨ ਦਾ ਚੌਥਾ ਗੇੜ ਜਿਹੜਾ ਸ਼ੁਰੂ ਹੋ ਰਿਹਾ, ਉਹਦਾ ਸਕੈਜੂਲ ਤੁਸੀਂ ਚੈੱਕ ਕਰਕੇ ਤੇ ਇਨਫੋਰਮ ਕਰ ਦਿਓ ਜਿੰਨੇ ਵੀ ਆਪਣੇ ਲਿਸਨਰ ਆ, ਸਤਿਕਾਰਯੋਗ ਜਿੰਨੇ ਵੀ ਲਿਸਨਰ ਆ, ਉਹਦੇ ਵਿੱਚ ਪਤਾ ਲੱਗ ਜਾਏਗਾ। ਇਹਨਾਂ ਨੇ ਸਾਰਾ ਰੂਟ ਦਿੱਤਾ ਹੋਇਆ, ਫਲਾਈਟ ਜਿਹੜੀਆਂ ਦੱਸੀਆਂ ਹੋਈਆਂ ਕਿ ਕਿਹੜੇ ਕਿਹੜੇ ਦੇਸ਼ ਨੂੰ ਹੈ। ਬਾਕੀ ਅਮਰੀਕਾ ਦਾ ਮੈਂ ਤੁਹਾਨੂੰ ਦੱਸਿਆ ਹੋਇਆ ਕਿ ਇਹ ਅਮਰੀਕਾ ਦੀ ਅਥਾਰਟੀ ਨੇ ਹੀ ਪ੍ਰਵਾਨਗੀ ਦੇਣੀ ਹੈ, ਕੇਸ ਬਾਈ ਕੇਸ ਦੇਖ ਕੇ ਕਿ ਕਿੰਨੀਆਂ ਫਲਾਈਟਸ ਨੂੰ ਉਹ ਹਰੀ ਝੰਡੀ ਦਿੰਦੇ ਆ, ਕਿੰਨਿਆਂ ਨੂੰ ਨਹੀਂ। ਕਿਉਂਕਿ ਇਹਨਾਂ ਨੇ ਆਫੀਸ਼ੀਅਲੀ ਐਲਾਨ ਕਰ ਦਿੱਤਾ ਕਿ ਹਾਂ ਕੋਈ ਡਾਇਲੋਗ ਹੋ ਗਿਆ ਹੋਵੇ, ਅੰਦਰ ਖਾਤੇ ਕੋਈ ਸਹਿਮਤੀ ਬਣ ਗਈ ਹੋਵੇ, ਉਹਦਾ ਮੈਨੂੰ ਨਹੀਂ ਪਤਾ। ਜੀ ਜੀ, ਬਿਲਕੁਲ। ਇਹ ਵਾਕਿਆ ਹੀ ਥੋੜ੍ਹਾ ਜਿਹਾ ਅਜੇ ਵੀ ਭੰਬਲ ਭੂਸਾ ਇਸ ਚੀਜ਼ ਨੂੰ ਲੈ ਕੇ ਹੈਗਾ, ਕਿਉਂਕਿ ਸਕੈਜੂਲ ਦੇ ਵਿੱਚ ਅਮਰੀਕਾ ਦੇ ਕੁਛ ਜਿਹੜੀ ਏਅਰ ਇੰਡੀਆ ਦੀ ਵੈਬਸਾਈਟ ਦੇ ਉੱਤੇ ਉਹ ਦਿਖਾਉਂਦੇ ਨੇ ਵੀ ਉਹ ਹੈਗੇ ਆ, ਪਰ ਜਿੱਦਾਂ ਆਪਾਂ ਇਹ ਕਹਿ ਰਹੇ ਹਾਂ ਵੀ ਇੱਥੇ ਅਥਾਰਟੀਜ਼ ਦੇ ਨਾਲ ਅਜੇ ਕਨਫਰਮਡ ਨਹੀਂ ਆ ਵੀ ਉਹ ਕਿੱਦਾਂ ਜਿਹੜਾ ਉਹ ਚੱਲਣਾ ਆ। ਉੱਦਾਂ ਜਿਹੜੀ ਮਿਨਿਸਟਰੀ ਹੈਗੀ ਆ ਇੱਥੋਂ ਦੀ ਏਵੀਏਸ਼ਨ ਦੀ,
ਆਪਣੀ ਇੰਡੀਆ ਦੀ, ਉਹਨਾਂ ਨੇ ਜਿਹੜੀ ਲਿਸਟ ਪਾਈ ਹੋਈ ਆ ਵੀ ਆ 3 ਨੂੰ ਵੀ ਜਾਣੀ ਆ, 4 ਜੁਲਾਈ ਨੂੰ ਵੀ ਆ। ਸੋ ਚੱਲ ਰਹੀਆਂ ਨੇ ਇਹ, ਪਰ ਇਹ ਬਸ ਵੰਦੇ ਭਾਰਤ ਦੇ ਤਹਿਤ ਹੀ ਆ ਜਿਹੜੀਆਂ ਹੋਣੀਆਂ, ਤੇ ਬਾਕੀ ਜਿਹੜੀਆਂ ਉੱਦਾਂ ਅੰਤਰਰਾਸ਼ਟਰੀ ਫਲਾਈਟਾਂ ਆ ਤੁਸੀਂ ਇਧਰੋਂ ਜੀ ਤੁਸੀਂ ਇਦਾਂ ਕਰਿਓ ਨਾ, ਇਧਰੋਂ ਅਥਾਰਟੀ ਤੋਂ ਪਤਾ ਕਰਨ ਦਾ ਜੀ ਜੀ ਬਿਲਕੁਲ ਕਿ ਇਹਨਾਂ ਵੱਲੋਂ ਗ੍ਰੀਨ ਫਲੈਗ ਹੈ ਗ੍ਰੀਨ ਜੀ ਜੀ ਬਿਲਕੁਲ ਜੀ। ਤੇ ਵਿੰਟੂ ਜੀ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਜੀ, ਮਿਹਰਬਾਨੀ ਜੀ, ਸ਼ੁਕਰੀਆ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno